ਹੁਣ ਜ਼ਿੰਦਗੀ ਦਾ ਸਫ਼ਰ KT ਟਰੱਕਿੰਗ ਨਾਲ ਹੋਏਗਾ ਹੋਰ ਵੀ ਆਸਾਨ। KT ਟਰੱਕਿੰਗ ਕੋਲ ਨੇ ਪੱਕੇ ਲੋਡ ਤੇ ਸੈਟ ਰੂਟਸ, ਕੈਲੀਫੋਰਨੀਆ ਟੂ ਕੈਂਸਸ, ਕੈਲੀਫੋਰਨੀਆ ਟੂ ਮਜ਼ੂਰੀ, ਕੈਲੀਫੋਰਨੀਆ ਟੂ ਆਰਕੈਂਸਾਈ, ਕੈਲੀਫੋਰਨੀਆ ਟੂ ਓਕਲਹੋਮਾ। ਇੰਨਾ ਹੀ ਨਹੀਂ, ਤੁਸੀਂ ਆਪਣੇ ਹਿਸਾਬ ਨਾਲ ਸਕੈਜੂਲ ਬਣਾ ਸਕਦੇ ਹੋ। ਇਸ ਦੇ ਨਾਲ ਹੀ ਸਾਡੇ ਪ੍ਰਾਈਸ ਨੇ ਅਨਬੀਟੇਬਲ, ਯਾਨੀ ਸਭ ਤੋਂ ਵਧੀਆ ਰੇਟ ਜੋ ਮਾਰਕੀਟ 'ਚ ਤੁਹਾਨੂੰ ਕਿਤੇ ਨਹੀਂ ਮਿਲਣਗੇ। ਤੇ ਜੇ ਤੁਸੀਂ KT ਟਰੱਕਿੰਗ ਨਾਲ ਆਪਣਾ ਕਰੀਅਰ ਵੀ ਬਣਾਉਣਾ ਚਾਹੁੰਦੇ ਹੋ ਤਾਂ ਚਾਹੇ ਸੋਲੋ ਡਰਾਈਵਰ ਦੇ ਤੌਰ ਤੇ ਜਾਂ ਟੀਮ ਦੇ ਤੌਰ ਤੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। KT ਟਰੱਕਿੰਗ ਤੁਹਾਨੂੰ ਦੇਗਾ ਬੈਸਟ ਸੈਲਰੀਜ਼ ਤੇ ਸਮੇਂ ਸਿਰ ਛੁੱਟੀਆਂ ਵੀ। ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸੁਨਰ ਤੇ ਮਨਦੀਪ ਸਿੰਘ ਬਿਲਗਾ ਨੂੰ। Where there is a will, there is a way, and where there is a way, there is Pandal Brothers. ਤੁਹਾਡਾ ਹਰ ਲੋਡ ਸਾਡੀ ਜ਼ਿੰਮੇਵਾਰੀ ਹੈ। 70 ਤੋਂ ਉੱਪਰ ਨਵੇਂ Volvo ਟਰੱਕਸ, ਕਸਟਮ ਆਰਡਰ ਰੈਫ੍ਰਿਜਰੇਟਡ ਟ੍ਰੇਲਰ, ਫਾਈਨ ਲੌਜਿਸਟਿਕਸ। ਟਾਰਗੇਟ ਇੱਕੋ ਕਿ ਤੁਹਾਡੇ ਅੱਗੇ ਸਾਡਾ ਬੈਸਟ ਕੈਰੀਅਰ ਦਾ ਦਰਜਾ, ਤੁਹਾਡਾ ਭਰੋਸਾ ਬਰਕਰਾਰ ਰਹੇ। ਸ਼ਿਪਮੈਂਟ ਵੱਡੀ ਹੋਵੇ ਜਾਂ ਛੋਟੀ, ਸਰਵਿਸਿਜ਼ ਵਿੱਚ ਕਿਸੇ ਕਮੀ ਦਾ ਸਵਾਲ ਹੀ ਨਹੀਂ। ਟੈਕਨੀਕ ਪੱਖੋਂ ਵੀ ਸਾਡਾ ਵਿਜ਼ਨ ਕਲੀਅਰ ਹੈ। ਤਾਂ ਹੀ ਟਰੱਕ ਟਰੈਕਿੰਗ ਸੌਫਟਵੇਅਰ, ਨਿਊ ਤੇ ਅਪਡੇਟਡ ਫਲੀਟ, ਸੇਫਟੀ ਲਈ CLD ਸੌਫਟਵੇਅਰ, ਇਹ ਸਭ ਮੁੱਖ ਹੈ ਕਿਉਂਕਿ ਇੱਥੇ ਗੱਲ ਵਿਸ਼ਵਾਸ ਦੀ ਹੈ। So for efficient transport services, contact Hollister, California's Pandal Brothers. ਰਿਲਾਇਬਲ ਮਤਲਬ ਭਰੋਸੇਮੰਦ ਤੇ ਭਰੋਸੇਮੰਦ ਮਤਲਬ ਰਿਲਾਇਬਲ ਟਾਇਰ ਡਿਪੂ। ਰਿਲਾਇਬਲ ਟਾਇਰ ਡਿਪੂ ਡੀਲਸ ਇਨ ਹੋਲਸੇਲ ਟਰੱਕ ਟਾਇਰਸ ਇਨ ਕੈਲੀਫੋਰਨੀਆ ਤੇ ਇਸ ਤੋਂ ਇਲਾਵਾ ਟਰੱਕਾਂ ਦਾ ਆਇਲ ਚੇਂਜ ਕਰਵਾਉਣਾ ਹੋਵੇ, ਬ੍ਰੇਕਸ ਦਾ ਕੰਮ ਕਰਵਾਉਣਾ ਹੋਵੇ, ਸੀਲਸ ਦਾ, AC ਦਾ ਜਾਂ ਫਿਰ ਟਰੱਕ ਦਾ ਕੋਈ ਹੋਰ ਕੰਮ ਕਰਵਾਉਣਾ ਹੋਵੇ, ਤੁਸੀਂ ਰਿਲਾਇਬਲ ਟਾਇਰ ਡਿਪੂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ। ਵੀ ਆਰ ਆਲਸੋ ਆਥੋਰਾਈਜ਼ਡ ਡੀਲਰ ਆਫ JK ਵਿਕਰਾਂਤ ਟਾਇਰਸ ਤੇ ਪੱਕਾ ਹੈ ਕਿ ਪ੍ਰਾਈਸ ਦੇ ਮਾਮਲੇ 'ਚ ਅਸੀਂ ਬੈਸਟ ਹਾਂ। ਸੋ ਡੂ ਵਿਜ਼ਿਟ ਰਿਲਾਇਬਲ ਟਾਇਰ ਡਿਪੂ 1601 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਆਦਾ ਜਾਣਕਾਰੀ ਦੇ ਲਈ ਸੁਰਜੀਤ ਸਿੰਘ ਬਾਜਵਾ ਤੇ ਇੰਦਰਜੀਤ ਸਿੰਘ ਗਿੱਲ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 6613782373, 6613784622। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਸਿੱਖ ਰਹਿਤ ਮਰਿਆਦਾ ਕਿਉਂ ਨਾ ਲਾਗੂ ਕਰਦੇ ਡੇਰੇ, ਮੰਤਰ ਪਾਠਾਂ ਦੇ ਨਾਮ ਤੇ ਬਿਜ਼ਨਸ ਚਾਰ ਚੁਫੇਰੇ। ਇਹੋ ਜਿਹੀਆਂ ਘੁਸਪੈਠਾਂ ਹਥਿਆਰਾਂ ਤੋਂ ਵੀ ਮਾਰੂ। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਅਕਾਲ ਤਖਤ ਸੁਪਰੀਮ ਏ ਸਾਡਾ, ਸਿਰ ਚੁੱਕਦਾ ਬਾਰ-ਬਾਰ। ਜਥੇਦਾਰ ਕਠਪੁਤਲੀਆਂ ਬਣ ਗਏ ਹੈ, ਕੌਣ ਕਰੂ ਇਨਸਾਫ। ਤਲਬ ਕੀਤਾ ਰਣਜੀਤ ਸਿੰਘ, ਫੂਲਾ ਸਿੰਘ, ਜੈ ਓਏ ਸ਼ੇਰਾਂ।
ਵੇ ਜੱਟ ਦੇ ਜਥੇਦਾਰ ਸੁੱਟਦੇ ਲੇਰਾਂ। ਬਾਬਾ ਨਾਨਕ ਸੋਚ ਤੇਰੀ ਤੇ ਹੈ ਲੀਡਰ ਪੈ ਗਏ ਭਾਰੂ। ਸਿੱਖ ਕੌਮ ਦੇ ਪੱਖ ਦੇ ਮਸਲੇ ਦੱਸ ਕਿਹੜਾ ਵਿਚਾਰੂ। ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਟੁੱਕੜ ਬੋਝੋ ਟਿੱਚ ਨਾ ਜਾਣਨ ਪਾਵਨ ਗੁਰੂ ਦੀ ਬਾਣੀ। ਕੌਮ ਮੇਰੀ ਦੀਆਂ ਜੜ੍ਹਾਂ 'ਚ ਬਹਿ ਗਏ ਹੈ ਰੱਬ ਬਣੇ ਦੇਹ ਤਾਰੀ। ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ। ਪਰ ਥਾਂ ਥਾਂ ਗੱਦੀਆਂ ਲਾ ਕੇ ਗੁਰੂ ਬਣ ਗਏ ਡੇਰੇਦਾਰ। ਲਹਿਜੀਆਂ ਦੇ ਕੇ ਪੁਰਤ ਵੰਡਦੇ ਨੇ ਸਿਰੇ ਦੇ ਨੇ ਜਗਾੜੂ। ਸਿੱਖ ਕੌਮ ਦੇ ਪੱਖ ਦੇ ਮਸਲੇ ਦੱਸ ਕਿਹੜਾ ਵਿਚਾਰੂ। ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਇਸਲਾਮ ਨਾ ਮੰਨੇ ਤਸਵੀਰਾਂ ਤੇ ਨਾ ਹੀ ਬਾਬੇ ਸ਼ਾਬੇ। ਸਿੱਖ ਕੌਮ ਕਿਉਂ ਕਮਲੀ ਸਿਰ ਤੇ ਹੈ ਚੱਕੀ ਫਿਰੇ ਸਿਆਪੇ। ਗੁਰੂ ਗ੍ਰੰਥ ਦੇ ਲੜ ਲੱਗ ਕੇ ਤੁਸੀਂ ਝੋਲੀ ਗਿਆਨ ਦੀ ਭਰ ਲਓ। ਇੱਕੋ ਹੈ ਭਾਈ ਇੱਕੋ ਹੈ ਥੋੜਾ ਅਕਲ ਤੇ ਹੱਥ ਤੁਸੀਂ ਧਰ ਲਓ। ਭਰਮ ਦੀਆਂ ਲੀਰਾਂ ਉੱਡ ਜੂ ਜਦੋਂ ਚੱਲਿਆ ਗਿਆਨ ਦਾ ਝਾੜੂ। ਸਿੱਖ ਕੌਮ ਦੇ ਪੱਖ ਦੇ ਮਸਲੇ ਰਾਣਿਆ ਕੌਣ ਵਿਚਾਰੂ। ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਕਿਸ਼ਤੀ ਕਿਹੜਾ ਤਾਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਪੱਖ ਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੈਚਰਡੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਜਿਵੇਂ ਤੁਹਾਨੂੰ ਪਤਾ ਪਿਛਲੇ ਸਾਲ ਡੇਢ ਸਾਲ ਤੋਂ ਆਪਾਂ ਲਗਾਤਾਰ ਪ੍ਰੋਗਰਾਮ ਕਿਸਾਨੀ ਅੰਦੋਲਨ ਉੱਪਰ ਕਰਦੇ ਆ ਰਹੇ ਸੀ ਅਤੇ ਉਹਦੇ ਨਾਲ ਰਿਲੇਟਡ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੁਣ ਜਿਹੜੇ ਪੰਜਾਬ ਦੇ ਹਾਲਾਤ ਅੱਗੋਂ ਰਾਜਨੀਤੀ ਵਾਸਤੇ ਬਣਦੇ ਜਾ ਰਹੇ ਆ। ਤੁਹਾਨੂੰ ਪਤਾ ਅਸੀਂ ਪਿਛਲੇ ਹਫ਼ਤੇ ਜਾਂ ਉਸ ਤੋਂ ਪਿਛਲੇ ਹਫ਼ਤੇ ਅਨਾਊਂਸ ਕੀਤਾ ਸੀ ਕਿ ਕਿਸਾਨੀ ਅੰਦੋਲਨ ਹੁਣ ਖਤਮ ਹੋ ਚੁੱਕਾ ਅਤੇ ਆਪਾਂ ਆਪਣੇ ਸਿੱਖਾਂ ਦੇ ਪੱਖ ਦੇ ਮਸਲੇ ਜਿਹੜੇ ਆਪਾਂ ਪਹਿਲਾਂ ਸ਼ੁਰੂ ਕੀਤੇ ਸੀ, ਉਹ ਚਾਹੇ ਅਨਮਤੀ ਗ੍ਰੰਥਾਂ ਦਾ ਹੋਵੇ, ਸਾਡੇ ਵਿੱਚ ਆ ਚੁੱਕੀਆਂ ਕ੍ਰਿਤੀਆਂ ਦਾ ਹੋਵੇ, ਉਹ 'ਤੇ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ। ਪਰ ਸਾਨੂੰ ਬਹੁਤ ਸਾਰੇ ਵੀਰਾਂ ਦੀ ਕਾਲ ਆਈ ਕਿ ਜਿੰਨਾ ਚਿਰ ਪੰਜਾਬ ਦਾ ਕਿਸੇ ਪਾਸੇ ਨਹੀਂ ਲੱਗ ਜਾਂਦੀ ਗੱਲ। ਮੇਰੀ ਡਾਕਟਰ ਸਵੈਮਾਨ ਉਹਨਾਂ ਨਾਲ ਵੀ ਗੱਲ ਹੋਈ। ਉਹ ਕਹਿੰਦੇ ਮੈਂ ਤਾਂ ਵਾਪਸ ਨਹੀਂ ਜਾ ਰਿਹਾ ਵੀ ਜਿੰਨਾ ਚਿਰ ਕਿਸੇ ਪਾਸੇ ਕੋਈ ਗੱਲ ਲੱਗ ਨਹੀਂ ਜਾਂਦੀ ਆਪਾਂ ਵਿੱਚ ਵਿਚਾਲੇ ਨਾ ਛੱਡੀਏ ਇਹਨਾਂ ਨੂੰ। ਹਾਲੇ ਜ਼ਰੂਰਤ ਆ ਪੰਜਾਬ ਨੂੰ ਉਹਦੇ ਬਾਰੇ ਗੱਲ ਕਰਨ ਦੀ, ਖਾਸ ਕਰਕੇ ਇਲੈਕਸ਼ਨ ਤੱਕ। ਸੋ ਆਪਾਂ ਕੋਸ਼ਿਸ਼ ਕਰਾਂਗੇ ਇੱਕ ਪ੍ਰੋਗਰਾਮ ਹਰ ਹਫ਼ਤੇ ਇਸ ਕਾਜ਼ ਨੂੰ ਡੈਡੀਕੇਟ ਕਰਦੇ ਰਹੀਏ ਤਾਂ ਕਿ ਪੰਜਾਬ ਕਿਸੇ ਪਾਸੇ ਲੱਗ ਸਕੇ। ਬਹੁਤ ਕੁਝ ਵਾਪਰ ਰਿਹਾ ਆ, ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਆ, ਬੜੀਆਂ ਪਲੈਨਿੰਗਾਂ ਚੱਲ ਰਹੀਆਂ ਆ। ਏਜੰਸੀਆਂ ਨੇ ਆਪਣਾ ਕੰਮ ਕਰਨਾ ਹੁੰਦਾ ਆ। ਅਸੀਂ ਸੁਹਿਰਦ ਹੋਈਏ, ਅਸੀਂ ਸਮਝੀਏ ਉਹਨਾਂ ਦੀਆਂ ਚਾਲਾਂ ਨੂੰ ਤਾਂ ਕਿ ਹਰ 5 ਸਾਲ ਬਾਅਦ ਨਾ ਉਹਨਾਂ ਦੀਆਂ ਚਾਲਾਂ 'ਚ ਫਸੀ ਜਾਈਏ। ਸੋ ਇੱਕ ਇਹੋ ਜਿਹੀ ਜਥੇਬੰਦੀ ਹੋਣ ਚਾਹੀਦੀ ਆ ਜਿਨ੍ਹਾਂ ਦੀ ਕੋਸ਼ਿਸ਼ ਆ ਕਿ ਕੁਛ ਬੁੱਧੀਜੀਵੀ, ਕੁਛ ਸਿਆਣੇ ਬੰਦੇ, ਕੁਛ ਪੰਜਾਬ ਦਾ ਦਰਦ ਰੱਖਣ ਵਾਲੇ ਬੰਦੇ ਇਕੱਠੇ ਕਰਕੇ ਇੱਕ ਇਹੋ ਜਿਹਾ ਪ੍ਰੈਸ਼ਰ ਗਰੁੱਪ ਕ੍ਰੀਏਟ ਕੀਤਾ ਜਾਵੇ ਜਿਹਦਾ ਡੰਡਾ ਹਮੇਸ਼ਾ ਰਾਜਨੀਤਿਕ ਪਾਰਟੀਆਂ ਦੇ ਉੱਪਰ ਹੋਵੇ। ਥੋੜ੍ਹਾ ਜਿਹਾ ਲੋਕਾਂ 'ਚ ਕਨਫਿਊਜ਼ਨ ਸੀ ਵੀ ਕੀ ਹੈ, ਇੱਕ ਨਵੀਂ ਰਾਜਨੀਤਿਕ ਪਾਰਟੀ ਬਣ ਰਹੀ ਆ ਜੂਝਦਾ ਪੰਜਾਬ, ਕੀ ਇਲੈਕਸ਼ਨ ਲੜੂਗੇ ਜਾਂ ਇਹ ਕੀ ਆ। ਸੋ ਉਹਦੇ ਸਾਰੇ ਸਵਾਲਾਂ ਦੇ ਤੁਹਾਨੂੰ ਅੱਜ ਜਵਾਬ ਮਿਲੂਗੇ ਕਿ ਜੂਝਦਾ ਪੰਜਾਬ ਹੈ ਕੀ ਆ, ਕਿਉਂ ਹੋਂਦ ਚਾਹੀ, ਉਹਨਾਂ ਦਾ ਮੇਨ ਮਕਸਦ ਕੀ ਆ, ਕੀ ਕਰੂਗੇ, ਕਿਵੇਂ ਰਾਜਨੀਤੀ ਵਿੱਚ ਜਿਹੜੇ ਬੰਦੇ ਆ ਰਹੇ ਆ ਉਹ ਡਿਸਾਈਡ ਕਰੂਗੇ ਕੌਣ ਸਹੀ ਆ ਕੌਣ ਗਲਤ ਆ, ਕੀ ਉਹ ਸਾਨੂੰ 117 ਸੀਟਾਂ ਉੱਤੇ ਬੰਦੇ ਦਊਗੇ ਜਾਂ ਦੱਸੂਗੇ ਵੀ ਕਿਹਨੂੰ ਵੋਟ ਪਾਓ। ਸੋ ਆਪਾਂ ਸਾਰੀ ਗੱਲਬਾਤ ਜੂਝਦਾ ਪੰਜਾਬ ਦੇ ਇੱਕ ਅਹਿਮ ਮੈਂਬਰ ਸਰਦਾਰ ਹਮੀਰ ਸਿੰਘ ਉਹਨਾਂ ਨਾਲ ਕਰਾਂਗੇ। ਤੁਸੀਂ ਉਹਨਾਂ ਨੂੰ ਬਹੁਤ ਸੁਣਿਆ ਆ, ਅਸੀਂ ਵੀ ਬਹੁਤ ਸੁਣਦੇ ਹਾਂ। ਉਹਨਾਂ ਦੇ ਜੋ ਵੀ ਉਹ ਲਿਖਦੇ ਆ ਜਾਂ ਜੋ ਬੋਲਦੇ ਆ ਵੱਖਰੇ ਵੱਖਰੇ ਚੈਨਲਾਂ 'ਤੇ ਜਾਂ ਮੀਡੀਆ ਵਿੱਚ, ਉਹ ਵਾਕਿਆ ਹੀ ਪੜ੍ਹਨ ਵਾਲਾ ਹੁੰਦਾ, ਅੰਦਰੋਂ ਦਰਦ ਝਲਕਦਾ ਆ। ਬਹੁਤ ਸਾਰੇ ਉਹਨਾਂ ਵਰਗੇ ਹੋਰ ਸੁਹਿਰਦ ਬੰਦੇ ਪੰਜਾਬ ਦਾ ਦਰਦ ਲੈ ਕੇ ਚੱਲੇ ਹੋਏ ਆ।
ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਪ੍ਰਮੋਟ ਕਰੀਏ, ਉਹਨਾਂ ਨੂੰ ਸਾਹਮਣੇ ਲੈ ਕੇ ਆਈਏ, ਉਹਨਾਂ ਦੀ ਗੱਲ ਸੁਣੀਏ। ਹਾਂਜੀ ਜਗਮੋਹਨ ਸਿੰਘ ਜੀ। ਹਾਂਜੀ ਬਿਲਕੁਲ ਜੀ। ਜੀ ਆਇਆਂ ਜਿਹੜੇ ਦਰਸ਼ਕ ਸਾਨੂੰ ਗੁਰਮਤ ਟੀਵੀ, ਦੇਸੀ ਚੈਨਲ, ਪਿਓਰ ਪੰਜਾਬੀ ਟੀਵੀ, ਸਾਂਝੀ ਸੋਚ ਟੀਵੀ, STVM YouTube ਚੈਨਲ, ਸੱਚ ਦੀ ਖੋਜ ਪੇਜ ਫੇਸਬੁੱਕ ਪੇਜ, ਦੇਸੀ ਚੈਨਲ ਫੇਸਬੁੱਕ ਦੀ ਪੇਜ ਤੇ ਗੁਰਮਤ ਟੀਵੀ ਫੇਸਬੁੱਕ ਪੇਜ ਤੇ ਲਾਈਵ ਦੇਖ ਰਹੇ ਉਹਨਾਂ ਸਰੋਤਿਆਂ ਦਾ ਜੀ ਆਇਆਂ ਜਿਹੜੇ ਐਪ ਦੇ ਥਰੂ ਸਾਨੂੰ ਐਜ਼ ਏ ਆਡੀਓ ਸੁਣਦੇ ਆ ਜਾਂ ਬਾਅਦ ਵਿੱਚ ਇਹਦੀਆਂ ਆਡੀਓ ਬਣਾਈਆਂ ਜਾਂਦੀਆਂ WhatsApp ਗਰੁੱਪਾਂ ਦੇ ਵਿੱਚ ਭੇਜੀਆਂ ਜਾਂਦੀਆਂ, ਉਹਨਾਂ ਸਾਰਿਆਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ। ਅੱਜ 5 ਪੋਹ 553 ਸੰਮਤ ਮੂਲ ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਅਨੁਸਾਰ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਜਾਂ ਸਾਡਾ ਚੈਨਲ ਆ, ਤੇ ਇੱਕੋ ਪੰਥ, ਇੱਕ ਗ੍ਰੰਥ ਤੇ ਇੱਕ ਮੂਲ ਨਾਨਕਸ਼ਾਹੀ ਕੈਲੰਡਰ ਜੋ ਪਾਲ ਸਿੰਘ ਪੁਰੇਵਾਲ ਹੋਣਾ ਬਣਾਇਆ ਸੀ, ਉਹਨੂੰ ਸਮਰਪਿਤ ਆ। ਸਿੱਖਾਂ ਦੀ ਵੱਖਰੀ ਪਹਿਚਾਣ ਮੂਲ ਨਾਨਕਸ਼ਾਹੀ ਕੈਲੰਡਰ। ਸੋ ਸਭ ਤੋਂ ਤਾਂ ਪਹਿਲਾਂ ਆਪਾਂ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਵੱਖ-ਵੱਖ ਸ਼ਖਸੀਅਤਾਂ ਰੂਬਰੂ ਕੀਤੀਆਂ ਜਾਣ ਤੁਹਾਡੇ, ਉਸ ਲੜੀ ਦੇ ਵਿੱਚ ਸਰਦਾਰ ਹਮੀਰ ਸਿੰਘ ਹੁਣਾਂ ਨੂੰ ਅਸੀਂ ਲੈ ਕੇ ਆਏ ਹਾਂ, ਜਿਨ੍ਹਾਂ ਨੇ ਜੂਝਦਾ ਪੰਜਾਬ ਬਣਾਈ ਆ ਇੱਕ ਸੰਸਥਾ, ਜਿਹੜੀ ਕਿ ਪ੍ਰੈਸ਼ਰ ਗਰੁੱਪ ਦੇ ਵਾਂਗ ਕੰਮ ਕਰੂਗੀ। ਹੁਣ ਆਪਾਂ ਇਹ ਦੇਖਣਾ ਵੀ ਇਹ ਕਿੱਦਾਂ ਪ੍ਰੈਸ਼ਰ ਗਰੁੱਪ ਤਿਆਰ ਹੋਇਆ, ਕੀ ਹੋਇਆ ਇਹਦੇ ਵਿੱਚ, ਇਹਦੇ ਬਾਰੇ ਹੋਰ ਜਾਣਕਾਰੀ ਲਵਾਂਗੇ। ਪਹਿਲਾ ਸਵਾਲ ਹੈ ਸਰਦਾਰ ਹਮੀਰ ਸਿੰਘ ਨੂੰ ਕਿ ਜੂਝਦਾ ਪੰਜਾਬ ਕੀ ਆ, ਇਹਦਾ ਆਈਡੀਆ ਕੀ ਸੀ ਔਰ ਕਿੱਥੋਂ ਇਹਦਾ ਆਈਡੀਆ ਆਇਆ, ਤੇ ਇਹਦੇ ਵਿੱਚ ਤੁਸੀਂ ਇਹਦਾ ਮੇਨ ਜੂਝਦਾ ਪੰਜਾਬ ਕਿਵੇਂ ਬਣੀ ਆ, ਇਹਦੇ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦਿਓ। ਅਸਲ ਦੇ ਵਿੱਚ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਕਾਫੀ ਲੰਮੇ ਸਮੇਂ ਤੋਂ ਗੰਭੀਰ ਸੰਕਟ ਦੇ ਵਿੱਚ ਦਿਖਾਈ ਦੇ ਰਿਹਾ, ਵੱਖ-ਵੱਖ ਪੱਖਾਂ ਤੋਂ। ਉਹ ਵਾਤਾਵਰਣ ਦਾ ਸੰਕਟ ਵੀ ਹੈ, ਸਿਹਤ ਦਾ ਵੀ ਹੈ, ਸਿੱਖਿਆ ਦਾ, ਰੁਜ਼ਗਾਰ ਦਾ, ਖੇਤੀਬਾੜੀ ਦਾ, ਵੱਖ-ਵੱਖ ਕਿੰਨੇ ਚੀਜ਼ਾਂ ਗਿਣ ਲਓ ਤੇ ਪੰਜਾਬ ਲਗਭਗ ਇਹ ਕਿਹਾ ਜਾਂਦਾ ਕਿ ਇੱਕ ਚੌਤਰਫਾ ਸੰਕਟ ਦੇ ਵਿੱਚ ਹੈ। ਤੇ ਲੋਕਾਂ ਨੇ ਸਿਆਸੀ ਤੌਰ ਤੇ ਕੋਸ਼ਿਸ਼ਾਂ ਵੀ ਕੀਤੀਆਂ, ਚਾਹੇ ਉਹ ਮਨਪ੍ਰੀਤ ਦੀ ਪਾਰਟੀ ਤੋਂ ਲੈ ਕੇ ਫਿਰ ਆਮ ਆਦਮੀ ਪਾਰਟੀ ਦਾ ਵਰਤਾਰਾ ਆ ਗਿਆ। ਫਿਰ ਇਨ ਦੀ ਮੇਨ ਟਾਈਮ ਸਾਡੇ ਸਾਹਮਣੇ ਇੱਕ ਬੜਾ ਕਿਸਾਨ ਅੰਦੋਲਨ ਆਉਂਦਾ, ਜਿਹੜਾ ਕਿਸਾਨ ਅੰਦੋਲਨ ਉਸ ਲੈਵਲ ਦੀ ਇਕੱਲਾ ਮਤਲਬ ਇਲੈਕਟੋਰਲ ਪੋਲਿਟਿਕਸ ਦੇ ਵਿੱਚੋਂ ਹੀ ਕੁਝ ਨਹੀਂ ਕੱਢਣਾ ਚਾਹੁੰਦਾ, ਉਹ ਲੜਾਈ ਲੜਦਾ ਆ ਕੇ ਮੈਦਾਨ ਦੇ ਵਿੱਚ ਇੱਕ ਕੁਝ ਇਸ਼ੂ ਨੂੰ ਲੈ ਕੇ, ਕੁਝ ਮੁੱਦਿਆਂ ਨੂੰ ਲੈ ਕੇ। ਇਹ ਕਿਸਾਨ ਅੰਦੋਲਨ 3 ਬਿੱਲਾਂ ਨੂੰ ਲੈ ਕੇ ਤੇ ਇੱਕ ਘੱਟੋ ਘੱਟ ਖਰੀਦ ਦੀ ਗਰੰਟੀ ਜਿਹੜੀ ਹੈ, ਕਾਨੂੰਨੀ ਗਰੰਟੀ ਲੈਣ ਵਾਸਤੇ ਫਸਲਾਂ ਦੀ ਖਰੀਦ ਦੀ, ਭਾਵੇਂ ਉੱਥੇ ਤੱਕ ਸੀ ਪਰ ਇਹਦਾ ਔਰਾ ਤੇ ਇਹਦਾ ਜਿਹੜਾ ਆਭਾ ਮੰਡਲ ਆ ਉੱਥੇ ਤੱਕ ਨਹੀਂ ਰਿਹਾ, ਬਹੁਤ ਦੂਰ ਤੱਕ ਫੈਲਿਆ। ਇਹਦੇ ਨਾਲ ਪਛਾੜ ਦੇ ਸਵਾਲ ਵੀ ਜੁੜੇ, ਇਹਦੇ ਨਾਲ ਅਗਲੇ ਜਿਹੜੇ ਸਿਆਸੀ ਸਵਾਲ ਵੀ ਜੁੜੇ, ਇਹਦੇ ਨਾਲ ਵੱਖ-ਵੱਖ ਟਾਈਪ ਦੇ ਸਮਾਜਿਕ ਸਰੋਕਾਰਾਂ ਨਾਲ ਰੱਖਣ ਵਾਲੇ ਲੋਕ, ਉਹ ਸਾਰੇ ਵੀ ਅੱਗੇ ਤੋਂ ਅੱਗੇ ਕਹਿੰਦੇ ਰਹੇ। ਇਸ ਪੂਰੇ ਸਾਲ ਦੇ ਦੌਰਾਨ ਵੀ ਇੱਕ ਡਿਬੇਟ ਚੱਲਦੀ ਰਹੀ, ਕੁਝ ਲੋਕ ਇਹ ਸਵਾਲ ਉਠਾਉਂਦੇ ਰਹੇ ਕਿ ਜੇ ਬਿੱਲ ਵਾਪਸ ਵੀ ਹੋ ਜਾਣਗੇ ਫਿਰ ਅਸੀਂ ਕਿੱਥੇ ਜਾਵਾਂਗੇ, ਫਿਰ ਉੱਥੇ ਹੀ ਆ ਜਾਵਾਂਗੇ 5 ਜੂਨ 2020 ਵਾਲੀ ਹਾਲਤ 'ਚ ਨਵਾਂ ਕੀ ਮਿਲੂਗਾ। ਇਹੋ ਜਿਹੇ ਕੁਐਸਚਨ ਕਿਸਾਨ ਅੰਦੋਲਨ ਦੇ ਦੌਰਾਨ ਉੱਠਦੇ ਰਹੇ ਨੇ। ਹਾਲਾਂਕਿ ਉਦੋਂ ਜਿਹੜੇ ਲੋਕ ਇਹੋ ਜਿਹੇ ਸਵਾਲ ਉਠਾਉਂਦੇ ਰਹੇ ਉਹ ਕਿਸੇ ਹੋਰ ਨੀਅਤ ਦੇ ਵਿੱਚੋਂ ਉਠਾਉਂਦੇ ਰਹੇ। ਉਦੋਂ ਤਾਂ ਉਹ ਲੜਾਈ ਸੀ, ਉਸੇ ਲੜਾਈ ਨੂੰ ਸਪੋਰਟ ਕਰਨਾ ਸਭ ਤੋਂ ਵੱਡੀ ਗੱਲ ਬਣਦੀ ਸੀ ਸਾਰੇ ਲੋਕਾਂ ਦੀ। ਤੇ ਜਦੋਂ ਚੱਲਦੇ ਉਹ ਸਵਾਲਾਂ ਦੇ ਉੱਤੇ ਮਤਲਬ ਬੈਕਗਰਾਉਂਡ ਦੇ ਵਿੱਚ ਕੰਮ ਹੋਣਾ ਬੜਾ ਜ਼ਰੂਰੀ ਹੈ। ਜਿਹੜੇ ਵੀ ਚੀਜ਼ ਕਿ ਅਸੀਂ ਜੇ ਕਿਸਾਨ ਅੰਦੋਲਨ ਚੋਂ ਜਿੱਤ ਕੇ ਜਾਂਦੇ ਹਾਂ ਤਾਂ ਅਗਲੇ ਜਿਹੜੇ ਸਵਾਲ ਸਾਨੂੰ ਫੇਸ ਕਰਨੇ ਪੈਣਗੇ ਤਾਂ ਉਹਨਾਂ ਦਾ ਵੀ ਸਾਡੇ ਕੋਲ ਕੋਈ ਨਾ ਕੋਈ ਜਵਾਬ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਉਸ ਸਾਰੇ ਮਾਮਲੇ ਦੇ ਵਿੱਚ ਜਾ ਕੇ। ਤੇ ਇਸ ਕਿਸਾਨ ਅੰਦੋਲਨ ਨੇ ਸਾਨੂੰ ਭਰੋਸਾ ਦਿੱਤਾ ਹੈ, ਉਮੀਦ ਦਿੱਤੀ ਹੈ ਤੇ ਬਹੁਤ ਵੱਡਾ ਇੱਕ ਭਾਈਚਾਰਾ ਦਿੱਤਾ ਹੈ ਤੇ ਅਗਲੇ ਭਵਿੱਖ ਦੇ ਲਈ ਸੋਚਣ ਦਾ ਇੱਕ ਮਤਲਬ ਸਵਾਲ ਕਰਨ ਦਾ ਲੋਕਾਂ ਤੇ, ਹੁਕਮਰਾਨਾਂ ਤੇ, ਬਾਕੀ ਲੋਕਾਂ ਤੇ ਇੱਕ ਤਰੀਕਾਕਾਰ ਵੀ ਦਿੱਤਾ ਹੈ। ਤੇ ਇਹਨੇ ਜੋੜਿਆ ਬਹੁਤ ਸਾਰੇ ਲੋਕਾਂ ਨੂੰ ਜੋੜਿਆ ਤੇ ਦਿਮਾਗਾਂ ਨੂੰ ਵੀ ਜੋੜਿਆ। ਤਾਂ ਉਸ ਅੰਦੋਲਨ ਦੇ ਦੌਰਾਨ ਹੀ ਕਾਫੀ ਸੱਜਣ ਜਾਂਦੇ ਰਹੇ ਨੇ ਉਸ ਅੰਦੋਲਨ 'ਚ ਜੀ ਜਾਨ ਨਾਲ, ਆਪੋ ਆਪਣੇ ਸੋਭਿਆਂ ਤੋਂ, ਆਪੋ ਆਪਣੇ ਤਰੀਕੇ ਦੇ ਨਾਲ, ਜਿਨ੍ਹਾਂ ਨੇ ਅੰਦੋਲਨ 'ਚ ਕੋਈ ਵਿਗਾੜ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਹਨੂੰ ਹਰ ਹੀਲੇ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਉਹਨਾਂ ਨੇ ਇੱਕ ਪਿਛਲੇ ਲਗਭਗ 3-4 ਮਹੀਨਿਆਂ ਤੋਂ ਖਾਸ ਤੌਰ ਤੇ ਜਨਰਲੀ ਆਮ ਤੌਰ ਤੇ ਲਗਾਤਾਰ ਜਦੋਂ ਤੋਂ ਅੰਦੋਲਨ ਚੱਲਿਆ ਇਹ ਗੱਲ ਹੁੰਦੀ ਰਹੀ ਵੀ ਸੋਚਣਾ ਚਾਹੀਦਾ, ਕੁਝ ਅਧਿਐਨ ਵੀ ਕਰਨਾ ਚਾਹੀਦਾ, ਵੱਖ-ਵੱਖ ਖੇਤਰਾਂ ਦੇ ਮਾਹਰਾਂ ਨੂੰ ਮਿਲਾ ਕੇ ਕੋਈ ਨਾ ਕੋਈ ਇਹੋ ਜਿਹਾ ਇੱਕ ਖਾਕਾ ਵੀ ਤਿਆਰ ਕਰਨਾ ਚਾਹੀਦਾ
ਤੇ ਇਹ ਉਹ ਜਿਹੜੀ ਟੀਮ 15 ਬੰਦਿਆਂ ਦੀ ਤੁਸੀਂ ਜਿਹੜਾ ਇਹਦੇ ਚ ਜੂਝਦਾ ਪੰਜਾਬ ਚ ਦੇਖਦੇ ਹੋ ਵੀ ਆਹ ਚਿਹਰੇ ਹੈਗੇ ਨੇ ਫਿਲਹਾਲ ਅਜੇ ਕੱਲੇ ਨਹੀਂ, ਇੱਕ ਕੋਰ ਗਰੁੱਪ ਜਿਹਾ। ਇਹਦੇ ਤੋਂ ਬਿਨਾਂ ਬਹੁਤ ਸਾਰੇ ਵਿਦਵਾਨਾਂ ਨਾਲ ਹੋਰ ਚਰਚਾ ਹੋਈ, ਜਿਵੇਂ ਅਰਥ ਸ਼ਾਸਤਰ ਦੇ ਵਿਦਵਾਨ ਸੀਗੇ ਉਹਨਾਂ ਨਾਲ ਕਈਆਂ ਨਾਲ ਹੋਈ। ਡਾਕਟਰ ਸੁੱਚਾ ਸਿੰਘ ਗਿੱਲ ਨੇ ਵੀ ਲਿਖਿਆ, ਡਾਕਟਰ ਗਿਆਨ ਸਿੰਘ ਨੇ ਵੀ ਲਿਖਿਆ, ਉਹਦੇ ਲਈ ਉਹਨਾਂ ਤੋਂ ਲਿਖਵਾਇਆ। ਬਿਜਲੀ ਤੇ ਬਲਦੇਵ ਸਿੰਘ ਸਰਾਮ ਵਰਗੇ ਬੰਦੇ ਸੀ, ਉਹਨਾਂ ਤੋਂ ਲਿਖਾਇਆ। ਵੱਖ-ਵੱਖ ਕਿਸਮ ਦੇ ਜਿੰਨੇ ਵੀ ਫੀਲਡ ਸੀ ਉਹਨੂੰ ਕਿਹਾ ਕਿ ਸਾਨੂੰ ਕੁਝ ਲਿਖ ਕੇ ਭੇਜੋ ਤੁਸੀਂ, ਤਾਂ ਕਿ ਜੋ ਤੁਸੀਂ ਮਹਿਸੂਸ ਕਰਦੇ ਹੋ ਪੰਜਾਬ ਦੇ ਵਿੱਚ ਕੀ ਹੋਵੇ, ਇੱਕ ਏਜੰਡਾ ਇਹੋ ਜਿਹਾ ਖਾਕਾ ਤਿਆਰ ਹੋਵੇ। ਇਹ ਜਿਹੜੇ ਸਾਰੇ ਸੱਜਣ ਬੈਠਦੇ ਰਹੇ ਜਿਹੜੇ ਉਸ ਮਾਮਲੇ ਦੇ ਵਿੱਚ ਗਰੁੱਪ ਦੇ ਤੌਰ ਤੇ, ਉਹਨਾਂ ਦਾ ਨਾਮ ਸਾਹਮਣੇ ਇਸ ਲੈਵਲ ਤੇ ਆਇਆ ਕਿਉਂਕਿ ਇਕੱਠੇ ਹੋ ਕੇ ਉਹਨਾਂ ਤੇ ਚਰਚਾ ਕਰਦੇ ਰਹੇ ਉਹ ਸਾਰੇ ਮੁੱਦਿਆਂ ਤੇ। ਜਿਹੜਾ ਵੀ ਆਉਂਦਾ ਸੀ ਕਿਸੇ ਵਿਦਵਾਨ ਦਾ ਕੋਈ ਲਿਖਿਆ ਹੋਇਆ, ਚਾਹੇ ਉਹ ਆਕਸਫੋਰਡ ਵਾਲੇ ਡਾਕਟਰ ਪ੍ਰੀਤਮ ਸਿੰਘ ਉਹਨਾਂ ਤੋਂ ਮੰਗਵਾਇਆ, ਤੁਸੀਂ ਦੱਸੋ ਕੀ ਹੋਣਾ ਚਾਹੀਦਾ, ਅਲੱਗ-ਅਲੱਗ, ਚਾਹੇ ਸਪੋਰਟਸ ਦੇ ਵਿੱਚ ਜਿਹੜੇ ਕੋਈ ਵੱਡੇ ਬੰਦੇ ਦਿਖਾਈ ਦਿੰਦੇ ਸੀ ਉਹਨਾਂ ਤੋਂ। ਫਿਰ ਇਹਦਾ ਸੀਗਾ ਵੀ ਕੀ ਕੀਤਾ ਜਾਏ। ਫਿਰ ਇਹ ਇੱਕ ਏਜੰਡਾ ਪ੍ਰਪੇਅਰ ਹੋ ਗਿਆ। ਮੰਨ ਲਓ ਇਹ 32 ਪੁਆਇੰਟ ਨੇ ਜਿਹੜੇ, ਇਹ ਸੰਖੇਪ ਹੈ। ਇਹਦਾ ਡਿਟੇਲ ਏਜੰਡਾ ਇਹਦੇ ਵੈਬਸਾਈਟ ਤੇ ਹੋਵੇਗਾ, ਜਿਹੜੇ ਡਿਟੇਲ ਪੁਆਇੰਟ ਲਿਖੇ ਨੇ ਸਭ ਨੇ, ਉਹਦੇ ਚੋਂ ਇਹਦੇ ਚ ਕੁਝ ਕੱਢ ਲਏ, ਮਤਲਬ ਹਰੇਕ ਏਜੰਡੇ ਚੋਂ 2 ਕੱਢ ਲਏ। ਮੰਨ ਲਓ ਹਜੇ ਫਿਲਹਾਲ 2 ਆਪਾਂ ਪਬਲਿਕਲੀ ਸਾਹਮਣੇ ਲਿਆਉਣੇ, ਬਾਕੀ ਉੱਥੇ ਪੜ੍ਹ ਲੈਣਗੇ ਜਾ ਕੇ। ਇਹਦਾ ਲਿੰਕ ਜਿਹੜਾ ਵੈਬਸਾਈਟ ਤੇ ਦਿੱਤਾ ਜਾਏਗਾ, ਉਹਦੇ ਚੋਂ ਫਿਰ ਇਹ ਆਇਆ ਵੀ ਫਿਰ ਇਹਨੂੰ ਅੱਗੇ ਲਿਜਾਣ ਲਈ ਤਾਂ ਕੋਈ ਸੰਸਥਾ ਵੀ ਚਾਹੀਦੀ ਹੈ। ਇੰਡੀਵਿਜੂਅਲ ਬੰਦੇ ਤਾਂ ਇਹ ਨਹੀਂ ਕੰਮ ਕਰ ਸਕਦੇ। ਉਹ ਸੰਸਥਾ ਦਾ ਰੂਪ ਕੀ ਹੋਵੇ, ਉਹ ਕਿਵੇਂ ਜਾਏ, ਕਿਹਦੇ ਥਰੂ ਜਾਏ। ਫਿਰ ਇਹ ਇੱਕ ਬੈਠ ਕੇ ਇੱਕ ਫੈਸਲਾ ਹੋਇਆ ਕਿ ਇੱਕ ਇਸ ਲੈਵਲ ਦੀ ਸਿਵਲ ਸੁਸਾਇਟੀ ਵਰਗੀ ਇੱਕ ਸੰਸਥਾ ਹੋਣੀ ਚਾਹੀਦੀ ਹੈ, ਜਿਹੜੇ ਦੇ ਬੰਦੇ ਆਪ ਡਾਇਰੈਕਟ ਇਲੈਕਸ਼ਨ ਦੇ ਵਿੱਚ ਨਹੀਂ ਜਾਣਗੇ, ਉਹ ਵਾਚਡੌਗ ਦਾ ਕੰਮ ਕਰਨਗੇ ਤੇ ਆਪਣੇ ਏਜੰਡੇ ਨੂੰ ਪਪੂਲਰ ਕਰਕੇ ਜਵਾਬਦੇਹ ਬਣਾਉਣਗੇ ਸਿਆਸਤ ਨੂੰ ਪ੍ਰਭਾਵਿਤ ਕਰਨਗੇ, ਪਰ ਆਪ ਸਿਆਸਤ ਦੇ ਪਲੇਅਰ ਨਹੀਂ ਹੋਣਗੇ, ਮਤਲਬ ਇਲੈਕਟੋਰਲ ਸਿਆਸਤ ਦੇ ਪਲੇਅਰ ਨਹੀਂ ਹੋਣਗੇ। ਇਹਦੇ ਚ ਫਿਰ ਇਹ ਸਾਰੇ ਬੰਦੇ ਸੀ। ਕੁਝ ਬੰਦੇ ਇਹੋ ਜਿਹੇ ਜਿਨ੍ਹਾਂ ਦਾ ਜਦੋਂ ਆਪਾਂ ਕਹਿੰਦੇ ਸੈਲੀਬ੍ਰਿਟੀ ਨੇ, ਜਿਵੇਂ ਅਮਤੋਜ ਮਾਨ ਹੈ ਜਿਹਨੇ ਹਵਾਏ ਵਰਗੀ ਫਿਲਮ ਉਦੋਂ ਬਣਾਈ, ਜਿਹੜਾ ਕਤਲੇਆਮ ਹੋਇਆ ਸੀ ਪੰਜਾਬ ਚ, ਉਹਦੇ ਤੇ। ਫਿਰ ਕਾਫਲਾ ਵਰਗੀ ਇਲੀਗਲ ਮਾਈਗ੍ਰੇਸ਼ਨ ਤੇ ਫਿਲਮ ਬਣਾਈ। ਕਈ ਉਹ ਫਿਲਮ ਡਾਇਰੈਕਟਰ ਉਹ ਨੇ। ਬੱਬੂ ਮਾਨ ਪਾਪੂਲਰ ਸਿੰਗਰ ਹੈ ਜਿਹੜਾ, ਉਸ ਲੈਵਲ ਤੇ ਉਹ ਵੀ ਗਿਆ। ਔਰ ਦੂਜਿਆਂ ਨਾਲੋਂ ਫਰਕ ਇਹ ਲੱਗਿਆ ਕਿ ਬੱਬੂ ਮਾਨ ਨੇ ਉੱਥੇ ਗੀਤ ਨਹੀਂ ਗਾਏ, ਪੂਰੇ ਅੰਦੋਲਨ ਜਾ ਕੇ ਬੈਠਦਾ ਰਿਹਾ, 2 ਮਿੰਟ ਆਪਣੀ ਗੱਲ ਕਰਦਾ ਰਿਹਾ ਕਿ ਮੈਂ ਇੱਥੇ ਅਜੇ ਸਿੱਖਣ ਸਿਖਾਉਣ ਹੀ ਆਇਆ ਤੇ ਗੀਤ ਆਪਾਂ ਗਾਉਂਦੇ ਰਹਾਂਗੇ ਬਾਅਦ ਦੇ ਵਿੱਚ ਹੋਰਾਂ ਮਾਮਲਿਆਂ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਰੁਸਤਮੇ ਹਿੰਦ ਹੈ, ਜਿਹੜੇ ਮਤਲਬ ਜੱਸਾ ਪੱਟੀ ਜਿਹਨੇ ਮਲੇਸ਼ੀਆ ਦੇ ਵਿੱਚ ਇੱਕ ਵਾਰ ਹੋਇਆ ਸੀਗਾ ਕਿ ਟੋਪਾ ਲਾ ਕੇ ਲੜੋ, ਤੇ ਉਹਨੇ ਜਵਾਬ ਦਿੱਤਾ ਸੀ ਕਿ ਮੈਂ ਨਹੀਂ, ਮੇਰੀ ਪਛਾਣ ਦਾ ਮੁੱਦਾ ਇਹ। ਤੇ ਉਹ ਸਪੋਰਟਸ ਦੇ ਐਂਗਲ ਤੋਂ ਇਹਦੇ ਚ ਇਨਵੋਲਵ ਰਹੇ ਕਿ ਸਪੋਰਟਸ ਅਸੀਂ ਕਿਵੇਂ ਕਰ ਸਕਦੇ ਹਾਂ, ਨਸ਼ਿਆਂ ਨੂੰ, ਗੈਂਗਸਟਰ ਨੂੰ, ਹੋਰ ਸਾਰੀਆਂ ਚੀਜ਼ਾਂ ਕਿਵੇਂ ਬਦਲਣੀਆਂ ਨੇ। ਖੇਤੀਬਾੜੀ ਦੇ ਸਾਡੇ ਕੋਲ 2 ਵੱਡੇ ਬਾਹਰ, ਦਵਿੰਦਰ ਸ਼ਰਮਾ ਨੂੰ ਅਸੀਂ ਆਪਾਂ ਸਾਰੇ ਹੀ ਸੁਣਦੇ ਆ ਬੜੇ ਲੰਬੇ ਸਮੇਂ ਤੋਂ, ਅੱਜ ਤੋਂ ਨਹੀਂ, ਖੇਤੀਬਾੜੀ ਦੇ ਸੈਟਅਪ ਦੇ ਵਿੱਚ। ਦੂਜੇ ਇੱਕ ਡਾਕਟਰ ਬਲਵਿੰਦਰ ਸਿੱਧੂ ਨੇ, ਜਿਹੜੇ ਹੁਣ ਤੱਕ ਪਿਛਲੇ ਸਮੇਂ ਤੱਕ ਉਹ ਕਮਿਸ਼ਨਰ ਐਗਰੀਕਲਚਰ ਰਹੇ ਤੇ ਫਾਰਮਰ ਕਮਿਸ਼ਨ ਦੇ ਮੈਂਬਰ ਸੈਕਟਰੀ। ਪਿਛਲੇ ਉਹ ਪਹਿਲਾਂ ਬੈਕਡੋਰ ਸੀਗੇ, ਪਰ ਹੁਣ ਪਿਛਲੇ 15 ਦਿਨਾਂ ਤੋਂ ਅਸਤੀਫਾ ਦੇ ਕੇ ਉਹ ਮਤਲਬ ਉਹ ਸਿੱਧੇ ਤੌਰ ਦੇ ਉੱਤੇ ਉਸ ਗੱਲ ਨੂੰ ਕਰਨ ਲਈ ਆਏ ਨੇ ਕਿ ਨਹੀਂ, ਖੇਤੀ ਤੇ ਸਾਨੂੰ ਆਹ ਕਰਨਾ ਚਾਹੀਦਾ। ਸਰਕਾਰਾਂ ਕੋਲ ਜਿਹੜੀਆਂ ਪਾਲਿਸੀਆਂ ਪਈਆਂ ਨੇ ਉਹਨੂੰ ਇੰਪਲੀਮੈਂਟ ਨਹੀਂ ਕਰਦੇ, ਉਹ ਡਰਾਫਟ ਹੀ ਪਏ ਨੇ, ਇਹ ਪਬਲਿਕ ਡੋਮੇਨ ਚ ਜਾਣੇ ਚਾਹੀਦੇ ਨੇ। ਇਹੋ ਜਿਹੇ ਸਰਬਜੀਤ ਧਾਲੀਵਾਲ ਨੇ, ਜਿਹੜੇ ਟ੍ਰਿਬਿਊਨ ਦੇ ਬਿਊਰੋ ਚੀਫ ਰਹੇ ਨੇ ਪਹਿਲਾਂ ਅੰਗਰੇਜ਼ੀ ਦੇ, ਤੇ ਉਹ ਸੀਨੀਅਰ ਜਰਨਲਿਸਟ ਨੇ, ਉਸ ਪੱਧਰ ਦੇ ਬੰਦੇ ਆਏ ਨੇ। ਮਤਲਬ ਸਾਰੇ ਇਸ ਲੈਵਲ ਦੀਆਂ ਬੈਕਗ੍ਰਾਉਂਡ ਚੋਂ ਕੁਝ ਬੰਦੇ। ਰਮਨਿੰਦਰ ਕੌਰ ਭਾਟੀਆ ਐਕਸਪ੍ਰੈਸ ਤੇ ਟਾਈਮਜ਼ ਆਫ ਇੰਡੀਆ ਦੇ ਵਿੱਚ ਅਸਿਸਟੈਂਟ ਐਡੀਟਰ ਰਹੀ ਪਹਿਲਾਂ, ਤੇ ਫਿਰ ਵਿੱਚ ਉਹਦੀ ਛੱਡ ਗਈ ਸੀ ਪ੍ਰੀਮੈਚੁਰ ਰਿਟਾਇਰਮੈਂਟ ਲੈ ਕੇ। ਪਬਲਿਕ ਬੜੇ ਅੱਛੇ ਜਰਨਲਿਸਟ ਰਿਕਾਰਡ ਹੈ ਉਹਨਾਂ ਦਾ ਪੰਜਾਬ ਦੇ ਵਿੱਚ, ਜਿਹੜੇ ਲੋਕ ਜਾਣਦੇ ਨੇ ਉਸ ਪੱਧਰ ਦੇ ਉੱਤੇ। ਮਤਲਬ ਇੱਕ ਬੈਕਗ੍ਰਾਉਂਡ ਚੋਂ ਇਹੀ ਜੀ ਚੋਂ ਲੋਕ ਆਏ ਜਿਹੜੇ ਟੈਸਟਡ ਲੋਕ ਇੱਕ ਹੱਦ ਤੱਕ ਸੀਗੇ ਪਹਿਲਾਂ ਹੀ, ਜ਼ਰੂਰੀ ਨਹੀਂ ਉਹ ਨਵੇਂ। ਫਿਰ ਇਹਨੇ ਇੱਕ ਰੁਤਬਾ ਬਣਾਇਆ ਵੀ ਆਪਾਂ ਇਹਨੂੰ ਇਕੱਠੇ ਤੌਰ ਤੇ ਉਭਾਰਾਂਗੇ, ਬਾਕੀ ਲੋਕਾਂ ਨੂੰ ਸੱਦਾ ਦੇਵਾਂਗੇ, ਜਿਹੜੇ ਹੋਰ ਲੋਕ ਇਸ ਏਜੰਡੇ ਨਾਲ, ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ, ਚਾਹੇ ਉਹ ਵੱਖ-ਵੱਖ ਟਾਈਪ ਦੇ ਹੋਰ ਬੁੱਧੀਜੀਵੀ ਹੋਣ, ਜਾਂ ਵੱਖ-ਵੱਖ ਜਥੇਬੰਦੀਆਂ ਹੋਣ, ਤੇ ਉਹਨੂੰ ਉਭਾਰਦੇ ਹੋਏ ਪਰਸਨੈਲਿਟੀ, ਚਿਹਰੇ, ਪਾਰਟੀਆਂ ਦੇ ਮੁਕਾਬਲੇ ਏਜੰਡੇ ਦੀ ਸਿਆਸਤ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ, ਜਿਨ੍ਹਾਂ ਕੋਲ ਇਹ ਅਜੇ ਖਰੜ ਹੈ। ਇਹ ਕੋਈ ਅੰਤਮ ਏਜੰਡਾ ਨਹੀਂ ਹੈ, ਇਹ ਇੱਕ ਮੋਟਾ ਜਿਹਾ ਖਾਕਾ ਹੈ। ਇਹਦੇ ਚ ਰਾਇਆਂ ਮੰਗੀਆਂ ਗਈਆਂ ਨੇ, ਕੋਈ ਵੀ ਇਹਦੇ ਚ ਇਨਪੁਟ ਦੇ ਸਕਦੇ ਨੇ ਹੋਰ ਕਿ ਨਹੀਂ ਇਹਦੇ ਚ ਆਹ ਆਉਣਾ ਚਾਹੀਦਾ, ਆਹ ਰਹਿ ਗਿਆ, ਜਾਂ ਆਹ ਗਲਤ ਹੈ, ਜਾਂ ਇਹਨੂੰ ਐ ਹਟਾਉਣਾ ਚਾਹੀਦਾ। ਇਹ ਚਰਚਾ ਲਈ ਏਜੰਡਾ ਹੈ ਪੂਰੇ ਲੋਕਾਂ ਦੇ ਵਾਸਤੇ, ਤਾਂ ਕਿ ਇੱਕ ਗੰਭੀਰ ਸੰਵਾਦ ਚੱਲੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ, ਜਿਹੜੇ ਵੀ ਸਰੋਕਾਰ ਰੱਖਣ ਵਾਲੇ ਲੋਕ ਨੇ, ਤੇ ਉਹਦੇ ਚ ਫਿਰ ਇੱਕ ਚਰਚਾ ਦਾ ਮਾਹੌਲ ਛੜੇ। ਹੁਣ ਇਹਦੀ ਬਜਾਏ ਫਲਾਣੇ ਨੇ, ਨਵਜੋਤ ਸਿੱਧੂ ਨੇ ਚੰਨੀ ਨੂੰ ਕੁਛ ਕਹਿਤਾ, ਚੰਨੀ ਨੇ ਉਹਨੂੰ ਕਹਿਤਾ, ਸੁਖਬੀਰ ਬਾਦਲ ਨੇ ਕੇਜਰੀਵਾਲ ਨੂੰ ਕਹਿਤਾ, ਕੇਜਰੀਵਾਲ ਨੇ ਕੁਝ ਕਹਿਤਾ। ਇੱਕ ਪਾਸੇ ਸਿਆਸਤ ਹੈ, ਮੈਂ 1000 ਰੁਪਇਆ ਪੈਨਸ਼ਨ
ਦੀ ਬਜਾਏ 1000 ਰੁਪਇਆ ਔਰਤਾਂ ਨੂੰ ਦਿਆਂਗਾ, ਦੂਜਾ ਕਹਿੰਦਾ ਮੈਂ 2000 ਦਿਆਂਗਾ, ਇੱਕ ਕਹਿੰਦਾ ਮੈਂ ਆਈਲੈਟਸ ਲਈ ਮਤਲਬ 10 ਲੱਖ ਰੁਪਇਆ ਬਿਨਾਂ ਵਿਆਜ ਦਿਆਂਗਾ, ਦੂਜਾ ਕਹਿੰਦਾ ਸਰਕਾਰੀ ਸ਼ੁਰੂ ਕਰਤਾ। ਇਹਦੇ ਬਜਾਏ ਮਤਲਬ ਜਿਹੜੇ ਸਮੱਸਿਆਵਾਂ ਨੇ ਬੇਸਿਕ ਪੰਜਾਬ ਦੀਆਂ, ਇਹਦੀ ਇੱਕ ਤੁਸੀਂ ਪੜ੍ਹੀ ਹੋਣੀ ਹੈ ਜਿਹੜੀ ਪ੍ਰੈਂਬਲ ਹੈ, ਜਿਹਨੂੰ ਪ੍ਰਸਤਾਵਨਾ ਕਹਿੰਦੇ ਆ 7-8 ਲਾਈਨਾਂ ਦੀ, ਹਾਂਜੀ, ਉਹ ਪੰਜਾਬ ਦਾ ਦਰਦ ਬਿਆਨ ਕਰਦੀ ਹੈ, ਉੱਪਰਲੀ ਪ੍ਰਸਤਾਵਨਾ ਵੀ ਆਹ ਪੰਜਾਬ ਹੈ। ਇਹਦੇ ਚੋਂ ਇਹਨੂੰ ਕੱਢਣ ਦਾ ਕੁਐਸਚਨ ਹੈ। ਅਗਲੇ ਫਿਰ ਪੁਆਇੰਟ ਵਾਈਜ਼ ਉਹਦੇ ਚ ਏਜੰਡੇ ਨੇ ਕਿ ਆਹ ਚੀਜ਼ਾਂ ਹੋ ਸਕਦੀਆਂ ਨੇ, ਜਿਹੜਾ ਇਹਦਾ ਡਿਟੇਲ ਪਰਸਪੈਕਟਿਵ ਹੈ, ਇੱਕ ਸੰਦਰਭ ਹੈ ਉਸ ਗੱਲ ਦੇ ਵਿੱਚ ਕਰਨ ਦੀ। ਤੇ ਨਾਲ ਦੀ ਨਾਲ ਇਹ ਰੱਖਿਆ ਗਿਆ ਕਿ ਇਹਦੇ ਵਿੱਚੋਂ ਇਸ ਗਰੁੱਪ ਚੋਂ ਇਨ ਕੇਸ ਅੱਗੇ ਲਈ ਕੋਈ ਇਲੈਕਟੋਰਲ ਪੋਲਿਟਿਕਸ ਚ ਜਾਣਾ ਚਾਹੁੰਦਾ, ਮੈਂ ਤਾਂ ਲੜਨਾ ਹੈ ਜੀ ਚੋਣ, ਉਹ ਜਾਵੇ, ਪਰ ਫਿਰ ਉਹ ਇਸ ਗਰੁੱਪ ਦਾ ਮੈਂਬਰ ਨਹੀਂ ਰਹੇਗਾ, ਇਸ ਗਰੁੱਪ ਚੋਂ ਰਿਜ਼ਾਈਨ ਕਰਕੇ ਜਾਣਾ ਪਏਗਾ, ਇਸ ਗਰੁੱਪ ਚੋਂ ਮਤਲਬ ਬਾਹਰ ਜਾਣਾ ਪਏਗਾ, ਗਰੁੱਪ ਦਾ ਮੈਂਬਰ ਨਹੀਂ ਬਚੂਗਾ। ਇਹਦੇ ਇਹ ਮੋਟਾ ਜਿਹਾ ਇੱਕ ਆਪਣਾ ਦਾਇਰਾ ਬਣਾਇਆ ਹੈ ਉਸ ਪੱਤਰ ਦੇ ਉੱਤੇ। ਇਹ ਜਿੱਦਣ ਦੀ ਇਹ ਜਥੇਬੰਦੀ ਹੋਣ ਚਾਹੀ ਹੈ ਨਾ, ਸੋਸ਼ਲ ਮੀਡੀਆ ਤੇ ਵੀ ਤੇ ਹੋਰ ਵੀ ਆਲੇ ਦੁਆਲੇ ਬਹੁਤ ਸਾਰੇ ਵੀਰਾਂ ਦਾ ਨੂੰ ਇਹ ਭਰਮ ਸੀਗਾ ਵੀ ਸ਼ਾਇਦ ਇਹ ਜਿਵੇਂ ਰਾਜਨੀਤਿਕ ਪਾਰਟੀਆਂ ਹੋਣ ਚਾਹੁੰਦੀਆਂ, ਪਹਿਲਾਂ ਵੀ ਕਈ ਬਣੀਆਂ ਆ, ਉਹ ਦੀਪ ਸਿੱਧੂ ਉਹਨਾਂ ਨੇ ਵਾਰਿਸ ਪੰਜਾਬ ਦੇ ਬਣਾਈ, ਵੀ ਸ਼ਾਇਦ ਉੱਦਾਂ ਦੀ ਵੀ ਇੱਕ ਜਥੇਬੰਦੀ ਆ ਵੀ ਇਹ ਕਹੂਗੇ ਹੁਣ ਅਸੀਂ ਇਲੈਕਸ਼ਨ ਲੜਨੀ ਆ। ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕਲੀਅਰ ਕਰਤਾ ਵੀ ਇਹਦੇ ਵਿੱਚ ਉਹ ਬੰਦੇ ਆਏ ਆ ਜਿਨ੍ਹਾਂ ਦਾ ਇਲੈਕਸ਼ਨ ਲੜਨ ਵਾਲੇ ਪਾਸੇ ਕੋਈ ਧਿਆਨ ਨਹੀਂ, ਉਹ ਪੰਜਾਬ ਦੇ ਹਿੱਤਾਂ ਵਾਸਤੇ ਖੜਨ ਦਾ ਧਿਆਨ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਇੱਦਾਂ ਦਾ ਪ੍ਰੈਸ਼ਰ ਗਰੁੱਪ ਕ੍ਰੀਏਟ ਕੀਤਾ ਜਾਵੇ ਵੀ ਜਿਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਦਾ ਬਦਲਾਅ ਆ ਸਕੇ। ਮੇਰਾ ਅਗਲਾ ਸਵਾਲ ਤੁਹਾਨੂੰ ਇਹ ਆ ਵੀ ਇਹ ਸੋਚ ਤਾਂ ਬਹੁਤ ਸਾਰੇ ਵੀਰਾਂ ਦੀ ਪਹਿਲਾਂ ਵੀ ਸੀ। ਇਹ ਪਿਛਲੀਆਂ ਇਲੈਕਸ਼ਨ ਦੇ ਵਿੱਚ ਵੀ ਮੈਨੂੰ ਲੱਗਦਾ ਡਾਕਟਰ ਗੁਰਦਰਸ਼ਨ ਢਿੱਲੋਂ ਉਹਨਾਂ ਨੇ, ਗੁਰਤੇਜ ਸਿੰਘ ਉਹਨਾਂ ਨੇ ਵੀ ਇੱਕ ਇੱਦਾਂ ਦੀ ਜਥੇਬੰਦੀ ਪਹਿਲਾਂ ਸ਼ੁਰੂ ਕੀਤੀ ਸੀਗੀ ਵੀ ਆਪਾਂ ਕੁਛ ਪ੍ਰੈਸ਼ਰ ਗਰੁੱਪ ਬਣਾਈਏ, ਪਰ ਉਹ ਵਿੱਚ ਹੀ ਰੁਲ ਗਈ, ਬਾਅਦ 'ਚ ਪਤਾ ਨਹੀਂ ਲੱਗਾ ਉਹ ਕਿੱਥੇ ਗਈ, ਕੀ ਬਣਿਆ ਉਹਦਾ। ਹੋਰ ਬੜੇ ਲੋਕ ਹੈਗੇ ਆ, ਡਾਕਟਰ ਸਵੈਮਾਨ ਆਪਣੇ ਤੌਰ 'ਤੇ ਜ਼ੋਰ ਲਾ ਰਿਹਾ ਆ, ਕਿਸਾਨੀ ਲੀਡਰ ਜਿਹੜੇ ਆ ਜਿਨ੍ਹਾਂ ਦੇ ਮੂੰਹ ਵੱਲ ਸਾਰਾ ਪੰਜਾਬ ਦੇਖ ਰਿਹਾ ਆ, ਉਹ ਆਪਣੀਆਂ ਮੀਟਿੰਗਾਂ ਕਰ ਰਹੇ ਆ, ਕੰਟੀਨਿਊ ਮੀਟਿੰਗਾਂ ਕਰ ਰਹੇ ਆ। ਤੁਸੀਂ ਇਹ ਦੱਸੋ ਵੀ ਬਦਲਾਅ ਪੰਜਾਬ ਦੇ ਵਿੱਚ ਬਿਨਾਂ ਇਲੈਕਸ਼ਨ ਲੜਨ ਤੋਂ ਕਿੱਦਾਂ ਆਊਗਾ? ਕਿਉਂਕਿ ਇਹ ਸੁਣਨ ਨੂੰ ਤਾਂ ਬੜੀ ਵਧੀਆ ਲੱਗਦੀ ਆ ਗੱਲ ਵੀ ਇੱਕ ਪ੍ਰੈਸ਼ਰ ਗਰੁੱਪ ਹੋਵੇ ਜਿਹੜਾ ਡਿਸਾਈਡ ਕਰੇ, ਜਿਹਦਾ ਡੰਡਾ ਕੁੰਡਾ ਉੱਪਰ ਹੋਵੇ ਤੇ ਥੱਲੇ, ਪਰ ਕੁੰਡੇ ਉਸ ਨੂੰ ਅਗਲੇ ਮੰਨੂਗੇ ਕਿਉਂ? ਅਗਲੇ ਕਹਿੰਦੇ ਠੀਕ ਹੈ, ਇੱਦਾਂ ਦੀ ਅੱਗੇ ਕਈ ਜਥੇਬੰਦੀਆਂ ਤੁਰੀਆਂ ਫਿਰਦੀਆਂ, ਇੱਕ ਹੋਰ ਤੁਰੇ ਫਿਰੂਗੇ, ਬੜੇ ਲਿਖਦੇ ਆ, ਤੁਸੀਂ ਤਾਂ ਪਹਿਲਾਂ ਵੀ ਲਿਖੀ ਜਾਂਦੇ ਆ ਕੁਰੀਤੀਆਂ ਦੇ ਖਿਲਾਫ, ਜਿਹੜੇ ਲਿਖਦੇ ਆ ਤਾਂ ਹੁਣ ਵੀ ਲਿਖੀ ਜਾਊਗੇ, ਸਾਨੂੰ ਕੀ ਫਰਕ ਪੈਂਦਾ? ਸੋ ਇਹ ਦੱਸੋ ਵੀ ਬਦਲਾਅ ਆਊਗਾ ਕਿਵੇਂ ਇਹਦੇ ਨਾਲ? ਇਹਦੇ ਚ ਇੱਕ ਤਾਂ ਇਹ ਹੈ ਜੀ ਕਿ ਕੋਈ ਵੀ ਗਰੁੱਪ ਇਹਦੋਂ ਪਹਿਲਾਂ ਮੇਰੇ ਨੋਟਿਸ ਚ ਨਹੀਂ ਕਿ ਜਿਹੜਾ ਇੱਕ ਏਜੰਡਾ ਪੂਰਾ ਲੈ ਕੇ ਆਇਆ ਹੋਵੇ ਕਿ ਪੰਜਾਬ ਲਈ ਏਜੰਡੇ ਦੀ ਲੋੜ ਹੈ, ਏਜੰਡੇ ਤੇ ਕੰਮ ਕੀਤਾ ਹੋਵੇ, ਕਿਸੇ ਨੇ ਮਹੀਨਿਆਂਬੱਧੀ ਕੰਮ ਕਰਕੇ ਇੱਕ ਖਾਕਾ ਰੱਖਿਆ ਹੋਵੇ। ਬਿਲਕੁਲ, ਇਹਨੇ ਇੱਕ ਇਹ ਕੰਮ ਕੀਤਾ, ਦੂਜੇ ਨਾਲੋਂ ਇੱਕ ਖਾਕਾ ਰੱਖਿਆ ਉਹਦੇ ਸਾਹਮਣੇ। ਇਹ ਚ ਕਮੀਆਂ ਵੀ ਹੋਣਗੀਆਂ, ਇਹਦੇ ਚ ਕੁਝ ਚੰਗੀਆਂ ਵੀ ਹੋਣਗੀਆਂ, ਕੁਝ ਗੱਲਾਂ ਇਹ ਵੀ ਹੋਣਗੀਆਂ ਕਿ ਬਦਲਣ ਵਾਲੀਆਂ ਹੋਣਗੀਆਂ। ਜੇ ਇੱਕ ਡਿਬੇਟ ਸ਼ੁਰੂ ਕਰਨ ਦਾ ਇੱਕ ਤਰੀਕਾ ਹੈ, ਇਕੱਲੇ ਬੰਦਿਆਂ ਦਾ ਸਵਾਲ ਨਹੀਂ, ਬੰਦੇ ਆਉਂਦੇ ਜਾਂਦੇ ਵੀ ਰਹਿ ਸਕਦੇ ਨੇ, ਏਜੰਡਾ ਜਿਹੜਾ ਉਹ ਡਿਸਕਸ ਹੋਏਗਾ ਤੇ ਉਹ ਮੇਨ ਗੱਲ ਹੋਏਗੀ। ਦੂਜੀ ਗੱਲ ਇਹ ਹੈ ਕਿ ਜਦੋਂ ਇਹ ਸਾਰਾ ਗਰੁੱਪ ਡਿਸਕਸ ਕਰਦਾ ਹੈ ਬਾਕੀ ਦੇ, ਸਾਡੇ ਕੋਲ ਡੈਮੋਕ੍ਰੇਸੀ ਦੇ ਦੋ ਰੂਪ ਨੇ ਅਸਲ ਦੇ ਵਿੱਚ, ਜਿਹੜਾ ਅਸੀਂ ਮਹਿਸੂਸ ਕੀਤਾ। ਜਮਹੂਰੀਅਤ ਇਲੈਕਟੋਰਲ ਪੋਲਿਟਿਕਸ ਦੀ ਵੀ ਇੱਕ ਲੋੜ ਹੈ, ਪਰ ਉਹ 5 ਸਾਲ ਤੋਂ ਬਾਅਦ 5 ਸਾਲ ਦੇ ਵਿੱਚ ਕੀ ਕਰਦੀ ਹੈ ਕੀ ਨਹੀਂ ਕਰਦੀ ਇਹਦਾ ਕੋਈ ਕੰਮ ਨਹੀਂ ਹੁੰਦਾ। ਉਹ ਵੋਟਾਂ ਵੇਲੇ ਜ਼ਿਆਦਾ ਅਸਰਗਰਮ ਹੁੰਦੀ ਹੈ ਤੇ ਵੋਟ ਲੈਣ ਤੋਂ ਬਾਅਦ ਫਿਰ 5 ਸਾਲ ਤੱਕ ਚੱਲਦੀ ਹੈ। ਤੇ ਜਦੋਂ ਕੋਈ ਸਿਵਲ ਸੁਸਾਇਟੀ, ਜਿਵੇਂ ਡਿਵੈਲਪਡ ਵਿਕਸਿਤ ਦੇਸ਼ਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਲਗਭਗ ਇੱਕ ਸਿਵਲ ਸੁਸਾਇਟੀ ਸਾਲਾਂ ਬੱਧੀ ਡਿਵੈਲਪ ਹੋਈ ਹੈ, ਇੱਕ ਵਿਕਸਿਤ ਗਰੋ ਕੀਤੀ ਹੈ। ਜਿਵੇਂ ਕੋਈ ਘਟਨਾ ਵਾਪਰ ਜਾਂਦੀ ਹੈ, ਜਦੋਂ ਬੋਲਦੇ ਨੇ ਤਾਂ ਸਿਵਲ ਸੁਸਾਇਟੀ ਦੀ ਸੁਣੀ ਜਾਂਦੀ ਹੈ ਸਰਕਾਰੀ ਦਰਬਾਰੇ, ਜਦੋਂ ਆਵਾਜ਼ ਉਠਾਉਂਦੀ ਹੈ। ਹਾਂਜੀ, ਇੱਥੇ ਅਜੇ ਤੱਕ ਸਿਵਲ ਸੁਸਾਇਟੀ ਵਿਕਸਿਤ ਨਹੀਂ ਹੋਈ ਐ ਜੇ ਸੰਸਥਾ। ਉਹ ਸਿਵਲ ਸੁਸਾਇਟੀ ਕੋਈ ਕਹੀ ਜਾਏ ਕਿ ਮੈਂ ਬੁੱਧੀਜੀਵੀ ਆ, ਮੈਂ ਫਲਾਨਾ, ਉਹ ਇਕੱਲਾ ਬੋਲੀ ਵੀ ਜਾਏ, ਐ ਜੇ ਸਮੂਹਿਕ ਇੱਕ ਮਾਨਸਿਕਤਾ, ਜਿਵੇਂ ਉਹ ਜਾਰਜ ਫਲਾਇਡ ਦਾ ਮੁੱਦਾ ਆਇਆ ਸੀ, ਉੱਥੇ ਸਿਵਲ ਸੁਸਾਇਟੀ ਨੂੰ ਇੰਨਾ ਚੱਕਦਾ ਤੇ ਕਿੰਨੇ ਕਾਨੂੰਨ ਬਦਲਨੇ ਪਏ, ਰਾਸ਼ਟਰਪਤੀ ਨੂੰ ਵੀ ਪਿੱਛੇ ਹਟਣਾ ਪਿਆ, ਕਿੰਨੀਆਂ ਚੀਜ਼ਾਂ ਉਸ ਲੈਵਲ ਤੇ ਕਰਨੀਆਂ ਪਈਆਂ। ਇੱਥੇ ਹੁਣ ਮੁੱਦਾ ਵੀ ਉੱਠਦਾ, ਲਖੀਮਪੁਰ ਖੀਰੀ ਦਾ ਸਵਾਲ ਹੈ, ਮੰਨ ਲਓ ਇਹ ਕਿਸਾਨ ਲੜ ਰਹੇ ਨੇ ਆਪਣੀ ਗੱਲ, ਸਿਵਲ ਸੁਸਾਇਟੀ ਕਿੱਥੇ ਹੈ ਜੀ ਇਹਦੀ ਲੜਾਈ ਦੇ ਵਿੱਚ? ਕਿ ਤੁਸੀਂ ਇਸ ਟਾਈਪ ਦਾ ਦਰਦਨਾਕ ਕੀਤੀ ਹੈ ਤੇ ਉਹ ਅੰਦੋਲਨ ਚ ਇਸ ਰੂਪ ਚ ਇਨਵੋਲਵ ਨਹੀਂ ਹੈ, ਇੰਡੀਪੈਂਡੈਂਟ ਰੂਪ ਚ। ਜੇ ਉਹ ਖੜੀ ਹੁੰਦੀ, ਸ਼ਾਇਦ ਜਿਹਦੇ ਤੇ ਵਾਪਰੀ ਹੈ ਉਹ ਤਾਂ ਵਿਕਟਮ ਹੈ, ਉਹਨੇ ਤਾਂ ਲੜਨਾ ਹੀ ਹੈ। ਪਰ ਜਦ ਕੋਈ ਤੀਜੀ ਧਿਰ ਇੱਕ ਵਿੱਚ ਲੜਦੀ ਹੈ ਤਾਂ ਇਨਸਾਫ ਦੀ ਉਮੀਦ ਜ਼ਿਆਦਾ ਬਣਦੀ ਹੈ। ਇੱਕ ਗਰੁੱਪ ਦੇ ਤੌਰ ਤੇ ਕੰਸਿਸਟੈਂਟ ਲਗਾਤਾਰ ਦੀ ਗੱਲ ਹੈ।
ਤੇ ਇੱਕ ਹੋਰ ਫਰਕ ਇਹਦੇ ਵਿੱਚ ਹੈ ਕਿ ਇਹਦੇ ਚ ਵੱਖ-ਵੱਖ ਸੂਬਿਆਂ ਦੇ ਮਾਹਰਾਂ ਦਾ ਕੁਐਸਚਨ ਹੈ। ਮਾਹਰ ਆ ਕੇ ਇਹ ਕਹਿ ਰਿਹਾ ਆਪਣੀ ਗੱਲ ਕਿ ਇਸ ਫੀਲਡ ਦੇ ਵਿੱਚ ਆਹ ਹੋਣਾ ਚਾਹੀਦਾ, ਮੇਰੇ ਕੋਲ ਇਸ ਚੀਜ਼ ਦਾ ਆਲਟਰਨੇਟਿਵ ਹੈ, ਜੇ ਤੁਸੀਂ ਇਹ ਕਰੋਗੇ ਜ਼ਿਆਦਾ ਬਿਹਤਰ ਹੋ ਸਕਦਾ। ਤੇ ਉਹ ਇੱਕ ਐਕਸਪਰਟ ਰਾਏ ਹੈ, ਮਾਹਰਾਨਾ ਰਾਏ ਉਸ ਲੈਵਲ ਤੇ ਹੈ। ਹਾਂ, ਦੂਜੀ ਗੱਲ ਇਹ ਹੈ ਕਿ ਜਿਹੜੀ ਜਿਵੇਂ ਅੰਦੋਲਨ ਹੈ, ਕਿਸਾਨ ਅੰਦੋਲਨ ਹੈ, ਬਿਲਕੁਲ ਇਹਨੇ ਇੱਕ ਗੱਲ ਸਾਬਤ ਕਰਤੀ ਕਿ ਚੋਣਾਂ ਤੋਂ ਬਿਨਾਂ ਵੀ ਕੁਝ ਚੀਜ਼ਾਂ ਮਨਵਾਈਆਂ ਜਾ ਸਕਦੀਆਂ ਨੇ, ਬਸ਼ਰਤੇ ਤੁਸੀਂ ਚੀਜ਼ਾਂ ਨੂੰ ਸਮਝ ਕੇ ਵੱਡਾ ਅੰਦੋਲਨ ਕਰਨ ਦੀ ਸਮਰੱਥਾ ਰੱਖਦੇ ਹੋ। ਬਿਲਕੁਲ। ਪਰ ਦੂਜਾ ਸਵਾਲ ਨਾਲ ਦੀ ਨਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਹਰ ਸਮੇਂ ਅੰਦੋਲਨ ਹੀ ਹੁੰਦੇ ਰਹਿਣਗੇ? ਤੇ ਕੀ ਉਹ ਬੰਦੇ ਨਹੀਂ ਜਾ ਸਕਦੇ ਵਿਧਾਨ ਸਭਾਵਾਂ 'ਚ ਜਾਂ ਪਾਰਲੀਮੈਂਟਾਂ ਦੇ ਵਿੱਚ ਜਿਹੜੇ ਅੰਦੋਲਨਾਂ ਨੂੰ ਘਟਾ ਸਕਣ, ਸਗੋਂ ਦੋਨੋਂ ਚੀਜ਼ਾਂ ਹੋਣ, ਜਿਹੜੇ ਧਰਨਾਕਾਰੀ ਵੀ ਹੋਣ, ਅੰਦੋਲਨਕਾਰੀ ਵੀ ਨਾਲ ਦੀ ਨਾਲ ਹੋਣ, ਤੇ ਇਸੇ ਤਰੀਕੇ ਦੇ ਨਾਲ ਚੋਣਾਂ ਲੜ ਕੇ ਜਿਹੜੇ ਜਾਣ ਬੰਦੇ ਉਹ ਵੀ ਉਹਨਾਂ ਦੀ ਸੋਚ ਦੇ ਨਾਲ ਜੇ ਮੈਚ ਕਰਦੇ ਹੋਣ ਤਾਂ ਜਮਹੂਰੀਅਤ ਜ਼ਿਆਦਾ ਪੱਕੇ ਪੈਰੀ ਹੋਏਗੀ। ਔਰ ਜਿਹੜਾ ਇੱਕ ਤਰੀਕਾ ਹੁੰਦਾ ਵਿਗਾੜ ਦਾ ਕਿ ਬੰਦਾ ਉੱਥੇ ਜਾ ਕੇ, ਬਹੁਤ ਸਾਰੇ ਲੈਫਟ ਜਥੇਬੰਦੀਆਂ ਦੇ ਕੁਝ ਗਰੁੱਪ ਨੇ ਜਿਹੜੇ ਚੋਣ ਨਹੀਂ ਲੜਦੇ, ਮਤਲਬ ਇਸ ਲਈ ਨਹੀਂ ਲੜਦੇ ਕਿ ਸਾਡਾ ਬੰਦਾ ਵੀ ਜੇ ਉੱਥੇ ਭੇਜ ਦਾਂਗੇ ਸਿਸਟਮ ਹਾਜ਼ਮ ਕਰ ਜੂਗਾ, ਉਹ ਬੰਦੇ ਨੂੰ ਵੀ ਵਿਗਾੜ ਲੈਂਦਾ ਸਿਸਟਮ ਇਸ ਤਰੀਕੇ ਦਾ। ਤੇ ਇੱਕ ਗੱਲ ਤਾਂ ਇਹ ਹੁੰਦੀ ਹੈ ਕਿ ਤੁਹਾਨੂੰ ਬੰਦੇ ਐਡੇ ਕਿਰਦਾਰ ਦੇ ਪੈਦਾ ਕਰਨੇ ਪੈਣਗੇ ਜਿਹੜਾ ਹਜਮ ਨਾ ਹੋਵੇ, ਜੇ ਨਹੀਂ ਸਿੱਟਾ ਉਹਦਾ ਛੱਡ ਦੇ। ਬਿਲਕੁਲ। ਤੇ ਦੂਜੀ ਗੱਲ ਇਹ ਹੁੰਦੀ ਹੈ ਕਿ ਤੁਹਾਡੇ ਕੋਲ ਪਿੱਛੇ ਸਿਵਲ ਸੁਸਾਇਟੀ ਦੀ ਜਾਂ ਤੁਹਾਡੇ ਕੋਲ ਐਡੇ ਵੱਡੇ ਪ੍ਰੈਸ਼ਰ ਗਰੁੱਪ ਦੀ ਸਪੋਰਟ ਹੋਣੀ ਚਾਹੀਦੀ ਹੈ ਬਹੁਤ ਵੱਡੀ। ਜੇ ਉੱਥੇ ਵੀ ਲੜਾਈ ਅੰਦਰ ਲੜਨੀ ਹੈ ਜਾ ਕੇ ਤਾਂ ਉਸ ਪੱਧਰ ਤੇ ਮੈਨੂੰ ਲੱਗਦਾ ਲੋਕ ਦੋਨੋਂ ਟਾਈਪ ਦੇ ਲੋਕ ਭਾਲਦੇ ਨੇ। ਇੱਕ ਐਗਜ਼ਾਮਪਲ ਹੈ, ਮੇਰੇ ਕਿਤਾਬ ਨਹੀਂ ਯਾਦ ਕਿਹੜੇ ਗਦਰੀ ਬਾਬੇ ਦੀ ਹੈ, ਜਦੋਂ ਗਦਰੀ ਆ ਕੇ ਬਾਅਦ ਦੇ ਵਿੱਚ ਆਜ਼ਾਦ ਭਾਰਤ 'ਚ ਇਲੈਕਸ਼ਨ ਲੜਨ ਲੱਗ ਗਏ ਸੀਗੇ, ਕੁਛ ਕਾਂਗਰਸ ਵੱਲੋਂ ਲੜੇ ਤੇ ਕੁਛ ਖੱਬੇ ਪੱਖੀਆਂ ਵੱਲੋਂ ਵੀ ਲੜੇ ਸੀਗੇ। ਤੇ ਉਹ ਬਾਬਾ ਕਹਿੰਦਾ ਵੀ ਮੇਰੇ ਗੋਡੀ ਹੱਥ ਲਾ ਕੇ ਜਾਂਦੇ ਸੀ, ਵੋਟ ਅਕਾਲੀਆਂ ਨੂੰ ਪਾਏ ਆਉਂਦੇ ਸੀ ਜਾ ਕੇ। ਤੇ ਅਸੀਂ ਬਾਅਦ ਦੇ ਵਿੱਚ ਸਰਚ ਕੀਤੀ ਵੀ ਕਾਰਨ ਕੀ ਹੈ। ਕਹਿੰਦਾ ਉਹ ਕਾਰਨ ਇਹ ਹੈ, ਬਾਅਦ ਦੇ ਵਿੱਚ ਲੋਕਾਂ ਨੇ ਦੱਸਿਆ ਵੀ ਤੁਹਾਡੇ ਬਾਰੇ ਸਾਡਾ ਨਜ਼ਰੀਆ ਅਸਲ 'ਚ ਪੂਜਾ ਦੇ ਪੱਧਰ ਦਾ, ਤੁਸੀਂ ਸਾਡੇ ਲਈ ਸਧਾਰਨ ਮਨੁੱਖ ਨਹੀਂ ਹੋ, ਤੁਸੀਂ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਜੇਲ੍ਹਾਂ ਚੱਲੀਆਂ ਕੱਟੀਆਂ ਤੇ ਐਡੇ ਐਡੇ ਕਾਲੇ ਪਾਣੀਆਂ ਤੱਕ ਗਏ, ਤੇ ਹੁਣ ਆਜ਼ਾਦ ਭਾਰਤ ਤੁਹਾਡਾ ਰੁਤਬਾ ਹੋਰ ਤਰ੍ਹਾਂ ਦਾ। ਤੁਹਾਡੇ ਵਰਗੇ ਬੰਦੇ ਬਾਹਰ ਖੁੰਡੇ ਵਾਲੇ ਚਾਹੀਦੇ ਨੇ ਜਿਹੜੇ ਇਹਨਾਂ ਨੂੰ ਸਿੱਧਾ ਰੱਖਣ, ਇਸ ਲਈ ਜਾਣ ਦਿਓ ਇਹਨਾਂ ਨੂੰ ਪੋਲਿਟਿਕਸ ਦੇ ਵਿੱਚ, ਪਰ ਇੱਕ ਗਰੁੱਪ ਚਾਹੀਦਾ। ਤਾਂ ਮਤਲਬ ਉਹ ਗੱਲ ਜਿਹੜੀ ਹੈ ਬਾਬੇ ਦੀ, ਉਹ ਇੱਕ ਬੜੇ ਲੰਬੇ ਸਮੇਂ ਦੀ ਇੱਕ ਖਾਹਿਸ਼ ਨੂੰ ਰਿਪਰਜੈਂਟ ਕਰਦੀ ਹੈ, ਇੱਕ ਤਲਾਸ਼ ਨੂੰ ਪ੍ਰਤੀਨਿਧ ਕਰਦੀ ਹੈ ਕਿ ਲੋਕ ਦੋਨੋਂ ਟਾਈਪ ਦੇ ਲੋਕ ਚਾਹੁੰਦੇ ਨੇ। ਹੁਣ ਸਾਡੀ ਸੁਸਾਇਟੀ 'ਚ ਇੱਥੇ ਕੀ ਹੋ ਗਿਆ ਹਜੇ, ਇਹ ਕਿਉਂ ਬਣਾਉਣਾ ਪਿਆ ਗਰੁੱਪ? ਕਿਉਂਕਿ ਤੁਹਾਡੀ ਆਵਾਜ਼ ਕੱਟੀ ਗਈ ਵਿੱਚ ਨਾ। ਹਾਂਜੀ, ਵਿੱਚ ਆਵਾਜ਼ ਵੀ ਅੜ ਗਿਆ, ਪਰ ਤਬਦੀਲੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੇ ਕੁਝ ਬੰਦੇ ਇਹੋ ਜਿਹੇ ਵੀ ਚਾਹੀਦੇ ਨੇ ਸਮਾਜ ਦੇ ਵਿੱਚ ਜਿਹੜੇ ਕਹਿਣ ਕਿ ਮੈਨੂੰ ਉਹ ਤਾਕਤ ਨਹੀਂ ਚਾਹੀਦੀ, ਮੈਂ ਉਸ ਤਾਕਤ ਤੋਂ ਬਿਨਾਂ ਇਸ ਅਸੂਲ ਤੇ ਖੜਨਾ ਚਾਹੁੰਦੇ ਹਾਂ ਅਸੀਂ, ਤੇ ਇਸ ਅਸੂਲ ਤੇ ਖੜ ਕੇ ਸਮਾਜ ਦੀ ਗੱਲ ਕਰਨਾ ਚਾਹੁੰਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਅਸੂਲਣ ਬੰਦੇ ਉੱਥੇ ਨਾ ਜਾਣ, ਸਾਨੂੰ ਵੱਧ ਬੰਦੇ ਪੈਦਾ ਕਰਨੇ ਪੈਣਗੇ ਜਿਹੜੇ ਬੰਦੇ ਉੱਥੇ ਵੀ ਅਸੂਲ ਪ੍ਰਸਤ ਜਾਣਾ ਸ਼ੁਰੂ ਕਰਨ। ਪਰ ਕੁਝ ਬੰਦਿਆਂ ਨੂੰ ਡਿਸਾਈਡ ਕਰਕੇ ਨਹੀਂ ਜਾਣ ਦੀ ਲੋੜ ਪਏਗੀ ਕਿ ਅਸੀਂ ਜਾਵਾਂਗੇ ਨਹੀਂ, ਫੈਸਲਾ ਕਰਕੇ ਨਹੀਂ ਜਾਵਾਂਗੇ, ਕਿਉਂਕਿ ਇਹ ਦਿਖਾਇਆ ਜਾਏ ਕਿ ਸਾਰੇ ਲੋਕ ਇਕੱਲੇ ਪੋਸਟਾਂ ਦੇ ਪਿੱਛੇ ਨਹੀਂ ਜਾਂਦੇ, ਸਾਰੇ ਲੋਕ ਅਹੁਦਿਆਂ ਦੇ ਪਿੱਛੇ ਨਹੀਂ ਜਾਂਦੇ, ਰੀਅਲ ਸਰੋਕਾਰ ਵੀ ਹੁੰਦੇ ਨੇ ਅਸਲੀ ਮਾਮਲਿਆਂ ਦੇ ਵਿੱਚ ਵੀ। ਮਤਲਬ ਜੇ ਬੰਦੇ ਜਾ ਸਕਦੇ ਹੋਣ ਫੇਰ ਨਾ ਜਾਣ, ਆਪਣੇ ਆਪ ਨੂੰ ਦੂਰ ਰੱਖਣ, ਗੱਲ ਉਹ ਹੁੰਦੀ ਹੈ। ਜੇਕਰ ਬੰਦੇ ਜਿਹਦੀ ਤੁੱਕਾ ਹੀ ਨਹੀਂ ਲੱਗਦਾ, ਜਿਹਨੂੰ ਕੋਈ ਕਹਿੰਦਾ ਨਹੀਂ ਕਿ ਤੁਸੀਂ ਵੀ ਆ ਜਾਓ, ਉਹ ਤਾਂ ਫਿਰ ਨਾ ਜਾਣ, ਉਹਦੀ ਕੋਈ ਵੈਲਿਊ ਨਹੀਂ ਹੁੰਦੀ, ਮਤਲਬ ਉਹ ਚਾਹੇ ਨਾ ਵੀ ਜਾਣ। ਉਹਦੇ ਕਰਕੇ ਇੱਕ ਸਿਵਲ ਸੁਸਾਇਟੀ ਦਾ ਜਿਹੜਾ ਖਲਾ ਹੈ ਇੱਥੇ ਇਹ ਹੈ। ਹਾਂ, ਹੁਣ ਜਿੱਥੇ ਤੱਕ ਬਦਲਾਅ ਦਾ ਸਵਾਲ ਹੈ, ਬਦਲਾਅ ਦੋਨੇ ਤਰੀਕਿਆਂ ਨਾਲ ਆਏਗਾ, ਦੋਨੇ ਚੀਜ਼ਾਂ ਸਾਨੂੰ ਬਰਾਬਰ ਦੀਆਂ ਚਾਹੀਦੀਆਂ ਨੇ। ਤੁਹਾਨੂੰ ਸਿਵਲ ਸੁਸਾਇਟੀ ਵੀ ਚਾਹੀਦੀ ਹੈ, ਬਦਲਾਅ ਏਜੰਡੇ ਨਾਲ ਆਉਣਾ, ਪਾਰਟੀ ਤੇ ਬੰਦਿਆਂ ਨਾਲ ਨਹੀਂ ਆਉਣਾ। ਏਜੰਡਾ ਕੀ ਹੋਵੇ, ਉਹ ਜਿਹੜੇ ਤਾਂ ਪਿੱਛੇ ਰਹਿਣ ਸਿਵਲ ਸੁਸਾਇਟੀ ਦੇ ਤੌਰ ਤੇ ਉਹ ਵੀ ਉਹ ਏਜੰਡੇ ਦੀ ਗੱਲ ਕਰਨ, ਜਿਹੜੇ ਚੋਣ ਲੜਨ ਜਾਣ ਬਦਲਾਅ ਦੀ ਹੈਸੀਅਤ ਦੇ ਵਿੱਚ ਉਹ ਵੀ ਉਸ ਏਜੰਡੇ ਨੂੰ ਪ੍ਰਣਾਏ ਬੰਦੇ ਹੋਣ। ਇਹ ਇੱਕ ਦੂਜੇ ਨੂੰ ਜਿਵੇਂ ਪਾਸ ਦੇ ਕੇ ਖੇਡਣਾ ਹੁੰਦਾ ਨਾ, ਟੀਮ ਤਾਂ ਜਿੱਤਦੀ ਹੈ। ਇਹ ਦੋਨਾਂ ਦਾ ਬਰਾਬਰ ਦਾ ਰੋਲ ਹੈ, ਦੋਨਾਂ ਚੋਂ ਕਿਸੇ ਇੱਕ ਰੋਲ ਨੂੰ, ਇੱਕ ਭੂਮਿਕਾ ਨੂੰ ਆਪਾਂ ਘਟਾ ਕੇ ਨਹੀਂ ਦੇਖ ਸਕਦੇ, ਨਾ ਇੱਕ ਨੂੰ ਵਧਾ ਕੇ ਦੇਖ ਸਕਦੇ ਹਾਂ। ਜਿਹੜੇ ਲੋਕ ਇਹ ਕਹਿੰਦੇ ਨੇ ਵੀ ਇਹਦੀ ਲੋੜ ਹੈ ਨਹੀਂ, ਜੀ ਆਪਾਂ ਜਿਹੜਾ ਜਿਹਾ ਮਰਜ਼ੀ ਚਲਾ ਜਾਏ, ਆਪਣੇ ਕੋਲ ਇਕੱਠ ਚਾਹੀਦਾ, ਫਿਰ ਤਾਂ ਰੋਜ਼ ਲੜਾਈ ਦੇ ਫਰੰਟ ਤੇ ਰਹਾਂਗੇ, ਫਿਰ ਸਾਡੇ ਤੋਂ ਇਹ ਗੱਲ ਨਹੀਂ ਹੋਣੀ। ਜਿਹੜੇ ਲੋਕ ਇਹ ਕਹਿੰਦੇ ਨੇ ਵੀ ਚੋਣਾਂ 'ਚ ਚੰਗੇ ਬੰਦੇ ਭੇਜ ਦਿਓ, ਬਾਕੀ ਤੋਂ ਕੀ ਲੈਣਾ, ਚੰਗੇ ਬੰਦੇ ਵੀ ਭੇਜ ਦਿਓ, ਉਹਦੀ ਪਰਿਭਾਸ਼ਾ ਕੀ ਹੈ ਇਹ ਨਹੀਂ ਸਮਝ ਆਈ ਮੈਨੂੰ ਅਜੇ ਤੱਕ। ਚੰਗੇ ਬੰਦੇ ਕਿਸੇ ਪ੍ਰੋਗਰਾਮ ਨਾਲ ਚੰਗੇ ਹੁੰਦੇ ਨੇ,
ਚੰਗੇ ਬੰਦੇ ਕਿਸੇ ਉਦੇਸ਼ ਨਾਲ ਚੰਗੇ ਹੁੰਦੇ ਨੇ, ਕਿਸੇ ਏਜੰਡੇ ਨਾਲ ਚੰਗੇ ਹੁੰਦੇ ਨੇ। ਉਹ ਚੰਗਾ ਕੀ ਹੈ ਉਹ ਸਮਝ ਆਉਣਾ ਚਾਹੀਦਾ ਹੈ। ਮਤਲਬ ਕਿ ਹਾਂ, ਪੰਜਾਬ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਹੁਣ ਮੰਨ ਲਓ ਪੰਜਾਬ ਸਭ ਤੋਂ ਬੜੀ ਸਮੱਸਿਆ ਇਸ ਜੂਝ ਰਿਹਾ ਹੈ। ਦੁਨੀਆ ਦੀ ਸਭ ਤੋਂ ਖੂਬਸੂਰਤ ਧਰਤੀ ਹੈ, ਉਹ ਪਾਣੀ ਦੇ ਸੰਕਟ 'ਚ ਖੜੀ ਹੋਈ ਹੈ। ਉਹਦੀ ਆਬੋ ਹਵਾ ਖਰਾਬ ਹੋ ਚੁੱਕੀ ਹੈ, ਕੈਂਸਰ ਕਾਲਾ ਪੀੜੀਆ ਦਾ ਘਰ ਬਣਦਾ ਜਾ ਰਿਹਾ ਹੈ। ਸਾਡਾ ਸਾਰਾ ਜਿਹੜਾ এনवायरमेंट ਹੈ ਉਹ ਕਿੱਥੇ ਜਾ ਕੇ ਅਸੀਂ ਖੜ ਗਏ ਹਾਂ ਹੁਣ ਇਸ ਪੋਜੀਸ਼ਨ ਦੇ ਵਿੱਚ। ਤੇ ਪੰਜਾਬ ਦੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਲੜਦਾ ਸੀ ਕਦੇ ਅਨੰਦਪੁਰ ਸਾਹਿਬ ਦੇ ਮਤੇ ਲਈ, ਫੈਡਰਲਿਜ਼ਮ ਲਈ, ਰਾਜਾਂ ਦੇ ਅਧਿਕਾਰਾਂ ਦੇ ਵਾਸਤੇ, ਤੇ ਉਹ ਜਦੋਂ ਦਾ ਅਕਾਲੀਆਂ ਨੇ 1996 ਦੀ ਅਨਕੰਡੀਸ਼ਨਲ ਸਪੋਰਟ ਦਿੱਤੀ ਹੈ ਬੀਜੇਪੀ ਨੂੰ, ਉਦੋਂ ਬਾਅਦ ਇਹ ਏਜੰਡਾ ਹੀ ਬੰਦ ਹੋ ਗਿਆ। 1976 ਚ ਇੰਦਰਾ ਗਾਂਧੀ ਨੇ ਐਜੂਕੇਸ਼ਨ ਜਿਹੜੀ ਸਟੇਟਾਂ ਦਾ ਸਬਜੈਕਟ ਸੀ, ਐਮਰਜੈਂਸੀ ਦੌਰਾਨ ਸਾਂਝੀ ਸੂਚੀ ਚ ਕੰਕਰੈਂਟ ਲਿਸਟ ਚ ਲੈ ਕੇ, ਉਹ ਇੰਨੀਆਂ ਜ਼ਿਆਦਾ ਤਬਦੀਲੀਆਂ ਹੋ ਗਈਆਂ ਕਿ 50 ਚ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਘੱਟੋ ਘੱਟ ਉੱਥੇ ਤਾਂ ਲੈ ਕੇ ਜਾਓ ਮੁੜ ਕੇ। ਬਾਕੀ ਉਦੋਂ ਬਾਅਦ ਦੀ ਗੱਲ ਹੈ ਕਿ ਅੱਗੇ ਫੈਡਰਲਿਜ਼ਮ ਕਿਵੇਂ ਵਧਾਉਣਾ ਹੈ। ਰਾਜਾਂ ਦੀ ਆਪਣੀਆਂ ਬੋਲੀਆਂ ਨੇ, ਆਪਣੇ ਵਿਰਸੇ ਨੇ, ਆਪਣੇ ਇਤਿਹਾਸ ਨੇ, ਆਪਣਾ ਸੱਭਿਆਚਾਰ ਹੈ, ਉਹਦੀ ਬਨਸਬਰਤਾ ਦੇ ਮੁਤਾਬਕ ਉਹ ਆਪਣੇ ਫੈਸਲੇ ਲੈਣ ਦੇ ਸਮਰੱਥ ਹੋਣੇ ਚਾਹੀਦੇ ਨੇ। ਇਹ ਮੁੱਦਾ ਜੇਕਰ ਚੋਣ ਦਾ ਮੁੱਦਾ ਨਹੀਂ, ਜਿਹੜਾ ਕਿ ਅੱਜ ਕੱਲ੍ਹ ਮਮਤਾ ਵੀ ਉਠਾ ਰਹੀ ਹੈ, ਅੱਜ ਕੱਲ੍ਹ DMK ਵੀ ਉਠਾ ਰਹੀ ਹੈ, ਹੁਣ ਇਹ ਦੇਸ਼ ਦੇ ਵਿੱਚ ਇੱਕ ਮਾਹੌਲ ਹੈ ਗੱਲ ਕਰਨ ਅਧਿਕਾਰ ਦੇ ਦਿਓ ਦਿੱਲੀ ਦੀ ਬਜਾਏ। ਇਹਨਾਂ ਲੋਕਾਂ ਨੂੰ ਕੌਣ ਦੇਗਾ ਜੀ ਅਧਿਕਾਰ? ਜਿਹੜੀ ਇੰਪਾਵਰਮੈਂਟ ਆਫ ਪੀਪਲ, ਇਸ ਕਿਸਾਨ ਮੋਰਚੇ ਨੇ ਸਾਨੂੰ 3 ਗੱਲਾਂ ਬਹੁਤ ਮਹੱਤਵਪੂਰਨ ਦੱਸਦੀਆਂ ਨੇ, ਜਿਹਦੇ ਤੇ ਜਿਹੜਾ ਏਜੰਡਾ ਮੈਨੂੰ ਲੱਗਦਾ ਵਿਧਾਨ ਸਭਾ ਦਾ ਏਜੰਡਾ ਹੋਣਾ ਚਾਹੀਦਾ, ਚੋਣਾਂ ਦਾ ਏਜੰਡਾ। ਬਿਲਕੁਲ। ਇੱਕ ਇਹ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਚੁਣੌਤੀ ਦੇਣੀ ਹੈ। ਦੂਜਾ ਇਹ ਕਿ ਫੈਡਰਲ ਸਟਰਕਚਰ ਦਾ ਸਵਾਲ ਹੈ, ਸੂਬਿਆਂ ਦੇ ਵਿਸ਼ੇ ਤੇ ਕੇਂਦਰ ਦਖਲ ਨਾ ਦੇਵੇ। ਤੀਜਾ ਇਹ ਕਿ ਇੰਪਾਵਰਮੈਂਟ ਆਫ ਪੀਪਲ, ਜਦੋਂ ਵੋਟਰ ਜਿਵੇਂ ਜਾਰੀ ਕਰਦੇ ਨੇ, ਜਦੋਂ ਮਤਵਾਜੀ ਸੰਸਦ ਲਾਉਂਦੇ ਨੇ, ਜਦੋਂ ਪਾਰਟੀਆਂ ਨੂੰ ਸੰਮਣ ਕਰਦੇ ਨੇ, ਕਿ ਲੋਕਾਂ ਦੀ ਲੋਕ ਰਾਜ ਦੇ ਵਿੱਚ ਚੱਲਣੀ ਚਾਹੀਦੀ ਹੈ, ਫੈਸਲਾ ਕੌਣ ਹਿੱਸੇਦਾਰੀ ਹੋਣੀ ਚਾਹੀਦੀ ਹੈ। ਉਹ 73ਵੀਂ ਸੰਵਿਧਾਨਕ ਸੋਧ ਆਲਰੇਡੀ ਕਾਨੂੰਨੀ ਤੌਰ ਤੇ ਹੈ ਤੇ ਉਹ ਇੰਪਲੀਮੈਂਟ ਕਰਨ ਦਾ ਸਵਾਲ ਹੈ। ਸ਼ਹਿਰਾਂ ਦੇ ਵਿੱਚ 74ਵੀਂ ਸੰਵਿਧਾਨਕ ਸੋਧ ਹੈ। ਇਹ ਕਿਸੇ ਵੀ ਪਾਰਟੀ ਦਾ, ਕੋਈ ਪਾਰਟੀ ਇਹ ਦੱਸ ਦੇ ਅੱਜ ਤੱਕ, ਕੋਈ ਲੀਡਰ ਪੰਜਾਬ ਦਾ ਦੱਸ ਦਿਓ ਅੱਜ ਤੱਕ ਕਿਸੇ ਦੇ ਜ਼ਬਾਨੋਂ ਇਹ ਮੁੱਦਾ ਨਿਕਲਿਆ ਹੋਵੇ ਕਿ ਅਸੀਂ 73ਵੀਂ ਸੋਧ ਮੁਤਾਬਕ 29 ਡਿਪਾਰਟਮੈਂਟ, ਉਹਨਾਂ ਦੇ ਕਾਮੇ ਤੇ ਉਹਦਾ ਬਜਟ ਸਿੱਧਾ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤੇ 'ਚ ਪਾਵਾਂਗੇ। ਇੱਕ ਵੀ ਬੰਦੇ ਦੀ ਜ਼ੁਬਾਨ ਨਹੀਂ ਖੁੱਲੀ ਕਿਸੇ ਪੋਲੀਟੀਕਲ ਲੀਡਰ ਦੀ ਅੱਜ ਤੱਕ, ਤੇ ਨਾ ਕਿਸੇ ਪਾਰਟੀ ਦੀ। ਤੇ ਇਸੇ ਤਰ੍ਹਾਂ 18 ਡਿਪਾਰਟਮੈਂਟ ਸ਼ਹਿਰਾਂ ਦੇ ਨੇ, ਉਹ 18 ਦੇ 18 ਡਿਪਾਰਟਮੈਂਟ ਅਸੀਂ ਸ਼ਹਿਰ ਨੂੰ ਉਸ ਤਰ੍ਹਾਂ ਡੀਸੈਂਟਰਲਾਈਜ਼ ਕਰਾਂਗੇ ਜਿਵੇਂ ਸਾਰੇ ਦੁਨੀਆ ਦੇ ਵਿੱਚ ਤੁਸੀਂ ਦੇਖ ਲਓ ਕਿ ਅਮਰੀਕਾ ਦੇ ਵਿੱਚ ਮੇਅਰ ਦੀ ਕੀ ਤਾਕਤ ਹੈ ਕਿਸੇ ਸ਼ਹਿਰ ਦੇ ਦੀ, ਤੇ ਬਾਕੀ ਕੀ ਹੈ। ਸਾਡੇ ਮੇਅਰ ਵਿਚਾਰੇ ਡੰਡੇ ਵਜਾਉਂਦੇ ਫਿਰਦੇ ਨੇ, ਉਹਨੂੰ ਕੋਈ ਪੁੱਛਦਾ ਨਹੀਂ, ਉਹਨੂੰ ਕੁਰਸੀ ਵੀ ਨਹੀਂ ਦਿੰਦੇ ਛੇਤੀ, ਆਪਣੇ ਸ਼ਹਿਰ ਦੇ ਵਿੱਚ ਫੰਕਸ਼ਨ ਹੋ ਰਿਹਾ ਹੋਵੇ, ਬਾਕੀ ਤਾਕਤ ਕੀ ਦੇਣੀ। ਬਿਲਕੁਲ। ਜਿਹੜਾ ਰੀਸਟਰਕਚਰਿੰਗ ਦਾ ਸਵਾਲ ਹੈ, ਢਾਂਚਾ ਨੂੰ ਮੁੜ ਕੇ ਵਿਉਂਤਣ ਦਾ ਤੇ ਸੁਧਾਰਨ ਦਾ ਸਵਾਲ ਹੈ, ਜਿੰਨਾ ਚਿਰ ਚੋਣਾਂ ਦੇ ਵਿੱਚ ਇਹ ਮੁੱਦੇ ਨਹੀਂ ਆਉਂਦੇ ਨਾਲ ਦੀ ਨਾਲ ਦੂਜੇ ਮੁੱਦਿਆਂ ਦੇ, ਉਹਨਾਂ ਚਿਰ ਪੰਜਾਬ ਦਾ ਭਵਿੱਖ ਮੇਰੇ ਖਿਆਲ ਘੱਟੋ ਘੱਟ ਲੋਕ ਇਹਤੇ ਚਰਚਾ ਕਰਨ ਲੱਗਣ, ਸੰਵਾਦ ਰਚਾਉਣ। ਤਬਦੀਲੀ ਉਸ ਤਰੀਕੇ ਨਾਲ ਆਉਣੀ ਹੈ ਜਿਵੇਂ ਕਿਸਾਨ ਅੰਦੋਲਨ ਲੋਕਾਂ ਨੇ ਹੋਂਦ ਦੀ ਲੜਾਈ ਕਹਿ ਕੇ ਲੜਿਆ। ਇਸ ਲਈ ਕਿਸਾਨ ਅੰਦੋਲਨ ਕੱਲੀ 32 ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਹੈ ਪੰਜਾਬ ਦੀਆਂ ਦਾ, ਉਦੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਬਹੁਤ ਵੱਡਾ ਰੋਲ ਹੈ। ਪਰ ਨਾਲ ਦੀ ਨਾਲ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਣੇ ਸੱਭਿਆਚਾਰ ਦੇ ਵਿੱਚ ਹੈ, ਗੁਰੂ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਗੁਰੂ 20 ਵਿਸਵੇ ਸੰਗਤ 21 ਵਿਸਵੇ, ਸੰਗਤ ਦਾ ਉਦੋਂ ਵੀ ਵੱਡਾ ਰੋਲ ਹੈ ਇਸ ਮੋਰਚੇ ਨੂੰ ਜਿਤਾਉਣ 'ਚ। ਬਿਲਕੁਲ। ਕਿਉਂਕਿ ਉਹਨੇ ਸਭ ਨੂੰ ਇਹ ਲੱਗਿਆ ਕਿ ਸਾਡਾ ਮੋਰਚਾ ਹੈ। ਤੁਸੀਂ ਉੱਥੇ ਬੈਠੇ ਵੀ ਇਹ ਕਹਿੰਦੇ ਰਹੋ ਕਿ ਮੋਰਚਾ ਇੱਧਰ ਉੱਧਰ ਨਾ ਖਿੰਡ ਜੇ ਕਿਤੇ, ਇਹ ਸਾਡਾ ਮੋਰਚਾ ਹੈ। ਪੰਜਾਬ ਦੇ ਹਰ ਇਕੱਲੇ ਚੁੱਲ੍ਹੇ ਤੇ ਇਹ ਗੱਲ ਹੁੰਦੀ ਸੀ, ਜਦੋਂ ਵੀ ਕੋਈ ਘਟਨਾ ਐਸੀ ਵਾਪਰ ਜਾਂਦੀ ਸਭ ਨੂੰ ਤਕਲੀਫ ਹੁੰਦੀ ਸੀ ਕਿ ਕਿਤੇ ਇੱਧਰ ਉੱਧਰ ਨਾ ਹੋ ਜੇ, ਇਹ ਅਸੀਂ ਹਾਰਨਾ ਅਫੋਰਡ ਹੀ ਨਹੀਂ ਕਰ ਸਕਦੇ। 30 ਸਾਲਾਂ ਬਾਅਦ ਇੱਕ ਇਤਿਹਾਸਕ ਉਮੀਦ ਵੱਜੀ ਹੈ ਪੰਜਾਬ ਨੂੰ ਕਿ ਅਸੀਂ ਜਿੱਤ ਸਕਦੇ ਹਾਂ, ਅਸੀਂ ਪੀਸਫੁਲ ਸਟਰਗਲ ਲੜ ਸਕਦੇ ਹਾਂ, ਅਸੀਂ ਨਵੇਂ ਜ਼ਮਾਨੇ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਸਕਦੇ ਹਾਂ, ਅਸੀਂ ਦੁਨੀਆ ਦੇ ਵਿੱਚ ਇੱਕ ਦਿਖਾ ਸਕਦੇ ਹਾਂ ਕਿ ਅਸੀਂ ਐਡੀ ਵੱਡੀ ਲੰਬੀ ਲੜਾਈ ਲੜਨ ਦੀ ਸਮਰੱਥਾ। 1920 ਤੇ 25 ਦੇ 5 ਸਾਲ ਜਿਹੜੇ ਸੀ ਜਿਵੇਂ ਅਕਾਲੀ ਮੋਰਚਿਆਂ ਦੇ, ਉਹ ਇਹੋ ਜਿਹਾ ਇਹ ਸਾਲ 1.5 ਸਾਲ ਗੁਜ਼ਰਿਆ ਉਹਦੇ ਨਾਲ ਮੈਚ ਕਰਦਾ। ਅਸੀਂ ਦੁਬਾਰਾ ਆਪਣੇ ਆਪ ਨੂੰ ਨਵੇਂ ਮਤਲਬ ਉਸ ਰਾਹ ਤੇ ਤੋਰਨ ਦਾ ਇੱਕ ਉਪਰਾਲਾ ਕੀਤਾ ਹੈ ਕਿ ਅਸੀਂ ਉਧਰ ਨੂੰ ਜਾਈਏ। ਪਰ ਫਿਰ ਜਦੋਂ ਉਹ 1920 ਤੇ 25 ਤੋਂ ਸੰਸਥਾਵਾਂ ਬਣਨ ਲੱਗੀਆਂ, ਉਹ ਮੋਰਚਿਆਂ ਚੋਂ ਜਿਹੜੀਆਂ ਸੰਸਥਾਵਾਂ ਨਿਕਲੀਆਂ, ਉਹ ਸੰਸਥਾਵਾਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਜਿਹੜਾ ਚੱਲਿਆ, ਜਿਹਨੇ ਇੱਕ ਲੰਬਾ ਸਮਾਂ ਆ ਕੇ ਪੰਜਾਬੀਆਂ ਦੀ ਲੜਾਈ ਵੀ ਲੜੀ। ਇਹ ਨਹੀਂ ਕਿ ਅਕਾਲੀ ਦਲ ਪਹਿਲਾਂ ਹੀ ਬਾਦਲ ਵਰਗਾ ਹੋ ਗਿਆ ਸੀ,
ਜਾਂ ਇਸ ਵਰਗ ਆ ਗਿਆ ਸੀ। ਇਹ ਮੋਰਚੇ ਦੇ ਵਿੱਚੋਂ ਵੀ ਨਵੀਆਂ ਸੰਸਥਾਵਾਂ ਦਾ ਆਗਾਜ਼ ਜਿਹੜਾ ਹੈ ਨਵੇਂ ਏਜੰਡੇ ਤੇ ਹੋਣ ਦੀ ਤਲਾਸ਼ ਹੈ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ, ਕਿ ਕੁਝ ਨਵਾਂ ਸਿਰਜਣਾ ਚਾਹੀਦਾ ਹੈ, ਸਿਰਜਣਾਤਮਕ ਤਰੀਕੇ ਦਾ ਕੁਝ ਆਉਣਾ ਚਾਹੀਦਾ ਹੈ। ਐਡੇ ਵੱਡੇ ਲੋਕਾਂ ਦੇ ਇਨਵੈਸਟਮੈਂਟ ਦੇ ਵਿੱਚੋਂ, ਐਡੇ ਸਰੋਕਾਰਾਂ ਦੇ ਵਿੱਚੋਂ, ਇੰਨੀ ਭਰਤੀ ਤਪੱਸਿਆ ਦੇ ਵਿੱਚੋਂ, ਤੇ ਫਿਰ ਜੇ ਉਹੀ ਬੰਦੇ ਤੇ ਉਹੀ ਗੱਲਾਂ, ਉਹੀ ਏਜੰਡੇ, ਉਹੀ ਜੁਮਲੇਬਾਜ਼ੀ, ਉਹੀ ਸਿਆਸਤ ਚੱਲਦੀ ਰਹੀ ਤੇ ਸਿਆਸਤ ਨਾ ਬਦਲੀ ਤਾਂ ਬਹੁਤਾ ਕੁਝ ਨਹੀਂ ਬਦਲਣਾ। ਫਿਰ ਨਿਰਾਸ਼ਾ ਆਉਂਦੀ ਹੈ ਉਸ ਤੋਂ ਬਾਅਦ। ਇਸ ਕਰਕੇ ਇਹ ਏਜੰਡਾ ਤੇ ਇਹ ਤਬਦੀਲੀ ਦੇ ਲਈ ਸਾਰੇ ਲੋਕਾਂ ਨੂੰ ਸਿਰ ਜੋੜ ਕੇ, ਹੁਣ ਉਹ ਇੱਕ ਪੜਾਅ ਅੰਦੋਲਨ ਦਾ ਖਤਮ ਹੋ ਗਿਆ, ਅਗਲਾ ਪੜਾਅ ਕਦੋਂ ਸ਼ੁਰੂ ਕਰਨਾ ਉਹ ਅਲੱਗ ਸਵਾਲ ਹੈ। ਪਰ ਜਿਹੜਾ ਉਹ ਏਜੰਡਾ ਹੈ, ਅਜੇ ਏਜੰਡਾ ਕਾਇਮ ਹੈ। ਅਜੇ 3 ਬਿੱਲ ਵਾਪਸ ਹੋਏ ਨੇ, ਅਜੇ ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ ਉਹੀ ਹੈ ਜਿਹਨੂੰ ਚੁਣੌਤੀ ਦਿੱਤੀ ਹੈ। ਜਿਹੜਾ ਕਾਰਪੋਰੇਟੋ ਗੱਦੀ, ਮਤਲਬ ਭਾਰਤ ਛੱਡੋ ਤੇ ਮੋਦੀ ਗੱਦੀ ਛੱਡੋ ਦਾ ਜਿਹੜਾ ਕਨਸੈਪਟ ਹੈ, ਜਿਹੜਾ ਨਾਰਾ ਹੈ, ਉਹ ਉਹੀ ਹੈ। ਅਜੇ ਬੀਜੇਪੀ ਇਹ ਤੋੜਨਗੇ, ਅਸੀਂ ਜੋੜਾਂਗੇ। ਬੀਜੇਪੀ ਨੇ ਤੋੜਨਾ ਬੰਦ ਨਹੀਂ ਕੀਤਾ, ਨਾਰਾ ਅਜੇ ਵੀ ਉੱਥੇ ਹੀ ਹੈ ਉਹ ਖੜਾ। ਕਿਸਾਨ ਅੰਦੋਲਨ ਦਾ ਜਿਹੜਾ ਅੱਗੇ ਵਧਾਉਣ ਦਾ ਕੁਐਸਚਨ ਹੈ, ਇਹ ਸਾਰੀਆਂ ਚੀਜ਼ਾਂ ਨੂੰ ਮਤਲਬ ਲਗਾਤਾਰਤਾ ਦੇਣ ਦਾ ਸਵਾਲ ਹੈ। ਤੇ ਇੱਕ ਵਾਰ ਪੜਾਅ ਹੁੰਦਾ ਵਿੱਚ, ਆਰਾਮ ਵੀ ਥੋੜਾ ਬਹੁਤ ਮਹੀਨਾ 20 ਦਿਨ ਕਰਨਾ ਹੁੰਦਾ, ਕੁਛ ਨਾ ਕੁਛ ਹੁੰਦਾ, ਪਰ ਵਿਉਂਤਬੰਦੀ ਦੁਬਾਰਾ ਸ਼ੁਰੂ ਹੋਏਗੀ। ਦੋਨੇ ਗੱਲਾਂ ਦੇ ਸੁਮੇਲ ਨਾਲ ਹਾਲਾਤ ਬਦਲਨੇ ਨੇ, ਸਿਆਸਤ ਬਦਲਣੀ ਹੈ, ਸਮਾਜ ਬਦਲਣਾ ਹੈ। ਮੈਨੂੰ ਲੱਗਦਾ ਕਿਸੇ ਇੱਕ ਤਰੀਕੇ ਨਾਲ ਨਹੀਂ ਬਦਲਿਆ ਜਾ ਸਕਦਾ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਨਾ, ਮੈਂ ਬਹੁਤ ਡਿਟੇਲ 'ਚ ਪੜ੍ਹਿਆ ਏਜੰਡਾ ਜਿਹੜਾ ਸਾਰਾ ਸੀਗਾ, ਇੱਕ ਲਾਈਨ ਪੜ੍ਹੀ ਆ ਉਹਦੀ। ਔਰ ਜਦੋਂ ਤੁਸੀਂ ਪੜ੍ਹਦੇ ਆ, ਤੁਹਾਨੂੰ ਇਹ ਕੋਈ ਵੀ ਕਹਿ ਸਕਦਾ ਵੀ ਹਾਂ ਵਾਕਈ ਜੇ ਲਾਗੂ ਹੋ ਜਾਵੇ ਤੇ ਪੰਜਾਬ ਬਦਲ ਜਾਊਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਗੱਲ ਫਿਰ ਉੱਥੇ ਹੀ ਆਉਂਦੀ ਆ ਵੀ ਇਹ ਕਿਵੇਂ ਹੋਊਗਾ ਵੀ ਜਿਹੜੇ ਬੰਦੇ ਜਦੋਂ ਇਲੈਕਸ਼ਨ ਲੜੂਗੇ, ਰਾਜਨੀਤੀ 'ਚ ਆਊਗੇ, ਉਹ ਤੁਹਾਡੇ ਇਸ ਏਜੰਡੇ ਨਾਲ ਜਿਹੜਾ ਤੁਸੀਂ ਬਣਾਇਆ ਆ ਉਹਨੂੰ ਆਪਣੇ ਮੈਨੀਫੈਸਟੋ ਦੇ ਵਿੱਚ ਕਨਵਰਟ ਕਰੂਗੇ, ਕੋਈ ਪਾਰਟੀ ਕਰੂਗੀ। ਇਹ ਕਿੱਦਾਂ, ਮੈਨੂੰ ਇੰਪੋਸੀਬਲ ਜੀ ਗੱਲ ਲੱਗਦੀ, ਕਿਉਂਕਿ ਹਾਲੇ ਜਿਹੜਾ ਉਹਨਾਂ ਨੂੰ ਇਹ ਦਿਖਦਾ ਵੀ 15 ਬੰਦੇ ਬੈਠੇ ਆ ਕੁਰਸੀਆਂ ਤੇ, 10-15 ਬੰਦੇ ਬੈਠੇ ਆ, ਵਿੱਚ ਕੁਝ ਕਲਾਕਾਰ ਆ, ਕੁਝ ਪੱਤਰਕਾਰ ਆ, ਕੁਝ ਬੁੱਧੀਜੀਵੀ ਆ। ਚਲੋ ਕੋਈ ਗੱਲ ਨਹੀਂ, ਇਹ ਤਾਂ ਪਹਿਲਾਂ ਵੀ ਰੌਲਾ ਪਾਉਂਦੇ ਸੀ, ਹੁਣ ਵੀ ਪਾਈ ਜਾਂਦੇ ਆ। ਸੋ ਇਹ ਸਾਡਾ ਫਰਜ਼ ਬਣਦਾ ਲੋਕਾਂ ਦਾ ਕਿ ਇਹਦੇ ਨਾਲ ਜੁੜਨ, ਇਹਨੂੰ ਇਦਾਂ ਨਾ ਦੇਖਣ ਵੀ ਇਹ ਕੋਈ ਨਵੀਂ ਰਾਜਨੀਤਿਕ ਪਾਰਟੀ ਤਿਆਰ ਹੋ ਰਹੀ ਆ। ਇਹ ਤੁਹਾਡੇ ਵਾਸਤੇ ਇੱਕ ਏਜੰਡਾ ਦੇਣ ਵਾਲੇ ਬੰਦੇ ਆ, ਉਹ ਬੰਦੇ ਆ ਵਿੱਚ ਤੁਸੀਂ ਡਾਕਟਰ ਸਾਹਿਬ ਦਾ ਜ਼ਿਕਰ ਕੀਤਾ, ਜਿਹੜੇ ਸਾਰਿਆਂ ਨੂੰ ਲਿਖ ਕੇ ਦਿੰਦੇ ਆ ਵੀ ਕਿਸਾਨੀ ਬਿੱਲਾਂ ਦੀ ਗੱਲ ਹੋਵੇ, ਚਾਹੇ ਕੁਝ ਵੀ ਹੋਵੇ, ਕਿੱਦਾਂ ਹੋਣਾ ਚਾਹੀਦਾ, ਕੀ ਵਿੱਚ ਆਉਣਾ ਚਾਹੀਦਾ। ਬਲਦੇਵ ਸਿੰਘ ਉਹਨਾਂ ਦਾ ਨਾਮ ਹੈ ਮੇਰੇ ਖਿਆਲ, ਕਿ ਬਲਵੰਤ ਸਿੰਘ, ਜਿਹੜੇ ਡਾਕਟਰ ਸਾਹਿਬ ਬਲਵਿੰਦਰ ਸਿੰਘ, ਹਾਂਜੀ ਬਲਵਿੰਦਰ ਸਿੰਘ ਸਿੱਧੂ, ਤੇ ਇੱਕ ਦੂਸਰੇ ਡਾਕਟਰ ਜਿਹੜੇ ਹਿਮਾਚਲ ਵਾਲੇ ਆ। ਸੋ ਬਹੁਤ, ਹਾਂਜੀ ਸ਼ਰਮਾ ਜੀ। ਸੋ ਇੰਨੇ ਬੁੱਧੀਜੀਵੀ ਬੈਠੇ ਆ ਜਿਨ੍ਹਾਂ ਨੂੰ ਅੰਦਰਲੀ ਇੱਕ ਗੱਲ ਦਾ ਪਤਾ ਵੀ ਕਿਵੇਂ ਇਹ ਬਦਲਾਅ ਆ ਸਕਦਾ ਆ। ਸੋ ਇਹ ਲੋਕਾਂ ਦਾ ਫਰਜ਼ ਬਣਦਾ ਵੀ ਇਹਨਾਂ ਨਾਲ ਜੁੜਨ, ਇਹਨੂੰ ਇੱਕ ਨਵੀਂ ਰਾਜਨੀਤਿਕ ਪਾਰਟੀ ਵਾਂਗੂ ਨਾ ਦੇਖਣ, ਇਹਨੂੰ ਇੱਕ ਸੋਚ ਵਾਂਗੂ ਦੇਖਣ ਵੀ ਇਹ ਜੇ ਸੋਚ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੀਫੈਸਟੋ ਦੇ ਵਿੱਚ ਟਰਾਂਸਫਰ ਹੋ ਜਾਵੇ, ਲੋਕੀ ਜਿਹੜੀਆਂ ਪਾਰਟੀਆਂ, ਕੋਈ ਵੀ ਪਾਰਟੀ ਹੋਵੇ, ਉਹ ਮੰਨ ਲਵੇ ਵੀ ਹਾਂ ਵਾਕਈ ਅਸੀਂ ਇਹਦੇ 'ਤੇ ਚੱਲਾਂਗੇ ਤੇ ਵਾਕਿਆ ਹੀ ਪੰਜਾਬ ਬਦਲ ਸਕਦਾ ਆ। ਹਾਂਜੀ ਜਗਮੋਹਨ ਸਿੰਘ ਜੀ। ਹਾਂਜੀ ਬਿਲਕੁਲ ਜੀ, ਗੱਲ ਕੀਤੀ ਆ ਸਰਦਾਰ ਹਰਮੀਤ ਸਿੰਘ ਨੇ, ਹੋਣ ਦੀ ਲੜਾਈ ਜਿਹੜੀ ਆ ਸ਼ੁਰੂ ਇਨਸਾਨੀਅਤ ਤੋਂ ਹੁੰਦੀ ਆ। ਜਦ ਤੱਕ ਚਾਹੇ ਉਹ ਪੰਜਾਬ ਤੇ ਆ ਜਾਈਏ, ਚਾਹੇ ਆਪਾਂ ਸਾਰੇ ਭਾਰਤ ਆ ਜਾਈਏ, ਜਿਹੜੀ ਹੋਂਦ ਆ ਉਹਨੂੰ ਹੀ ਕੁਚਲਿਆ ਜਾ ਰਿਹਾ ਹੈ। ਜਿਹੜੀ ਇਨਸਾਨੀਅਤ ਹੈ ਨਾ, ਉਹਨੂੰ ਹੀ ਕੁਚਲਿਆ। ਦੇਖ ਲਓ, ਅਸੀਂ ਦੇਖਿਆ ਆ ਕਿਸਾਨ ਅੰਦੋਲਨ ਖਤਮ ਹੁੰਦੇ ਸਾਰੀ ਯੂਪੀ ਦੇ ਵਿੱਚ ਇੰਨਾ ਜ਼ਿਆਦਾ ਵੀ ਜਿਹੜਾ ਇਮਾਮ ਆ ਉਹ ਨਵਾਜ਼ ਪੜ੍ਹਨ ਜਾਂਦਾ ਆ ਤੇ ਉੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਲੱਗਦੇ ਆ। ਮਤਲਬ ਮੇਰੇ ਹਿਸਾਬ ਨਾਲ ਪੂਰੀ ਕੋਸ਼ਿਸ਼ ਚੱਲ ਰਹੀ ਆ ਵੀ ਯੂਪੀ ਦੇ ਵਿੱਚ ਜਿਹੜੀ ਆ ਉਹ ਇੱਕ ਸੰਪਰਦਾਇਕ ਅੱਗ ਲਾਈ ਜਾਵੇ, ਕਿਉਂਕਿ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਉੱਥੋਂ ਵੀ ਜਿਹੜਾ ਇਹ ਸਿਸਟਮ ਚੱਲ ਰਿਹਾ। ਕਿਉਂਕਿ ਜਦ ਤੱਕ ਭਾਜਪਾ ਦਾ ਏਜੰਡਾ ਹੀ ਇਹ, ਜਦ ਤੱਕ ਉਹਨਾਂ ਨੂੰ ਕੋਈ ਦੰਗੇ ਨਹੀਂ ਹੁੰਦੇ ਤਦ ਤੇ ਉਹ ਜਿੱਤਦੇ ਨਹੀਂ ਆ। ਕਾਂਗਰਸ ਦਾ ਵੀ ਪਹਿਲਾਂ ਇਹ ਏਜੰਡਾ ਹੁੰਦਾ ਸੀ, ਜੇ ਸਿੱਖ ਕਤਲੇਆਮ ਕੀਤਾ ਤਾਂ ਉਸ ਤੋਂ ਬਾਅਦ ਜਿਹੜੀ ਆ ਇੰਦਰਾ ਗਾਂਧੀ ਦੀ ਗੌਰਮੈਂਟ ਜਿਹੜੀ ਆ ਉਹ ਪੂਰੀ ਬਹੁਮਤ ਵਿੱਚ ਆਈ ਆ, ਜ਼ਿਆਦਾ ਉੱਭਰ ਕੇ। ਮਤਲਬ ਕਿਸੇ ਨਾ ਕਿਸੇ ਮਿਨੋਰਟੀ ਨੂੰ ਦਬਾਉਣ ਵਾਲਾ ਕੰਮ ਆ। ਏਜੰਡੇ ਤੇ ਆ ਜੀ ਆਪਾਂ ਭਾਜੀ, ਏਜੰਡੇ ਦੇ ਮੇਨ ਮੁੱਖ ਜਿਹੜੇ 5 ਤੁਹਾਡੇ ਮੇਨ ਆ, ਉਹ 5 ਜਿਹੜੇ ਟੌਪ ਦੇ ਏਜੰਡੇ ਵਿੱਚ ਸ਼ਾਮਲ ਕੀਤੇ। ਇੱਕ ਸਿੰਪਲ ਸ਼ਬਦਾਂ ਦੇ ਵਿੱਚ 1 ਬਾਏ 1 5 ਨੂੰ ਐਕਸਪਲੇਨ ਕਰੋ ਜਰਾ ਸਾਡੇ ਦਰਸ਼ਕਾਂ ਨੂੰ।
ਉਹਦੇ ਚ ਲਗਾਤਾਰਤਾ ਦੇ ਵਿੱਚ ਵੈਸੇ ਤਾਂ ਸਾਰੇ ਸਵਾਲ ਨੇ, ਪਰ ਜਿਹੜੀ ਢਾਂਚੇ ਦੀ 5 ਜੇ ਤਰਤੀਬ ਦੀ ਆਪਾਂ ਗੱਲ ਕਰੀਏ, ਸਭ ਤੋਂ ਉੱਪਰ ਫੈਡਰਲਿਜ਼ਮ ਦਾ ਏਜੰਡਾ ਹੈ। ਠੀਕ ਜੇ ਹੈ ਪੰਜਾਬ ਵਰਗੇ ਸੂਬੇ ਜਾਂ ਬਾਕੀ ਨੇ ਕਰਨਾ ਤਾਂ ਫੈਡਰਲ ਸਟਰਕਚਰ ਤੋਂ ਬਿਨਾਂ ਨਹੀਂ ਹੋ ਸਕਦਾ। ਘੱਟੋ ਘੱਟ ਪਹਿਲਾ ਉਹਦਾ ਹੈ ਕਿ ਪਹਿਲਾ ਪੜਾਅ ਫੈਡਰਲਿਜ਼ਮ ਨੂੰ 1950 ਤੱਕ ਜਦੋਂ ਸੰਵਿਧਾਨ ਲਾਗੂ ਹੋਇਆ ਸੀ ਉੱਥੇ ਤਾਂ ਲੈ ਜਾਓ, ਜਿਹੜਾ ਹੁਣ ਖੋਹ ਰਹੇ ਹੋ ਪਿਛਲੇ ਸਾਲਾਂ ਤੋਂ ਉਹ ਤਾਂ ਵਾਪਸ ਕਰੋ। ਤੁਰੰਤ ਇੱਕ ਏਜੰਡਾ ਇਹ ਹੋਣਾ ਚਾਹੀਦਾ ਮਤਲਬ। ਫਿਰ ਉਦੋਂ ਅਗਲਾ ਏਜੰਡਾ ਮਤਲਬ ਅਗਲਾ ਕਿ ਹੋਰ ਜ਼ਿਆਦਾ ਕਿੰਨਾ ਚਾਹੀਦਾ ਫੈਡਰਲ ਸਟਰਕਚਰ ਦੇ ਵਿੱਚ, ਜਿਵੇਂ ਈਵਨ ਅਮਰੀਕਨ ਸਟਾਈਲ ਤਾਂ ਇਹੀ ਹੈ ਕਿ 3-4 ਡਿਪਾਰਟਮੈਂਟ ਰੱਖ ਕੇ ਸਾਰੇ ਤੁਸੀਂ ਬਾਕੀ ਸੂਬਿਆਂ ਨੂੰ ਦਿਓ, ਸੂਬੇ ਆਪਣੇ ਢੰਗ ਨਾਲ ਕੰਮ ਕਰ ਸਕਣ। ਦੂਜਾ ਸਵਾਲ ਇਹ ਹੈ ਉਹਦੇ ਨਾਲ ਜੁੜਿਆ ਹੋਇਆ, ਜਿਵੇਂ ਮੈਂ ਪਹਿਲਾਂ ਕਿਹਾ ਕਿ ਤਾਕਤ ਫਿਰ ਦੋਨਾਂ ਚ ਨਾ ਵੰਡੋ। ਹੁਣ ਭਾਰਤ ਦੇ ਸੰਵਿਧਾਨ ਚ ਤਾਕਤ 3 ਚ ਵੰਡੀ ਗਈ ਹੈ। ਉਹ ਤਾਕਤ ਦੇ ਵਿੱਚ ਇਹ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ ਨੂੰ 29 ਡਿਪਾਰਟਮੈਂਟਾਂ ਦਾ ਟੋਟਲ ਕੰਮ, ਉਹਦਾ ਬਜਟ, ਤੇ ਜੇ ਕਰਨਾਟਕਾ ਚ ਬਜਟ, ਸਟੇਟ ਬਜਟ ਦਾ 40% ਜਾਂਦਾ ਹੈ ਪੰਚਾਇਤੀ ਰਾਜ ਸੰਸਥਾਵਾਂ ਚ। ਸਾਡੇ ਪੰਜਾਬ ਚ 13 ਸਾਲ ਚ 1 ਰੁਪਈਆ ਵੀ ਨਹੀਂ ਗਿਆ ਪਿੰਡ ਦੇ ਵਿੱਚ, ਪੰਜਾਬ ਦੇ ਬਜਟ ਚ। ਤੇ ਪਿੰਡਾਂ ਚ ਅਜੇ ਵੀ 62% ਆਬਾਦੀ ਰਹਿੰਦੀ ਹੈ, ਪਿੰਡਾਂ ਸਾਰੀ ਕਿਸਾਨੀ ਤੇ ਮਜ਼ਦੂਰ ਤੇ ਬਾਕੀ ਲੋਕ ਅਜੇ ਵੀ ਰਹਿੰਦੇ ਨੇ। ਤੇ ਇੱਕ ਉਦੋਂ ਅਗਲੀ ਗੱਲ ਜਿਹੜੀ ਇੰਪਾਵਰਮੈਂਟ ਆਫ ਪੀਪਲ ਦੀ ਹੈ, ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਸਰਗਰਮ ਕਰਨਾ ਪਏਗਾ ਤੇ ਸ਼ਹਿਰਾਂ ਦੀਆਂ ਵਾਰਡ ਸਭਾਵਾਂ ਨੂੰ ਸਰਗਰਮ ਕਰਨਾ ਪਏਗਾ। ਤੇ ਜਿਹੜੀਆਂ ਕਿ ਕਾਨੂੰਨ ਦੇ ਵਿੱਚ ਪਹਿਲਾਂ ਹੀ ਨੇ ਉਹਨਾਂ ਨੂੰ ਸਰਗਰਮ ਕਰਕੇ ਉਸ ਪੱਧਰ ਦੇ ਉੱਤੇ ਲਿਜਾਇਆ ਜਾ ਸਕਦਾ। ਲੋਕਾਂ ਦੀ ਡੇ ਟੂ ਡੇ ਦੇ ਫੈਸਲੇ ਕਰਨ ਦੇ ਵਿੱਚ ਹਿੱਸੇਦਾਰੀ ਬਣਵਾਈ ਜਾ ਸਕਦੀ ਹੈ। ਸੰਵਿਧਾਨ ਪਹਿਲਾਂ ਹੀ ਇਹ ਤਾਕਤ ਦੇ ਰਿਹਾ ਹੈ, ਪਰ ਇਹ ਇੰਪਲੀਮੈਂਟੇਸ਼ਨ ਦਾ ਸਵਾਲ ਹੈ। ਕਿਸੇ ਪੋਲੀਟੀਕਲ ਧਿਰ ਦਾ ਏਜੰਡਾ ਨਹੀਂ ਬਣਿਆ, ਇਸ ਕਰਕੇ 28 ਸਾਲਾਂ ਤੋਂ ਕਾਗਜ਼ਾਂ 'ਚ ਪਿਆ। ਇਹਨੂੰ ਇਹਦੇ ਤੇ ਬਹੁਤਾ ਜ਼ੋਰ ਵੀ ਨਹੀਂ ਲੱਗਣਾ। ਜਿਹੜੀ ਕੋਈ ਨਵੀਂ ਧਿਰ ਆਏ ਉਹ ਕਹੇ ਮੈਂ ਲਾਗੂ ਕਰੂੰਗਾ, ਲਾਗੂ ਹੀ ਕਰਨਾ ਨਾ। ਸੰਵਿਧਾਨ ਬਣਿਆ ਹੋਇਆ, ਕਾਨੂੰਨ ਬਣਿਆ ਹੋਇਆ, ਅਸੰਭਵ ਚੀਜ਼ ਨਹੀਂ ਹੈ। ਉਦੋਂ ਅਗਲਾ ਸਵਾਲ ਅਸੀਂ ਇਹਦੇ ਨਾਲ ਜੋੜਿਆ, ਰੁਜ਼ਗਾਰ ਦਾ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਵਿੱਚ। ਅਜੇ ਜੇ ਵੱਡਾ ਰੁਜ਼ਗਾਰ ਦਾ ਛੱਡ ਵੀ ਦਈਏ ਤਾਂ ਮਨਰੇਗਾ ਇੱਕ ਕਾਨੂੰਨ ਬਣਿਆ ਜਿਹੜਾ ਦਿਹਾਤੀ ਖੇਤਰ ਦੇ ਵਿੱਚ ਹੈ। ਹਾਂਜੀ, ਕਿ ਪੇਂਡੂ ਕੰਮ ਕਰਨ ਵਾਲਾ ਕੋਈ ਵੀ ਬੰਦਾ ਜਿਹੜਾ ਸਰੀਰਕ ਕੰਮ ਕਰਨਾ ਚਾਹੁੰਦਾ ਉਹਨੂੰ ਸਾਲ 'ਚ 100 ਦਿਨ ਘੱਟੋ ਘੱਟ ਦਿਹਾੜੀ ਮਿਲੂਗੀ ਅਨਪੜ੍ਹ ਬੰਦੇ ਨੂੰ ਵੀ। ਉਹਦੇ ਨਾਲ ਕੀ ਹੁੰਦਾ, ਅਜੇ ਤੱਕ 22 ਦਿਨ ਐਵਰੇਜ ਮਿਲ ਰਹੀ ਹੈ ਸਾਡੇ, ਉਹ ਵੀ ਮਨਮਰਜ਼ੀ ਕਰਦੇ ਨੇ, ਕਾਨੂੰਨ ਮੁਤਾਬਕ ਨਹੀਂ ਹੈ। ਔਰ ਜੇ ਉਹ ਮਿਲ ਲੱਗ ਜਾਂਦੀ ਹੈ ਤਾਂ 20,58,000 ਜੌਬ ਕਾਰਡ ਬਣੇ ਹੋਏ ਨੇ ਪੰਜਾਬ ਦੇ ਵਿੱਚ। 32 ਲੱਖ ਪਰਿਵਾਰ ਹੈ ਟੋਟਲ, ਇੰਨੇ ਬੰਦੇ ਉਹ ਕੰਮ ਕਰਨਾ ਚਾਹੁੰਦੇ ਨੇ। ਤਾਂ ਇਹਦਾ ਮਤਲਬ 20,58,000 ਪਰਿਵਾਰਾਂ ਨੂੰ ਬਾਕੀ ਹਾੜੀ ਸੌਣੀ ਕੰਮ ਮਿਲ ਜਾਂਦਾ, ਤੇ ਉਹ ਤੋਂ ਇਲਾਵਾ ਜਿਹੜਾ ਵਿਚਲਾ 100 ਦਿਨ ਇੱਧਰ ਕੰਮ ਮਿਲ ਜੇ ਤਾਂ ਉਹਨਾਂ ਦੀ ਦਸ਼ਾ ਸੁਧਰਨੀ ਸਟਾਰਟ ਹੋ ਜਾਏਗੀ। ਉਹਦੇ ਚ 75,000 ਹੋਰ ਰੁਜ਼ਗਾਰ ਹੈ। ਮਤਲਬ ਜਿਹੜਾ ਮਨਰੇਗਾ ਦੀ ਦਿਹਾੜੀ ਲੈਂਦੇ ਨੇ ਬੰਦੇ, ਉਹਨਾਂ ਦੀ ਹਾਜ਼ਰੀ ਲਾਉਣ ਵਾਲਾ ਬੰਦਾ ਚਾਹੀਦਾ, ਉਹਨੂੰ ਮੇਟ ਕਹਿੰਦੇ ਨੇ। ਇੱਕੋ ਮੇਟ ਹਰ 40 ਦੇ ਪਿੱਛੇ ਇੱਕ ਮੇਟ ਭਰਤੀ ਕਰਨਾ। ਤੇ ਇੱਕ ਪਿੰਡ ਚ, ਇੱਕ ਵੱਡੇ ਪਿੰਡਾਂ ਚ 2 ਜਾਂ 3 ਵੀ ਹੋ ਸਕਦੇ ਨੇ। ਰੁਜ਼ਗਾਰ ਸਹਾਇਕ ਭਰਤੀ ਕਰਨੇ ਨੇ, ਤੇ ਫਿਰ ਜੂਨੀਅਰ ਇੰਜੀਨੀਅਰ ਭਰਤੀ ਕਰਨੇ। ਇਹਦਾ ਪੈਸਾ ਪੰਜਾਬ ਸਰਕਾਰ ਤੇ ਨਹੀਂ ਬੋਝ ਪੈਂਦਾ। 100% ਦਿਹਾੜੀ ਕੇਂਦਰ ਸਰਕਾਰ ਦੇ ਬਜਟ ਚੋਂ ਆਉਣੀ। ਸਾਡੇ ਕੋਲ, ਅਸੀਂ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈ, ਫਿਰ ਤੁਸੀਂ ਇਹ ਲਾਗੂ ਕਿਉਂ ਨਹੀਂ ਕਰਦੇ? ਪੈਸੇ ਉੱਥੋਂ ਆਉਣਗੇ ਤੁਹਾਡੇ ਕੋਲ, ਧੱਕੇ ਨਾਲ ਤੁਸੀਂ ਆਪਣੇ ਬੰਦਿਆਂ ਨੂੰ ਭਰਤੀ ਕਰੋ। ਬਿਲਕੁਲ। ਤੇ ਉਹ ਰੁਜ਼ਗਾਰ ਨਹੀਂ ਦੇ। ਇੱਕ ਅੰਦਾਜ਼ਾ ਲਾਇਆ ਮੈਂ, ਜੇ 20,58,000 ਜੌਬ ਕਾਰਡ ਹੈ ਤੇ ਤੁਸੀਂ ਮੇਟ ਭਰਤੀ ਕਰਦੇ ਹੋ 40 ਦੇ ਪਿੱਛੇ ਇੱਕ, ਤਾਂ 50,000 ਤਾਂ ਮੇਟ ਹੋ ਗਿਆ ਸਿੱਧਾ ਹੀ। ਇੱਕ ਪਿੰਡ ਚ ਜੇਕਰ ਇੱਕ ਰੁਜ਼ਗਾਰ ਸਹਾਇਕ ਵੀ ਭਰਤੀ ਕਰ ਲਓ, ਜਿਹਨੂੰ 20 ਤੋਂ 25,000 ਰੁਪਇਆ ਤੁਸੀਂ ਮਹੀਨਾ ਦਿੰਦੇ ਹੋ, ਤੇ ਉਹ 13,327 ਪੰਚਾਇਤਾਂ ਨੇ 13,000 ਤਾਂ ਭਰਤੀ ਕਰੋ ਘੱਟੋ ਘੱਟ। ਬਿਲਕੁਲ, ਉਹ ਕੋਈ ਬੜੀ ਗੱਲ ਨਹੀਂ ਹੋ ਸਕਦਾ। ਤੇ ਇਸੇ ਤਰ੍ਹਾਂ ਜੂਨੀਅਰ ਇੰਜੀਨੀਅਰ ਨੇ, ਹੋਰ ਡਾਟਾ ਐਂਟਰੀ ਆਪਰੇਟਰ ਨੇ, ਮਤਲਬ ਕਿੰਨੇ ਰੁਜ਼ਗਾਰ ਇਕੱਲੇ ਮਨਰੇਗਾ ਸੰਭਵ ਹੈ। ਤੇ ਫਿਰ ਜਿਹੜਾ ਵਾਤਾਵਰਨ ਜੁੜਿਆ ਹੋਇਆ ਤੇ ਸਿਹਤ ਉਹ ਮਨਰੇਗਾ ਨਾਲ ਜੁੜਿਆ ਹੋਇਆ। ਹਰ 200 ਬੂਟੇ ਪਿੱਛੇ ਜੀ 3 ਸਾਲ ਲਈ 4 ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ, ਉਹਨੂੰ ਪਾਲਣ ਦੇ ਵਾਸਤੇ ਮਨਰੇਗਾ ਚੋਂ। ਪਿੰਡਾਂ ਦੇ ਵਿੱਚ ਕਿੰਨੀਆਂ ਖਾਲੀ ਥਾਵਾਂ ਪਈਆਂ ਨੇ, ਉਹ ਸਾਰੀਆਂ ਖਾਲੀ ਥਾਵਾਂ ਤੇ ਦਰਖਤ ਲਗਾਓ, ਅੱਧੇ ਫਲਦਾਰ ਲਗਾਓ, ਅੱਧੇ ਬਾਕੀ ਦੇ ਲਗਾਓ। ਤੇ ਫਲਦਾਰ ਬੂਟੇ ਜਿਹੜੇ ਤੁਹਾਡੇ ਵਿਟਾਮਿਨ ਵੀ ਪੂਰੇ ਕਰਨਗੇ, ਮੁਫਤ ਦੇ ਪਿੰਡ ਦੇ ਲੋਕਾਂ ਨੂੰ ਖਾਣ ਨੂੰ ਫਲ ਮਿਲਣਗੇ, ਤੇ ਨਾਲ ਦੀ ਨਾਲ ਇਹ ਹੋਏਗਾ ਕਿ ਇੰਨੇ ਬੂਟੇ ਪਾਲੇ ਜਾ ਸਕਣਗੇ, ਸਾਡਾ ਵਾਤਾਵਰਨ ਸ਼ੁੱਧ ਹੋਏਗਾ। ਤੇ ਪਾਣੀ ਦੀ ਬਚਤ ਵਾਸਤੇ, ਰੁੱਖ ਲਾਉਣ ਵਾਸਤੇ ਤੇ ਮਿੱਟੀ ਦੀ ਕੁਆਲਿਟੀ ਸੁਧਾਰਨ ਵਾਸਤੇ ਮਨਰੇਗਾ ਦਾ 60% ਪੈਸਾ ਖਰਚ ਹੋਣਾ। 5 ਏਕੜ ਵਾਲਾ ਕਿਸਾਨ ਆਪਣੇ ਖੇਤ 'ਚ ਕੰਮ ਕਰਕੇ ਵੀ ਦਿਹਾੜੀ ਲੈ ਸਕਦਾ। ਇਹ ਐਡਾ ਵੱਡਾ ਇੱਕ ਐਕਟ ਹੈ, ਐਡਾ ਵੱਡਾ ਇੱਕ ਫੰਡਾਮੈਂਟਲ ਕੁਐਸਚਨ ਹੈ, ਜਿਹਨੂੰ ਅੱਜ ਤੱਕ ਅਸੀਂ ਨਹੀਂ ਉਠਾ ਰਹੇ, ਜਾਂ ਪੋਲੀਟੀਕਲੀ ਇਹ ਮੁੱਦਾ ਨਹੀਂ ਬਣ ਰਿਹਾ ਉਸ ਪੱਧਰ ਦੇ ਉੱਤੇ। ਇਹ ਬਹੁਤ ਜ਼ਰੂਰੀ ਚੀਜ਼ ਹੈ ਇਸ ਮਾਮਲੇ ਦੇ ਵਿੱਚ। ਤੇ ਉਦੋਂ ਅਗਲਾ ਸਵਾਲ ਇਹ ਹੈ,
ਮੰਨ ਲਓ ਸਾਡੇ ਕੋਲੇ ਆ ਕਿ ਰੇਤ ਮਾਫੀਆ ਆ ਗਿਆ ਜੀ ਫਲਾਣਾ, ਅਸੀਂ ਓਰੀਜਨਲੀ ਕੁਝ ਕਰ ਹੀ ਨਹੀਂ ਰਹੇ। ਕੋਈ ਕਹਿੰਦਾ ਰੇਤ ਆ ਕਰ ਦੋ, ਇਹਦੇ ਚ ਇੱਕ ਪ੍ਰਪੋਜ਼ਲ ਦਿੱਤੀ ਹੋਈ ਆ ਅਸੀਂ ਕਿ ਰੇਤ ਮੁਫਤ ਕਰ ਦੋ ਸਭ ਨੂੰ, 25 ਸਾਲ ਪਹਿਲਾਂ ਸਭ ਨੂੰ ਮੁਫਤ ਸੀ। ਬਿਲਕੁਲ। ਫਿਰ ਬੰਦਾ ਕਹਿੰਦਾ ਉਹਦਾ ਪੈਸਾ ਕਿੱਥੋਂ ਆਊਗਾ? ਪੈਸਾ ਹੁਣ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਚ 400 ਕਰੋੜ ਰੁਪਏ ਆਉਂਦਾ ਪੂਰੇ ਰੇਤ ਤੋਂ, ਉਹਦੇ ਨਾਲ এনवायरमेंट ਵਿੱਚ ਹੀ ਖਰਾਬ ਹੁੰਦਾ ਹੈ ਤੇ ਆਪਦਾ ਘਰ ਨਿੱਜੀ ਤੌਰ ਤੇ ਭਰਦੇ ਨੇ, ਸਰਕਾਰ ਨੂੰ ਨਹੀਂ ਜਾਂਦਾ। ਉਹਦਾ ਇੱਕ ਅਸੀਂ ਬਦਲ ਪੇਸ਼ ਕੀਤਾ, ਇਹਦੇ ਵਿੱਚ ਬਦਲ ਇਹ ਪੇਸ਼ ਕੀਤਾ ਕਿ ਇੱਥੇ ਇੱਕ ਐਕਟ ਬਣਿਆ ਹੋਇਆ 1996 ਦਾ, ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਜਿਹੜਾ ਐਕਟ ਹੈ, ਉਹਦੇ ਤਹਿਤ ਕੀ ਕਰਦੇ ਨੇ ਕਿ 20 ਲੱਖ ਤੋਂ ਉੱਪਰ ਦੀ ਜਿਹੜੀ ਉਸਾਰੀ ਹੈ, ਚਾਹੇ ਉਹ ਆਪਣਾ ਘਰ ਹੋਵੇ ਨਿੱਜੀ, ਚਾਹੇ ਉਹ ਪੁਲ ਹੋਣ, ਚਾਹੇ ਉਹ ਸੜਕਾਂ ਹੋਣ, ਸਾਰਿਆਂ ਤੇ 1% ਸੈਸ ਲੱਗਦਾ ਹੈ। ਉਹ ਸੈਸ ਜੇ ਮਿਊਨਿਸਪੈਲਿਟੀ ਦੇ ਦਾਇਰੇ ਚ ਆਉਂਦਾ, ਨਕਸ਼ਾ ਪਾਸ ਕਰਨ ਵੇਲੇ ਕੱਟ ਲੈਂਦੀ ਆ ਉਹ, ਜਿਹੜੇ ਪ੍ਰੋਜੈਕਟ ਡਿਪਾਰਟਮੈਂਟ ਕੋਲ ਜਾਂਦਾ ਉਹ ਪ੍ਰੋਜੈਕਟ ਕੱਟ ਲੈਂਦਾ। ਇਸੇ ਤਰ੍ਹਾਂ ਰੇਤੇ ਦੇ ਮਾਮਲੇ ਚ 1% ਸੈਸ ਲਾ ਲਓ, ਉਹ ਜਿੱਥੇ ਉੱਥੇ ਪ੍ਰੈਕਟੀਕਲੀ ਸਾਡੇ ਕੋਲ ਇੱਕ ਅਲਟਰਨੇਟਿਵ ਹੈ, ਨਾ ਉਹ ਚ ਕੋਈ ਹੇਰਾਫੇਰੀ ਹੋਏਗੀ, ਨਾ ਮਾਫੀਆ ਬਣੂਗਾ, ਨਾ ਸਿਰਦਰਦੀ ਲੋਕਾਂ ਦੀ। ਪੈਸਾ ਗਵਰਨਮੈਂਟ ਨੂੰ ਉਦੋਂ ਜ਼ਿਆਦਾ 500 ਕਰੋੜ ਰੁਪਏ ਆ ਜਾਏਗਾ 400 ਕਰੋੜ ਦੀ ਵੀ ਬਜਾਏ। ਪੰਜਾਬ ਚ ਹੁਣ ਤੱਕ 500 ਕਰੋੜ ਲਗਭਗ ਉਸ ਕੰਸਟਰਕਸ਼ਨ ਵਰਕ ਵੈਲਫੇਅਰ ਦਾ ਕਿਉਂ ਨਹੀਂ ਅਲਟਰਨੇਟਿਵ ਦਿੱਤਾ ਜਾ ਸਕਦਾ, ਜੇਕਰ ਕੋਈ ਚਾਹੇ, ਜੇਕਰ ਕਿਸੇ ਪਾਰਟੀ ਨੂੰ ਲੱਗਦਾ ਹੋਵੇ ਕਿ ਹਾਂ ਇਹ ਚੀਜ਼ਾਂ ਹੋ ਸਕਦੀਆਂ ਨੇ। ਤੇ ਇਸੇ ਤਰ੍ਹਾਂ ਹੀ ਇੱਕ ਹੋਰ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਨੇ ਸ਼ਾਮਲ, ਜਿਵੇਂ ਸਿੱਖਿਆ ਦਾ ਸਵਾਲ ਹੈ ਸਾਡੇ, ਜਾਂ ਸਿਹਤ ਦਾ ਸਵਾਲ ਹੈ। ਸਿਹਤ ਦੇ ਵਿੱਚ ਪੰਜਾਬ ਕੋਲ ਇਨਫਰਾਸਟਰਕਚਰ ਕਾਫੀ ਵਧੀਆ ਹੈ ਆਮ ਨਾਲੋਂ, ਬਾਕੀ ਦੇ ਸੂਬਿਆਂ ਨਾਲੋਂ। 1980-81 ਚ ਜੋ ਪਿੰਡ ਡਿਸਪੈਂਸਰੀ ਸਾਰਾ ਕੁਝ ਸੀ, ਇੱਕ ਤਾਂ ਆਬਾਦੀ ਡਬਲ ਹੋ ਗਈ, ਅਸੀਂ ਡਾਕਟਰ ਉਹੀ 4000 ਡਾਕਟਰ ਹੈ ਤੇ ਉਦੋਂ ਡਾਕਟਰ ਵਧਾ ਹੀ ਨਹੀਂ ਰਹੇ ਅਸੀਂ। ਜਿੰਨੀ ਵੱਧ ਗਈ ਆਬਾਦੀ ਉਹਦੇ ਰੇਸ਼ੋ ਦੇ ਵਿੱਚ ਵੀ ਤਾਂ ਡਾਕਟਰ ਨਰਸਾਂ ਹੋਰ ਚਾਹੀਦੇ ਨੇ ਸਾਨੂੰ। ਉਹਦੇ ਲਈ ਫਿਰ ਬਜਟ ਚਾਹੀਦਾ। ਬਜਟ GDP ਦਾ ਘੱਟੋ ਘੱਟ ਤੁਸੀਂ 6% ਤਾਂ ਦਿਓ ਨਾ ਸਿਹਤ ਦੇ ਮਾਮਲੇ ਚ। ਬਿਲਕੁਲ। ਅਸੀਂ 1.3% ਦਿੰਦੇ ਆ, 85% ਲੋਕਾਂ ਨੂੰ ਜੇਬਾਂ ਚੋਂ ਲਾਉਣਾ ਪੈਂਦਾ। ਜੇ ਲੋਕਾਂ ਨੇ ਜੇਬਾਂ ਚੋਂ ਨਾ ਹੀ ਕਰਨਾ, ਤੁਸੀਂ ਜ਼ਿੰਮੇਵਾਰੀ ਦੀ ਕੋਈ ਨਿਭਾਉਂਦੇ, ਫਿਰ ਗਵਰਨਮੈਂਟ ਕਾਹਦੇ ਲਈ ਚੁਣਦੇ ਨੇ ਲੋਕ? ਫਿਰ ਤਾਂ ਫਾਇਦਾ ਹੀ ਕੋਈ ਨਹੀਂ। ਇਸੇ ਤਰੀਕੇ ਦਾ ਟੋਲ ਪਲਾਜ਼ਾ ਇਹਨਾਂ ਦਿਨਾਂ ਦੇ ਵਿੱਚ ਮੰਨ ਲਓ ਜਿਹੜਾ ਇਹ ਚੀਜ਼ ਚੱਲਦੀ ਹੈ, 1250 ਕਰੋੜ ਰੁਪਏ ਰੋਡ ਟੈਕਸ ਦਿੱਤਾ ਗਵਰਨਮੈਂਟ ਨੂੰ ਇਸ ਸਾਲ ਪੰਜਾਬੀਆਂ ਨੇ, ਤੇ ਲਗਭਗ ਇੰਨੇ ਹੀ ਟੋਲ ਪਲਾਜ਼ੇ ਵਾਲੇ ਲੈਂਦੇ ਨੇ, ਤੇ ਉਹਦੀ ਕੋਈ ਟਰਾਂਸਪੇਰੈਂਸੀ ਨਹੀਂ, ਕਿੰਨੀ ਹੋਇਆ, ਕਿੰਨਾ ਖਰਚ ਹੋਇਆ। ਉਹਦੇ ਤੇ 200 ਕਰੋੜ ਤੋਂ ਵੱਧ ਹੋਰ ਖਰਚ ਨਹੀਂ ਹੁੰਦਾ। ਗਵਰਨਮੈਂਟ ਕਿਉਂ ਨਹੀਂ ਇਹਨੂੰ ਕਰ ਲੈਂਦੀ? ਅਗਲੀ ਗੱਲ, ਮੇਰਾ ਫੰਡਾਮੈਂਟਲ ਰਾਈਟ ਖਤਮ ਕਰਤਾ ਦੁਨੀਆ 'ਚ। ਜਿੱਥੇ ਕਿਤੇ ਵੀ ਟੋਲ ਦੀਆਂ ਸੜਕਾਂ ਨੇ, ਉੱਥੇ ਜੇ ਬੰਦੇ ਨੇ ਵਧੀਆ ਸੜਕ ਤੇ ਜਾਣਾ, ਟੋਲ ਦੇ ਕੇ ਜਾਣਾ ਜਾਵੇ, ਪਰ ਉਹਦੇ ਨਾਲ ਅਲਟਰਨੇਟਿਵ ਰੋਡ ਤਾਂ ਹੁੰਦੀ ਹੈ ਨਾ। ਕਿ ਮੈਂ ਕਹਿੰਦਾ ਕਿ ਮੈਨੂੰ ਬਹੁਤ ਵਧੀਆ ਦੀ ਲੋੜ ਨਹੀਂ ਹੈ, ਮੈਂ ਤਾਂ ਹੌਲੀ ਵਗ ਜਾਊਗਾ, ਪਰ ਮੈਂ ਟੋਲ ਨਹੀਂ ਦੇ ਸਕਦਾ। ਮੇਰਾ ਉਹ ਰਾਹ ਹੀ ਬੰਦ ਕਰਤਾ ਤੁਸੀਂ। ਤਾਂ ਤੁਰਨ ਫਿਰਨ ਦਾ ਜਿਹੜਾ ਮੇਰਾ ਬੁਨਿਆਦੀ ਹੱਕ ਹੈ ਦੇਸ਼ 'ਚ, ਤੁਸੀਂ ਉਹੀ ਖੋਲ ਲਿਆ। ਉਹ ਅਪਰੋਚ ਰੋਡ ਦੀ ਮੰਗ ਕਰਨੀ ਚਾਹੀਦੀ ਹੈ, ਜਿਹੜੇ ਵੀ ਤਰੀਕੇ ਦੇ ਤੌਰ ਤੇ ਘੱਟੋ ਘੱਟ ਪੰਜਾਬ 'ਚ ਤਾਂ ਅਸੀਂ ਕਰ ਹੀ ਸਕਦੇ ਹਾਂ, ਜਿਹੜਾ ਪ੍ਰੋਜੈਕਟ ਲਾਗੂ ਹੋਵੇ। ਲੋਕਾਂ ਨੂੰ ਕਿਉਂ ਤਕਲੀਫ ਦੇ ਰਹੇ ਹਾਂ? ਤੇ ਸਿੱਖਿਆ ਦੇ ਤੌਰ ਤੇ ਇਹ ਜ਼ਰੂਰੀ ਚੀਜ਼ ਹੈ ਕਿ ਸਿੱਖਿਆ ਦਾ ਪੱਧਰ ਅਸੀਂ ਇਸ ਲੈਵਲ ਤੇ ਪਹੁੰਚਾ ਸਕਦੇ ਹਾਂ। ਇਲਾਹਾਬਾਦ ਹਾਈ ਕੋਰਟ ਦੀ ਇੱਕ ਜੱਜਮੈਂਟ ਆਈ ਸੀ ਜੀ 18 ਅਗਸਤ 2015 ਨੂੰ। ਹਾਂਜੀ। ਉਹ ਜੱਜਮੈਂਟ ਦੇ ਵਿੱਚ ਇਹ ਸੀ ਕਿ ਸਾਡੇ ਰੌਲਾ ਕਿਉਂ ਪੈਂਦਾ, ਕਿਉਂਕਿ ਜਿਹੜੇ ਬੰਦੇ ਫੈਸਲਾ ਕਰਦੇ ਨੇ ਐਜੂਕੇਸ਼ਨ ਬਾਰੇ, ਉਹਦੇ ਬੱਚੇ ਉਹਨਾਂ ਸਕੂਲਾਂ 'ਚ ਨਹੀਂ ਪੜ੍ਹਦੇ ਜਿਹਦੇ ਬਾਰੇ ਉਹ ਫੈਸਲਾ ਕਰਦੇ ਨੇ। ਫਿਰ ਉਹ ਜੱਜ ਨੇ ਇੱਕ ਫੈਸਲਾ ਕਰਤਾ ਕਿ ਜਿਹੜਾ ਵੀ ਬੰਦਾ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਲੈਂਦਾ, ਉਹ ਮੁਲਾਜ਼ਮ ਹੋਵੇ, ਉਹ ਅਫਸਰ ਹੋਵੇ, ਉਹ ਸਿਆਸਤਦਾਨ ਹੋਵੇ, ਉਹਦੇ ਬੱਚੇ ਨੇਬਰਹੁੱਡ ਸਕੂਲ 'ਚ, ਨੇੜੇ ਦੇ ਸਕੂਲ 'ਚ ਪੜ੍ਹਨ ਜਾਣਗੇ। ਜਿਹੜਾ ਵੀ ਤੁਹਾਡੇ ਨੇੜੇ ਸਕੂਲ ਹੈ, ਮਤਲਬ ਕਿਤੇ ਵੀ ਨੇੜੇ ਬੱਚਿਆਂ ਦੇ ਹੈ। ਤੇ ਜੇ ਉਹ ਫਿਰ ਵੀ ਕਹਿੰਦਾ ਕਿ ਮੈਂ ਨਹੀਂ ਉੱਥੇ ਪੜ੍ਹਾਉਣੇ ਆਪਣੇ ਬੱਚੇ, ਤਾਂ ਉਹ ਜਿੰਨੇ ਆਪਣੇ ਬੱਚੇ ਤੇ ਪ੍ਰਾਈਵੇਟ ਸਕੂਲ 'ਚ ਖਰਚ ਕਰਦਾ, ਉਹਦੇ ਬਰਾਬਰ ਦਾ ਪੈਸਾ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਏਗਾ ਤਾਂ ਕਿ ਦੂਜੇ ਬੱਚੇ ਵੀ ਪੜ੍ਹ ਸਕਣ। ਇਹ ਜੱਜਮੈਂਟ ਇਲਾਹਾਬਾਦ ਹਾਈ ਕੋਰਟ ਦੀ। ਤੇ ਸਾਡੇ ਡਿਬੇਟ ਵੀ ਨਹੀਂ ਹੈ ਇਹਦੇ ਤੇ ਕਿਤੇ। ਕੋਈ ਅਗਲਾ ਕਹਿੰਦਾ ਛੱਡੋ ਪਰ ਆਪਾਂ ਇਹਦੇ ਤੋਂ ਕੀ ਲੈਣਾ, ਕਿਉਂਕਿ ਐਲੀਟ ਕਲਾਸ ਬਣ ਗਈ। ਉਹ ਕਹਿੰਦਾ ਆਪਣੇ ਹਿੱਤ ਦੇ ਵਿੱਚ ਨਹੀਂ, ਇਸ ਲਈ ਇਸ ਜੱਜਮੈਂਟ ਤੇ ਚਰਚਾ ਹੀ ਨਾ ਕਰੋ। ਇਸ ਲਈ ਸਿੱਖਿਆ ਦਾ ਪੱਧਰ ਜੇ ਮਿਆਰ ਨਹੀਂ ਉੱਚਾ ਉੱਠਦਾ ਤਾਂ ਉਹ ਉਸ ਪਾਸੇ ਨਹੀਂ ਜਾਂਦਾ। ਭਾਸ਼ਾ ਦੇ ਸਵਾਲ ਦੇ ਉੱਤੇ ਇਸ ਏਜੰਡੇ 'ਚ ਬੜਾ ਵੱਡਾ ਇੱਕ ਸਵਾਲ ਹੈ ਕਿ ਭਾਸ਼ਾ ਉਹ ਮਰ ਜਾਂਦੀ ਹੈ ਜਿਹੜੀ ਰੁਜ਼ਗਾਰ ਨਾਲ ਨਹੀਂ ਜੋੜੀ ਜਾਂਦੀ। ਹੁਣ ਬੱਚੇ ਅੰਗਰੇਜ਼ੀ ਬਣ ਜਾਂ ਬਾਕੀ ਕਿਉਂ ਜਾਂਦੇ ਨੇ? ਸਾਡੇ ਕੋਲ ਐਕਟ ਬਣਿਆ ਹੋਇਆ ਜੀ ਪੰਜਾਬੀ ਭਾਸ਼ਾ ਦਾ ਐਕਟ, ਜਿਹੜੀਆਂ ਡਿਸਟ੍ਰਿਕਟ ਕੋਰਟਾਂ ਤੱਕ ਦਾ ਸਾਰਾ ਕੰਮ ਪੰਜਾਬੀ 'ਚ ਹੋਣਾ ਚਾਹੀਦਾ ਕਾਨੂੰਨ ਦੇ ਤੌਰ ਤੇ। ਨੋਟੀਫਿਕੇਸ਼ਨ ਹੀ ਨਹੀਂ ਜਾਰੀ ਕੀਤਾ 20 ਸਾਲ ਤੋਂ ਅੱਜ ਤੱਕ। ਜੇ ਉਹ ਇਸ ਰੂਪ 'ਚ ਹੋ ਜਾਂਦਾ ਤਾਂ ਤੁਸੀਂ ਦੇਖੋ ਕਿ ਕਿੰਨੀਆਂ ਨੌਕਰੀਆਂ ਨਵੀਆਂ ਚਾਹੀਦੀਆਂ ਨੇ। ਟਾਈਪਿਸਟ ਨਵੇਂ ਚਾਹੀਦੇ ਨੇ,
ਜੱਜ ਦੀ ਜੱਜਮੈਂਟ ਲਿਖਣ ਵਾਲੇ ਬੰਦੇ ਨਵੇਂ ਚਾਹੀਦੇ ਨੇ ਜਿਹੜੇ ਉਹਨੂੰ ਲਿਖਿਆ ਕਰਨਗੇ। ਉਸ ਟਰਾਂਸਲੇਟਰ ਚਾਹੀਦੇ ਨੇ। ਜਦੋਂ ਸੁਪਰੀਮ ਕੋਰਟ 'ਚ ਹਾਈ ਕੋਰਟ 'ਚ ਜਾਣਾ ਹੈ ਤਾਂ ਉਹੀ ਜੱਜਮੈਂਟ ਟਰਾਂਸਲੇਟ ਕਰਕੇ ਦੇਣੀ ਪਊਗੀ ਅੱਗੇ ਤੋਂ ਅੱਗੇ। ਮਤਲਬ ਹਜ਼ਾਰਾਂ ਦੀ ਗਿਣਤੀ 'ਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਤਾਂ ਬੱਚੇ ਪੰਜਾਬੀ ਪੜ੍ਹਨ ਲੱਗ ਜਾਣਗੇ। ਉਹਨੂੰ ਤਾਂ ਰੋਜੀ ਰੋਟੀ ਚਾਹੀਦੀ ਹੈ ਨਾ ਉਸ ਪੱਧਰ ਦੇ ਉੱਤੇ। ਜੇ ਆਪਾਂ ਵੈਸੇ ਵੀ ਦੇਖਦੇ ਹਾਂ ਦੁਨੀਆਦਾਰੀ 'ਚ ਵੀ, ਜੇ ਅੰਗਰੇਜ਼ੀ ਦੀਆਂ ਇਕੱਲੀਆਂ ਆਪਾਂ ਨੌਕਰੀਆਂ ਲੱਭ ਲਈਏ ਇਸ ਦੇਸ਼ ਦੇ ਵਿੱਚ, ਉਹ 2% ਵੀ ਨਹੀਂ ਹੋਣੀਆਂ ਟੋਟਲ ਜੌਬ ਦਾ, ਜੇ ਪੰਜਾਬ 'ਚ ਵੀ ਹੁਣ ਜਿੰਨੇ ਆਪਾਂ ਕਰਦੇ ਹਾਂ। ਪਰ ਕਿਉਂਕਿ ਫੈਸਲਾ ਉਹ ਕਰਦੇ ਨੇ ਉੱਪਰ ਬੈਠੇ, ਤੇ ਹੇਠਲਾ ਫੈਸਲਾ ਨੇ ਆਮ ਮਕੈਨਿਕ ਨੇ ਕਿਹੜੀ ਭਾਸ਼ਾ ਤੋਂ ਕੀ ਲੈਣਾ, ਉਹ ਤਾਂ ਹੁਨਰਮੰਦ ਕੰਮ ਹੈ, ਉਹਨੂੰ ਹੁਨਰ ਆਉਣਾ ਚਾਹੀਦਾ ਤੇ ਉਹ ਕੰਮ ਕਰ ਦਿੰਦਾ। ਮਤਲਬ ਕਿੱਡੀ ਕੁ ਬੰਦਾ ਉਹਦੇ 'ਚ ਲੈਂਗੁਏਜ ਐਕਸਪਰਟ ਦੀ ਲੋੜ ਹੈ। ਤੁਸੀਂ ਹੁਨਰਮੰਦ ਬੰਦੇ ਹੀ ਪੈਦਾ ਨਹੀਂ ਕਰ ਰਹੇ, ਤੁਸੀਂ ਬੰਦੇ ਉਹ ਸਾਰੇ ਛੱਡਤੇ। ਸਾਡੇ ਬੱਚੇ ਤਾਂ ਜਿਹੜੇ ਹੁਨਰਮੰਦ ਬਣਨੇ ਨੇ, ਜਿਹੜੇ ਘੱਟੋ ਘੱਟ ਉਹਨਾਂ ਘਰਾਂ 'ਚੋਂ ਨੇ, ਉਹਨਾਂ ਦੀ ਉਮੀਦ ਮਾਰਤੀ ਅਸੀਂ, ਉਹ ਤਾਂ ਆਈਲੈਟਸ ਕਰਕੇ ਸਾਰੇ ਬਾਹਰ ਜਾ ਰਹੇ ਨੇ। ਉਹਨਾਂ ਨੂੰ ਇੱਥੇ ਰਿਟੇਨ ਕਰਨ ਦੇ ਵਾਸਤੇ ਕਿ ਉਹ ਇੱਥੇ ਰਹਿਣ, ਉਹਨਾਂ ਨੂੰ ਉਮੀਦ ਤਾਂ ਦੇਣੀ ਪਏਗੀ ਕਿ ਤੇਰਾ ਭਵਿੱਖ ਸਾਡੇ ਹੱਥਾਂ ਸੁਰੱਖਿਅਤ ਹੈ, ਤੈਨੂੰ ਰੋਜੀ ਰੋਟੀ ਵੀ ਮਿਲੇਗੀ, ਰੂਲ ਆਫ ਲਾ ਹੋਏਗਾ, ਕੋਈ ਪੁਲਿਸ ਤੰਗ ਨਹੀਂ ਕਰੂਗੀ, ਕੋਈ ਬਾਕੀ ਚੀਜ਼ਾਂ ਨਹੀਂ, ਸੁਰੱਖਿਅਤ ਮਾਹੌਲ ਦੇਣ ਦਾ ਸਵਾਲ ਹੈ। ਉਹ ਚੀਜ਼ ਵੀ ਇਹਦੇ ਵਿੱਚ ਇੱਕ ਸ਼ਾਮਲ ਕੀਤੀ ਗਈ ਹੈ ਕਿ ਇਸ ਪੱਧਰ ਦੇ ਉੱਤੇ ਨੌਕਰੀਆਂ ਨੇ ਜਿਹੜੀਆਂ ਉਹ ਪੈਦਾ ਕਰਨ ਦਾ ਸਵਾਲ ਹੈ। ਘੱਟੋ ਘੱਟ ਪਹਿਲਾਂ ਇੱਕ ਕੰਮ ਕਰੇ ਜਿਹੜੇ ਵੀ ਸਰਕਾਰ ਬਣੇ, ਉਹਦਾ ਜਿਹੜਾ ਇੰਪਲਾਇਮੈਂਟ ਜਨਰੇਸ਼ਨ ਡਿਪਾਰਟਮੈਂਟ ਹੈ, ਤੁਸੀਂ ਹੈਰਾਨ ਹੋ ਕੇ ਪੰਜਾਬ ਕੋਲ ਇੱਕ ਵੀ ਸਰਵੇ ਨਹੀਂ ਹੈ ਕਿ ਸਾਡੇ ਕੋਲ ਬੇਰੁਜ਼ਗਾਰ ਕਿੰਨੇ ਨੇ। ਜਿਹੜੇ ਦੇਸ਼ ਕੋਲ, ਜਿਹੜੇ ਸੂਬੇ ਕੋਲ ਅੰਕੜੇ ਹੀ ਨਾ, ਉਹਨਾਂ ਨੇ ਪਾਲਿਸੀ ਕਿਵੇਂ ਬਣਾਉਣੀ ਹੈ, ਜੇ ਕਿ ਉਹ ਬੇਰੁਜ਼ਗਾਰ ਕਿਹੜੇ ਖੇਤਰ 'ਚ ਨੇ, ਕਿੰਨੇ ਡਿਪਲੋਮਾ ਹੋਲਡਰ ਨੇ, ਕਿੰਨੇ ਕਿਸੇ ਹੋਰ ਸੂਬੇ ਦੇ ਨੇ, ਕਿੰਨੇ ਕਿਹੜੇ ਦੇ ਨੇ। ਪਾਲਿਸੀ ਤਾਂ ਹੀ ਬਣਨੀ ਹੈ। ਇਹ ਤਾਂ ਮੁੱਢਲੀ ਗੱਲ ਹੈ ਇੱਕ, ਕਿ ਤੁਸੀਂ ਅੰਕੜੇ ਤਾਂ ਇਕੱਠੇ ਕਰੋ, ਤੁਸੀਂ ਉਹ ਵੀ ਕਰਨ ਲਈ ਤਿਆਰ ਨਹੀਂ ਹੋ। ਇਹ ਜਿਹੜੀਆਂ ਕੁਝ ਬੁਨਿਆਦੀ ਜਿਹੀਆਂ ਗੱਲਾਂ ਨੇ, ਕੋਈ ਬਾਜੇ ਉਦੋਂ ਵੱਡੀਆਂ ਗੱਲਾਂ ਤਾਂ ਉਦੋਂ ਬਾਅਦ ਦੀ ਗੱਲ ਹੈ। ਇਹ ਤਾਂ ਬਹੁਤ ਛੋਟੀਆਂ ਗੱਲਾਂ ਜਿੱਥੋਂ ਸ਼ੁਰੂ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਐਗਰੀਕਲਚਰ ਦਾ ਇਹਦੇ 'ਚ ਬਹੁਤ ਵੱਡਾ ਮੁੱਦਾ ਹੈ। ਜਿਹੜੇ ਉਹਨਾਂ ਨੇ ਐਕਸਪਰਟਸ ਨੇ ਆਪਣੇ ਗੱਲ ਕੀਤੀ ਹੈ, ਉਹਨਾਂ ਨੇ ਇਹ ਕਿਹਾ ਖੇਤੀਬਾੜੀ ਦੇ ਤੌਰ ਦੇ ਉੱਤੇ ਕਿ 4 ਸਾਲ 'ਚ ਅਸੀਂ ਪੰਜਾਬ ਦੀ ਐਗਰੀਕਲਚਰ ਹੌਲੀ ਹੌਲੀ ਸ਼ਿਫਟ ਕਰ ਸਕਦੇ ਹਾਂ ਟੋਟਲ। ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਸੀ, ਉਹ ਕਹਿੰਦਾ ਵੀ 72,000 ਰੁਪਇਆ ਪਰ ਏਕੜ ਕੇਂਦਰ ਦੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਖਰਚ ਹੋ ਜਾਂਦਾ ਹੈ ਝੋਨੇ ਦੀ ਕਿਉਂਟਰ ਤੇ। ਜੇ ਇਹੀ 72,000 ਰੁਪਇਆ ਸਾਨੂੰ ਦੂਜੀਆਂ ਫਸਲਾਂ ਤੇ ਉਹ ਦੇ ਦੇਣਾ, ਅਸੀਂ 4 ਸਾਲ 'ਚ ਡਾਇਵਰਸੀਫਾਈ ਕਰ ਦਾਂਗੇ ਪੰਜਾਬ ਨੂੰ। ਕੋਈ ਬੜੀ ਗੱਲ ਨਹੀਂ ਹੈ, ਸਾਡਾ ਪਾਣੀ ਵੀ ਬਚ ਜਾਊਗਾ, ਸਾਡਾ ਬਾਕੀ ਚੀਜ਼ਾਂ ਵੀ ਬਚ ਜਾਣਗੀਆਂ, ਕੋਈ ਬਹੁਤ ਬੜਾ ਕੰਮ ਨਹੀਂ ਹੈ। ਫਿਰ ਅਸੀਂ ਪਲਾਨਿੰਗ ਬਣਾ ਲਾਂਗੇ ਜਿਹੜੀਆਂ ਖੇਤਰ ਵਾਈਜ਼, ਜਿੱਥੇ ਦਾਲਾਂ ਕਿੰਨੀਆਂ ਚੀਜ਼ਾਂ, ਲੱਖਾਂ ਟਨ ਦਾਲ ਪੰਜਾਬ ਵੀ ਮੰਗਵਾਉਂਦਾ ਹੈ, ਪੰਜਾਬ 'ਚ ਹਰ ਦਾਲ ਹੋ ਸਕਦੀ ਹੈ, ਕੀ ਪ੍ਰੋਬਲਮ ਹੈ। ਸਰਕਾਰ ਕੰਟਰੈਕਟ ਕਰ ਲੇ, ਕੰਟਰੈਕਟ ਕਰਕੇ ਤੁਸੀਂ ਕਹੋ ਕਿ ਆਹ ਦੁਆਬੇ ਦੇ 2 ਜ਼ਿਲ੍ਹਿਆਂ 'ਚ ਕੱਲੀ ਦਾਲ ਬੀਜਣੀ ਹੈ, ਇਸ 2 ਜ਼ਿਲ੍ਹਿਆਂ 'ਚ ਕੱਲੀ ਮੱਕੀ ਬੀਜਣੀ ਹੈ, ਇਸ 2 ਜ਼ਿਲ੍ਹਿਆਂ 'ਚ ਸਰਕਾਰ ਕਹਿ ਦੇ ਕਿ ਇੱਥੇ ਆ ਕਰੋ, ਉਹ ਅਸੀਂ ਉਸ ਲੈਵਲ ਤੇ ਖਰੀਦਾਂਗੇ, ਕੋਈ ਬੜੀ ਗੱਲ ਨਹੀਂ ਹੈ। ਔਰ ਪੰਜਾਬ ਵਰਗੇ ਸੂਬੇ ਨੂੰ ਤਾਂ ਇੱਕ ਇਹਦੇ 'ਚ ਮੁੱਦਾ ਜਿਹੜਾ ਵੱਡਾ, ਉਹ ਵਪਾਰ ਲਈ ਸਰਹੱਦਾਂ ਖੋਲਣ ਦਾ। ਔਰ ਜਿੰਨਾ ਵੀ ਇੱਧਰ ਮਿਡਲ ਈਸਟ ਬੈਠਾ 6-6 ਮਹੀਨੇ ਜਿੱਥੇ ਕੁਝ ਨਹੀਂ ਹੁੰਦਾ, ਉਸ ਤੋਂ ਬਾਅਦ ਸਾਡੇ ਤਾਂ ਕਿਸਾਨ ਟਰਾਲੀਆਂ 'ਚ ਛੱਡੇ ਆਇਆ ਕਰਨਗੇ ਉੱਥੇ ਜਾ ਕੇ। ਹੋਰ ਤਾਂ ਗੱਲ ਛੱਡੋ, ਜੇਕਰ ਜਾਣਾ ਜਿੱਥੇ ਤੱਕ ਬਾਬਾ ਪੈਦਲ ਚਲਾ ਗਿਆ ਸਾਡਾ, ਉੱਥੇ ਤੱਕ ਜੇਕਰ ਰਾਹ ਖੋਲਦੇ ਹੋ ਤੁਸੀਂ। ਹੁਣ ਬੰਬੇ ਤੇ ਕਰਾਚੀ ਰਾਹੀਂ ਹੁੰਦਾ ਜੀ ਵਪਾਰ, ਜਿੱਥੇ ਵੀ ਜਾਂਦਾ, ਕਿੱਥੇ ਬੰਬੇ ਕਿਤੇ 2400 ਕਿਲੋਮੀਟਰ ਚੱਲ ਕੇ ਜਾਓ ਪਹਿਲਾਂ ਇੱਕ ਟਰਾਂਸਪੋਰਟੇਸ਼ਨ ਦੇ। ਇਹ ਕਿਉਂ ਨਹੀਂ ਖੋਲਦੇ? ਕਿਉਂਕਿ ਪੰਜਾਬ ਪ੍ਰਤੀ ਵੱਧ ਅੰਤਦਾਰੀ ਹੈ ਅਸਲ ਦੇ ਵਿੱਚ। ਜਦੋਂ ਇਹ ਖੁੱਲਦਾ ਤਾਂ ਉਹਦੇ ਨਾਲ ਬਹੁਤ ਕੁਝ ਰੁਜ਼ਗਾਰ ਪੈਦਾ ਹੋਏਗਾ, ਖੇਤੀ ਦੇ ਭਾਅ ਵੀ ਮਿਲਣਗੇ, ਸਾਰੀਆਂ ਚੀਜ਼ਾਂ ਮਿਲ ਸਕਦੀਆਂ ਨੇ। ਇਹ ਮੋਟੇ ਜਿਹੇ ਏਜੰਡੇ ਦੇ ਜਿਹੜੇ ਕੁਝ ਕੁਐਸਚਨ ਨੇ, ਜਿਹੜੇ ਇਹ 32 ਚੋਂ 6-7 ਪੁਆਇੰਟ ਜਿਹੜੇ ਮੈਂ ਬੋਲੇ ਨੇ, ਜਿਸ ਥੋੜੀ ਜਿਹੀ ਵਿਆਖਿਆ ਵੀ ਉਸ ਪੱਧਰ ਦੇ ਉੱਤੇ ਇੱਧਰ ਸੋਚਿਆ ਜਾਏਗਾ ਇਹਨਾਂ ਬੁਨਿਆਦੀ ਮੁੱਦਿਆਂ ਦੇ ਉੱਤੇ, ਤਾਂ ਲਾਜ਼ਮੀ ਹੈ ਕਿ ਚੀਜ਼ਾਂ ਬਹੁਤ ਜ਼ਿਆਦਾ ਵੱਧ ਸਕਦੀਆਂ ਨੇ। ਵਪਾਰ ਵੀ ਸਾਡੇ ਕੋਲ ਜਿਹੜੇ ਸਪੋਰਟਸ ਹੈ, ਜਲੰਧਰ ਦੇ ਵਿੱਚ ਆਟੋਮੋਬਾਈਲ ਹੈ, ਹੌਜ਼ਰੀ ਹੈ, ਇਹ ਕਿੰਨੀ ਚਾਹੀਦੀ ਹੈ, ਪਾਕਿਸਤਾਨ ਨੂੰ ਵੀ ਚਾਹੀਦੀ ਹੈ ਤੇ ਉਦੋਂ ਅੱਗੇ ਵੀ ਚਾਹੀਦੀ ਹੈ ਲੋਕਾਂ ਨੂੰ। ਨਹੀਂ ਫਿਰ ਉਹ ਘੁੰਮ ਕੇ ਆਉਂਦੀ ਆ ਵਾਇਆ ਯੂਰਪ ਜਾਂ ਇੱਧਰੋਂ ਉੱਧਰੋਂ ਜਾ ਕੇ ਕਿਧਰੋਂ ਦੀ ਸਮਾਨ ਉਸ ਪੱਧਰ ਦੇ ਉੱਤੇ ਆਉਂਦਾ, ਤੇ ਉਹ ਸਸਤਾ ਵੀ ਮਿਲੂਗਾ ਬੰਦਿਆਂ ਨੂੰ, ਉਹਨਾਂ ਨੂੰ ਵੀ, ਤੇ ਇੱਥੇ ਆਇਆਂ ਨੂੰ ਵੀ ਆਮਦਨ ਹੋ ਜਾਏਗੀ ਉਸ ਪੱਧਰ ਦੀ। ਕਿਉਂਕਿ ਨਹੀਂ ਤਾਂ ਫਿਰ ਉਹਦੀ ਟਰਾਂਸਪੋਰਟ ਦੇ ਖਰਚੇ ਨਾਲ ਹੀ ਮਰ ਜਾ, ਸਾਰਾ ਕੁਝ ਉਹ ਹੋ ਜਾਂਦਾ। ਇਹ ਸਾਰੇ ਕੁਝ ਪੁਆਇੰਟਾਂ ਦੇ ਆਲੇ ਦੁਆਲੇ ਇੱਕ ਡਿਬੇਟ ਛੇੜਨ ਦਾ ਕੁਐਸਚਨ ਹੈ ਕਿ ਬਹਿਸ ਇਹਨਾਂ ਤੇ ਕਰਨ ਸਿਆਸਤਦਾਨ ਕਿ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਨਾ ਕਿ ਇਹਦੇ ਦੇ ਕਾਰਨ ਮੈਂ ਤੈਨੂੰ 1000 ਰੁਪਇਆ ਦੇ ਦੂੰਗਾ, ਮੈਂ ਤੈਨੂੰ 300 ਯੂਨਿਟ ਮੁਫਤ ਦੇ ਦੂੰਗਾ, ਉਹ ਕਹਿੰਦਾ ਮੈਂ 400 ਯੂਨਿਟ ਮੁਫਤ ਦੇ ਦੂੰਗਾ। ਇਦੋਂ ਬਿਨਾਂ ਕੋਈ ਸਾਡੀ ਸਿਆਸਤ ਦੇ ਵਿੱਚ ਹੋਰ ਏਜੰਡਾ ਨਹੀਂ ਆ ਰਿਹਾ। ਬਿਲਕੁਲ, ਤੁਸੀਂ ਬਹੁਤ ਡਿਟੇਲ ਦੇ ਵਿੱਚ ਦੱਸਤਾ। ਵਾਈਡਲੀ ਅਵੇਲੇਬਲ ਆ ਪੂਰਾ ਏਜੰਡਾ, ਜੇ ਕਿਸੇ ਨੂੰ ਚਾਹੀਦਾ ਮੈਂ ਵੀ ਆਪਣੇ ਪੇਜ 'ਤੇ ਸ਼ੇਅਰ ਕੀਤਾ ਹੋਇਆ, ਉੱਥੋਂ ਜਾ ਕੇ ਡਾਊਨਲੋਡ ਕਰ ਲਓ, ਇੱਕ ਵਾਰੀ ਪੜ੍ਹੋ ਜ਼ਰੂਰ। ਜੇ ਤੁਹਾਡਾ ਕੋਈ ਸਵਾਲ ਹੋਵੇ ਤੇ ਉਹ ਪੁੱਛੋ ਜ਼ਰੂਰ,
ਕਿਉਂਕਿ ਤੁਹਾਡੇ ਵਾਸਤੇ ਬਣਾਇਆ ਗਿਆ ਇਹ ਏਜੰਡਾ। ਇੱਕ ਇੱਕ ਇਹਨਾਂ ਨੇ ਵਿੱਚ ਉਹਦੇ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਆ। ਜੇ ਆਪਾਂ ਇਹ ਕਹਿ ਲਈਏ ਵੀ ਅਨੰਦਪੁਰ ਦੇ ਮਤੇ ਦਾ ਸੋਧਿਆ ਹੋਇਆ ਰੂਪ ਅੱਜ ਦੇ ਸਮੇਂ ਦੇ ਮੁਤਾਬਕ ਉਹ ਬਣਾਇਆ ਇਹਨਾਂ ਨੇ ਕਿ ਅੱਜ ਕਿਹੜੀਆਂ ਲੋੜਾਂ ਆ, ਕਿਉਂਕਿ ਉਦੋਂ ਜੋ ਲੋੜਾਂ ਸੀਗੀਆਂ ਅਨੰਦਪੁਰ ਦੇ ਮਤੇ ਵਿੱਚ ਪਾਈਆਂ ਗਈਆਂ ਸੀ, ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਤੁਹਾਨੂੰ ਦਿਖਦੀਆਂ। ਔਰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਜਿਹੜੀਆਂ 32 ਵਿੱਚ ਇਹਨਾਂ ਨੇ ਉਹ ਮੱਦਾਂ ਪਾਈਆਂ ਆ, ਉਹ ਸਾਰੀਆਂ ਹੀ ਹੋ ਸਕਦੀਆਂ ਆ। ਉਹਨਾਂ ਵਿੱਚ ਕੋਈ ਇਹੋ ਜਿਹੀ ਨਹੀਂ ਜਿਹੜਾ ਕੋਈ ਕਹੂਗਾ ਵੀ ਇਟਸ ਇੰਪੋਸੀਬਲ, ਇਹ ਨਹੀਂ ਹੋ ਸਕਦੀ। ਉਹ ਬੜੀਆਂ ਈਜ਼ੀਲੀ ਹੋ ਸਕਦੀਆਂ ਆ। ਜਿਹੜੀ 30 ਨੰਬਰ ਮਾਦੇ ਵਾਲਾ, ਮੈਂ ਕਹਿੰਦਾ ਜੇ ਆਪਾਂ ਉਹੀ ਇਕੱਲੀ ਲਾਗੂ ਕਰਾ ਦਈਏ ਵੀ ਇਹ ਆ ਕੇ ਸਾਰੇ ਜਿਹੜੇ ਲੀਡਰ ਆ ਸਾਡੇ ਨਾਲ 5 ਸਾਲ ਬਾਅਦ ਵਾਅਦੇ ਕਰ ਜਾਂਦੇ ਆ, ਹੱਥ 'ਚ ਗੁਟਕਾ ਫੜ ਕੇ ਕਰ ਜਾਂਦਾ, ਕੋਈ ਕੁਛ ਕਰ ਜਾਂਦਾ, ਤੇ ਬਾਅਦ 'ਚ ਕੋਈ ਪੁੱਛ-ਗਿੱਛ ਨਹੀਂ ਹੁੰਦੀ ਵੀ ਤੁਸੀਂ ਕੁਛ ਕੀਤਾ ਜਾਂ ਨਹੀਂ ਕੀਤਾ। ਇਹ ਸਾਡੀ ਸਿਆਸਤ ਦਾ ਇੱਕ ਆਦਤ ਜੀ ਸਿਆਸਤਦਾਨਾਂ ਦੀ ਬਣ ਗਈ ਆ ਵੀ ਆ ਕੇ ਕਹਿ ਦੇਣਾ ਹਰੇਕ ਬੰਦੇ ਨੂੰ 2-2 ਹਜ਼ਾਰ ਰੁਪਈਆ ਦਿਆਂਗੇ, ਹਰੇਕ ਬੀਬੀ ਨੂੰ ਦਿਆਂਗੇ ਇੰਨੇ ਪੈਸੇ, ਆ ਫਲਾਣੇ ਨੂੰ ਇੰਨੇ ਦਿਆਂਗੇ। ਪਰ ਪਤਾ ਹੁੰਦਾ ਸਭ ਨੂੰ ਵੀ ਇਹਨਾਂ ਨੇ ਦੇਣੇ ਨਹੀਂ ਹੈਗੇ, ਫਿਰ ਵੀ ਅਸੀਂ ਉਹਦੇ ਲਾਲਚ ਵਿੱਚ ਕਿਤੇ ਨਾ ਕਿਤੇ ਆ ਜਾਂਦੇ ਆ। ਸੋ ਇੱਕ ਇਹੋ ਜਿਹਾ ਡਾਕੂਮੈਂਟ ਜੇ ਬਣ ਜਾਵੇ ਜਿਹਦੇ ਉੱਤੇ ਜੋ ਉਹ ਵਾਅਦੇ ਕਰ ਰਹੇ ਆ ਉਹ ਜੇ ਪੂਰੇ ਨਹੀਂ ਉਤਰਦੇ ਤੇ ਉਹਨਾਂ ਨੂੰ ਕਿਤੇ ਹਾਈ ਕੋਰਟ 'ਚ, ਸੁਪਰੀਮ ਕੋਰਟ 'ਚ ਕਿਤੇ ਲਿਜਾਇਆ ਜਾ ਸਕੇ, ਤੇ ਇਕੱਲੀ ਇਸ ਮਤ ਦੇ ਨਾਲ ਕਾਫੀ ਜ਼ਿਆਦਾ ਸੁਧਾਰ ਆ ਸਕਦਾ ਆ। ਐਂਡ ਵਿੱਚ ਆਪਣਾ ਸਮਾਂ ਹੋ ਗਿਆ। ਸਿੰਘ ਜੀ ਇੱਕ ਗੱਲ ਹੋਰ ਕਰਨੀ ਚਾਹੂੰਗਾ ਵੀ ਜਿਹੜੇ ਵਾਅਦਿਆਂ ਦੀ ਗੱਲ ਕੀਤੀ ਆ, ਮੁੱਦਿਆਂ ਦੀ ਗੱਲ ਕੀਤੀ ਆ, ਪੰਜਾਬ ਦਾ ਵਾਧੀ ਆਪਾਂ ਗੱਲ ਕਰਦੇ ਭਾਰਤ ਦੇ ਵਿੱਚ ਜਿਹੜਾ ਮੇਨ ਜੁਮਲਾ ਸੀ ਉਹ ਸੀਗਾ ਵੀ ਸਵਿਸ ਬੈਂਕ ਤੋਂ ਅਕਾਊਂਟ ਚੋਂ ਪੈਸੇ ਕੱਢ ਕੇ ਲਿਆ ਕੇ ਹਰ ਇੱਕ ਬੰਦੇ ਦੇ ਮੇਰਾ ਖਿਆਲ ਖਾਤੇ ਵਿੱਚ 17 ਲੱਖ ਰੁਪਈਆ ਜਿਹੜਾ ਆ ਜਾਣਾ। 15 ਲੱਖ ਰੁਪਈਆ ਆ ਜਾਣਾ। ਫਿਰ ਉਹ ਇੱਕ ਅੱਖ ਵਾਲਾ ਰਾਮਦੇਵ ਬਾਬਾ, ਉਹ ਵੀ ਉਹਨੇ ਪ੍ਰਚਾਰ ਕੀਤਾ ਦੱਬ ਕੇ ਵੀ ਕਾਲਾ ਧਨ ਜਿਹੜਾ ਆ ਉਹ ਆ ਜਾਣਾ ਆ। ਈਵਨ ਅਮਿਤ ਸ਼ਾਹ ਨੇ, ਮੋਦੀ ਨੇ ਉਸ ਬੇਸ ਤੇ ਬੀਜੇਪੀ ਦਾ ਜਿਹੜਾ ਮੇਨ ਆ, ਲੋਕਾਂ ਨੇ ਕਿਹਾ ਵੀ ਜੇ ਵੋਟ ਪਾਤੀ ਬੀਜੇਪੀ ਨੂੰ 15 ਲੱਖ ਰੁਪਈਆ ਤਾਂ ਮਿਨੀਮਮ ਖਾਤੇ 'ਚ ਆਉਣਾ, ਸਿੱਧਾ ਡਾਇਰੈਕਟ ਡਿਪੋਜ਼ਿਟ ਹੋ ਜਾਣਾ, ਨਾਲੇ ਕੁਝ ਕਰਨਾ ਨਹੀਂ ਪੈਣਾ। ਬਾਅਦ ਵਿੱਚ ਜਦੋਂ ਅਮਿਤ ਸ਼ਾਹ ਨਾਲ ਇੰਟਰਵਿਊ ਕੀਤੀ ਗਈ, ਮੈਂ ਸੁਣ ਰਿਹਾ ਸੀਗਾ, ਤੇ ਉਹ ਕਹਿੰਦਾ ਇਹ ਇੱਕ ਜੁਮਲਾ ਸੀ, ਸਿਆਸੀ ਜੁਮਲਾ, ਤੇ ਸਿਆਸੀ ਜੁਮਲਿਆਂ ਦੇ ਉੱਪਰ ਉਹਨਾਂ ਨੇ ਆਪਣੀ ਜਿਹੜੀ ਆ ਭਾਰਤ ਦੇ ਵਿੱਚ ਬੀਜੇਪੀ ਨੇ ਆਪਣੀ ਸਰਕਾਰ ਬਣਾ ਲਈ। ਜੇ ਉਹ ਬਣਾ ਸਕਦੀ ਆ ਉਸੇ ਤਰਜ਼ ਤੇ, ਚਾਹੇ ਸਾਡੇ ਕਾਂਗਰਸ ਪਾਰਟੀ ਆ, ਚਾਹੇ ਆਪ ਆ, ਚਾਹੇ ਅਕਾਲੀ ਦਲ ਬਾਦਲ ਆ, ਤੇ ਹੋਰ XYZ ਬੀਜੇਪੀ ਆ, ਉਹ ਸਾਰੇ ਹੀ ਸੋਚਦੇ ਆ ਕਿ ਲੋਕੀ ਸਿਆਸੀ ਜੁਮਲਿਆਂ 'ਚ ਫਸਦੇ ਆ ਤੇ ਸਿਆਸੀ ਜੁਮਲਿਆਂ ਨੂੰ ਧਿਆਨ ਨਾਲ ਸੁਣਦੇ ਆ। ਪਰ ਆ ਜਿਹੜਾ ਕਿਸਾਨ ਅੰਦੋਲਨ ਆਇਆ, ਇਹਨੇ ਕਾਫੀ ਚੇਂਜਸ ਲਿਆਂਦੀਆਂ, ਲੋਕਾਂ ਨੂੰ ਸਵਾਲ ਕਰਨੇ ਸ਼ੁਰੂ ਕੀਤੇ ਆ। ਮੈਂ ਇਹੀ ਕੋਸ਼ਿਸ਼ ਕਰੂੰਗਾ ਸਰਦਾਰ ਹਰਮੀਤ ਸਿੰਘ ਜੀ, ਤੁਸੀਂ ਲੋਕਾਂ ਨੂੰ ਜਿੰਨਾ ਜਾਗਰਤ ਕਰੋਗੇ, ਜਿੰਨਾ ਤੁਹਾਡੇ ਬੰਦੇ ਸੋਸ਼ਲ ਮੀਡੀਆ ਤੇ ਬੋਲਣਗੇ, ਖੋਲ ਕੇ ਬੋਲਣਗੇ, ਮੁੱਦਿਆਂ ਤੇ ਬੋਲਣਗੇ। ਜਿੱਦਾਂ ਹੁਣ ਆਪਾਂ ਬਾਰਡਰ ਦੀ ਗੱਲ ਕੀਤੀ ਹੈ, ਜੇ ਪਾਕਿਸਤਾਨ ਅਫਗਾਨਿਸਤਾਨ ਨੂੰ ਸਾਡੇ ਟਰੱਕ ਜਾਣ ਲੱਗ ਪੈਣ ਇੱਥੋਂ ਭਰ ਕੇ ਹਰ ਚੀਜ਼ ਦੇ, ਸਿੱਧਾ ਅਸੀਂ ਕਿੱਥੇ ਦੁਬਈ, ਇਰਾਕ, ਈਰਾਨ, ਜਿੱਥੇ ਸਬਜ਼ੀਆਂ ਫਲ ਫਰੂਟ ਨਹੀਂ ਹੁੰਦੇ, ਉੱਥੇ ਤੱਕ ਆਪਣਾ ਸਮਾਨ ਜਿਹੜਾ ਆ, ਚਾਹੇ ਉਹ ਹਿਮਾਚਲ ਦੇ ਲੋਕ ਆ, ਸੇਬਾਂ ਦੀ ਖੇਤੀ ਆ, ਚਾਹੇ ਉਹ ਪੰਜਾਬ ਦੀ ਆ। ਤੀਜੀ ਗੱਲ ਜਿਹੜੀ ਡਾਇਵਰਸੀਫਾਈ ਦੀ ਆ, ਸਰਕਾਰ ਇਹਨੂੰ ਬਿਲਕੁਲ, ਇਹ ਸਟੇਟ ਸਬਜੈਕਟ ਆ, ਸਟੇਟ ਇਹਨੂੰ ਲਾ ਸਕਦੀ ਆ। ਅਸੀਂ ਪਹਿਲੇ ਦਿਨ ਹੀ ਜਦੋਂ ਕਿਸਾਨੀ ਮੁੱਦੇ ਸ਼ੁਰੂ ਕੀਤੇ, ਉਹ 'ਚ ਸਭ ਤੋਂ ਪਹਿਲਾਂ ਰੱਖਿਆ ਸੀ ਵੀ ਜੇ ਸਾਡੇ ਕੋਲ 22 ਜ਼ਿਲ੍ਹੇ ਆ ਪੰਜਾਬ ਦੇ ਵਿੱਚ, ਤੇ ਹਰ 2 ਜ਼ਿਲ੍ਹਿਆਂ 'ਚ, 4 ਜ਼ਿਲ੍ਹਿਆਂ 'ਚ ਵੀ ਬਣਦਾ ਵੀ 2 ਜ਼ਿਲ੍ਹੇ ਹੀ ਝੋਨਾ ਲਾ ਸਕਦੇ ਆ, 2 ਜ਼ਿਲ੍ਹੇ ਕਣਕ ਲਾਉਣਗੇ, 2 ਜ਼ਿਲ੍ਹੇ ਆ ਲਾਉਣਗੇ। ਜਿੰਨੀ ਪੰਜਾਬ ਦੀ ਡਿਮਾਂਡ ਆ, ਸਭ ਤੋਂ ਪਹਿਲਾਂ ਪੰਜਾਬ ਦੀ ਡਿਮਾਂਡ ਸੋਚ ਕੇ, ਉਸ ਤੋਂ ਬਾਅਦ ਐਕਸਪੋਰਟ ਦਾ ਸੋਚ ਕੇ ਵੀ ਹਾਂ ਵੀ ਆਪਾਂ ਨੂੰ ਐਕਸਪੋਰਟ ਕਿੰਨਾ ਹੁੰਦਾ। ਇਹ ਸਾਰਾ ਡਾਟਾਬੇਸ ਜਿਹੜਾ ਆ, ਇਹ ਤਾਂ ਪੰਜਾਬ ਸਟੇਟ ਗੌਰਮੈਂਟ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ, ਕੋਲ ਹੋਣਾ ਚਾਹੀਦਾ ਵੀ ਕਿੰਨਾ ਝੋਨਾ ਸਾਡਾ ਪੈਦਾ ਹੁੰਦਾ ਆ। ਅਸੀਂ ਦੇਖਿਆ ਕਿ FCI ਜਿਹੜੇ ਗੋਦਾਮ ਹੁੰਦੇ ਆ, ਉਹਨਾਂ 'ਚ ਉੱਲੀ ਲੱਗ ਜਾਂਦੀ ਆ, ਬੋਰੀਆਂ ਗਲ ਜਾਂਦੀਆਂ, ਸੜ ਜਾਂਦਾ, ਅਨਾਜ ਵਿਕਦਾ ਹੀ ਨਹੀਂ ਆ, ਵੀ ਇੰਨਾ ਸਰਪਲਸ ਖਰੀਦਿਆ ਜਾਂਦਾ। ਉਹ ਜੇ ਚਾਹੇ ਉਹ ਪੈਸੇ ਕਿਸਾਨਾਂ ਨੂੰ ਮਿਲਦੇ ਖਰੀਦ ਕੇ MSP ਤੇ, ਪਰ ਫਿਰ ਵੀ ਉਹ ਜਿਹੜਾ ਫੂਡ ਆ ਉਹ ਖਰਾਬ ਜਾਂਦਾ ਆ, ਕਿਉਂਕਿ ਉਹ ਐਕਸੈਸ ਦੇ ਵਿੱਚ ਖਰੀਦਣਾ ਪੈਂਦਾ, ਸਰਕਾਰ ਨੂੰ ਵੀ ਘਾਟਾ ਉਹਦੇ ਵਿੱਚ। ਜੇ ਡਾਇਵਰਸੀਫਾਈ ਕੀਤਾ ਜਾਵੇ ਤਾਂ ਉਹ ਬੈਸਟ ਤਰੀਕਾ ਆ। ਹਾਂਜੀ ਵੀਰਵਿੰਦਰ ਸਿੰਘ ਜੀ, ਅਗਲਾ ਤੁਹਾਡਾ ਸਵਾਲ ਆ। ਬਿਲਕੁਲ ਜੀ, ਆਪਾਂ ਆਖਰੀ ਦੇ ਵਿੱਚ ਸਵਾਲ ਤਾਂ ਆਪਾਂ ਭਾਵੇਂ ਸਾਰਾ ਦਿਨ ਕਰੀ ਜਾਈਏ, ਮਸਲੇ ਇੰਨੇ ਆ ਪੰਜਾਬ ਦੇ ਵੀ ਉਹ ਮੁੱਕ ਨਹੀਂ ਸਕਦੇ। ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਪੁੱਛਣੀ ਚਾਹੂੰਗਾ ਕਿ ਅਸੀਂ 2 ਹਫ਼ਤੇ ਪਹਿਲਾਂ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੂੰ ਲੈ ਕੇ ਆਏ ਸੀ ਪ੍ਰੋਗਰਾਮ 'ਚ,
ਤੇ ਬਹੁਤ ਸਾਰੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਆ ਜਿਨ੍ਹਾਂ ਦਾ ਆਪਾਂ ਕਹ ਲਈਏ ਵੀ ਆਪਣਾ ਇੱਕ ਮੈਨੀਫੈਸਟੋ, ਆਪਣਾ ਇੱਕ ਮਨੋਰਥ ਪੱਤਰ ਬਣਿਆ ਹੋਇਆ, ਜਿਹਦੇ ਵਿੱਚ ਉਹ ਰਾਜਨੀਤੀ 'ਚ ਨਹੀਂ ਆਉਣਾ। ਉਹਨਾਂ ਨੇ ਲਿਖਿਆ ਹੋਇਆ ਵੀ ਅਸੀਂ ਰਾਜਨੀਤੀ ਵਿੱਚ ਨਹੀਂ ਆਵਾਂਗੇ। ਜਿੱਦਾਂ ਤੁਸੀਂ ਕਹਿ ਰਹੇ ਆ ਵੀ ਤੁਸੀਂ ਰਾਜਨੀਤੀ 'ਚ ਨਹੀਂ ਆਉਂਗੇ, ਉਹ ਵੀ ਇਹੀ ਗੱਲ ਕਰ ਰਹੇ ਸੀ ਵੀ ਸਾਨੂੰ ਇਹ ਲੱਗਦਾ ਅਸੀਂ ਬਾਹਰ ਰਹਿ ਕੇ ਇੱਕ ਕੁੰਡਾ ਜੇ ਤਿਆਰ ਕਰ ਲਈਏ ਤੇ ਅਸੀਂ ਜ਼ਿਆਦਾ ਵਧੀਆ ਕੰਮ ਕਰ ਸਕਦੇ ਹਾਂ। ਤੁਸੀਂ ਵੀ ਇਹੀ ਕਹਿ ਰਹੇ ਆ। ਇਹੋ ਜਿਹੇ ਜਿਹੜੇ ਹਮਖਿਆਲੀ ਕਿਸਾਨੀ ਲੀਡਰ ਆ ਜਾਂ ਹੋਰ ਲੋਕ ਆ, ਉਹਨਾਂ ਨੂੰ ਤੁਸੀਂ ਆਪਣੇ ਜਥੇਬੰਦੀ 'ਚ ਕਿਵੇਂ ਲਓਗੇ? ਉਹਨਾਂ ਨੂੰ ਲੈ ਕੇ ਇੱਕ ਪ੍ਰੈਸ਼ਰ ਗਰੁੱਪ ਵੱਡਾ ਬਣ ਜਾਵੇ, ਕਿਉਂਕਿ ਪ੍ਰੈਸ਼ਰ ਗਰੁੱਪ ਤਾਂ ਹੈ, ਪਰ ਜਿੱਦਾਂ ਮੈਂ ਕਿਹਾ ਵੀ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਜੀ, ਕੁਛ ਕਲਾਕਾਰ ਆ, ਕੁਛ ਬੁੱਧੀਜੀਵੀ ਆ, ਪਹਿਲਾਂ ਵੀ ਲਿਖਦੇ ਸੀਗੇ, ਪੰਜਾਬੀ ਟ੍ਰਿਬਿਊਨ ਭਰੀ ਪਈ ਆ, ਇਹਨਾਂ ਨੇ ਲਿਖ ਕੇ ਹੋਰ ਲਿਖੀ ਜਾਊਗੇ, ਕੀ ਫਰਕ ਪੈਂਦਾ ਸਾਨੂੰ। ਉਹਨਾਂ ਨੇ ਆਪਣੀ ਰਾਜਨੀਤੀ ਜਿਹੜੀ ਆ ਧਰਮ ਦੇ ਨਾਂ 'ਤੇ ਜਾਂ ਹੋਰ ਪਖੰਡਾਂ ਦੇ ਨਾਂ 'ਤੇ ਉਹ ਕਰੀ ਜਾਣੀ ਆ। ਉਹ ਤੁਹਾਡੇ ਜਾਣ ਤੋਂ ਬਾਅਦ ਅਸੀਂ ਉਹਦੇ 'ਤੇ ਵੀ ਥੋੜ੍ਹੀ ਜਿਹੀ ਚਰਚਾ ਕਰਾਂਗੇ ਵੀ ਜਿਹੜੇ ਧਰਮ ਦੇ ਨਾਂ ਦੇ ਉੱਤੇ ਦੁਬਾਰਾ ਫਿਰ ਇਲੈਕਸ਼ਨ ਆਉਣ ਵਾਲੀ ਹੁੰਦੀ ਆ ਅਤੇ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ, ਉਹਦਾ ਵੀ ਕੀ ਰੀਜ਼ਨ ਹੁੰਦਾ ਆ। ਕਿਉਂਕਿ ਅਸੀਂ ਇਮੋਸ਼ਨਲ ਆ ਬਹੁਤ, ਸਾਡੀ ਕੌਮ ਜਿਹੜੀ ਆ ਬਹੁਤ ਇਮੋਸ਼ਨਲ ਆ। ਇਹ ਇਹੋ ਜਿਹਾ ਮੁੱਦਾ ਅਸੀਂ ਝੱਟ ਇਮੋਸ਼ਨਲ ਹੋ ਜਾਂਦੇ ਆ। ਤੁਸੀਂ ਸੋਚੋ ਕਿੰਨੀਆਂ ਬੇਅਦਬੀਆਂ ਹੁਣ ਤੱਕ ਹੋ ਚੁੱਕੀਆਂ, ਕਿੰਨੀ ਵਾਰੀ ਬਾਦਲ ਸਾਹਿਬ, ਵੱਡੇ ਪ੍ਰਕਾਸ਼ ਸਿੰਘ ਬਾਦਲ ਹੁਣੀ ਆ ਕੇ ਬਿਆਨ ਦਿੱਤਾ ਟੀਵੀ ਦੇ ਉੱਤੇ, ਅੱਜ 5 ਮਿੰਟਾਂ ਦੇ ਵਿੱਚ ਆ ਕੇ ਬਿਆਨ ਦੇ ਦਿੱਤਾ ਉਹਨਾਂ ਨੇ। ਹਾਲਾਂਕਿ ਉਹ ਬੰਦਾ ਜਿਹੜਾ ਉਹਨੇ ਛਾਲ ਮਾਰ ਕੇ ਹਲੇ ਅੰਦਰ ਹੀ ਗਿਆ ਸੀ, ਹਲੇ ਬੇਅਦਬੀ ਨਹੀਂ ਹੋਈ। ਜਿੱਥੇ ਹੋਈਆਂ ਆ ਉੱਥੇ ਤਾਂ ਤੁਸੀਂ ਡਾਂਗਾ ਚਲਵਾਤੀਆਂ, ਬੰਦੇ ਮਰਵਾਤੇ ਬਰਗਾੜੀ ਦੇ ਵਿੱਚ, ਤੇ ਅੱਜ ਤੁਹਾਨੂੰ ਹੁਣ ਬੇਅਦਬੀ ਦਾ ਚੇਤਾ ਆ ਗਿਆ। ਉਹ ਵੀ ਅਸੀਂ ਤੁਹਾਡੇ ਜਾਣ ਤੋਂ ਬਾਅਦ ਗੱਲ ਕਰਾਂਗੇ, ਪਰ ਆਪਾਂ ਆਪਣੇ ਮੁੱਦੇ 'ਤੇ ਰਹੀਏ ਵੀ ਉਹਨਾਂ ਕਿਸਾਨ ਲੀਡਰਾਂ ਨੂੰ ਜਿਹੜੇ ਹਮਖਿਆਲੀ ਆ, ਜਿਹੜੇ ਰਾਜਨੀਤੀ 'ਚ ਨਹੀਂ ਆਉਣੇ ਚਾਹੁੰਦੇ ਜਾਂ ਜਿਹੜੇ ਆਉਣੇ ਵੀ ਚਾਹੁੰਦੇ ਆ, ਉਹਨਾਂ ਤੱਕ ਕਿਵੇਂ ਅਪਰੋਚ ਕਰੀਏ ਤੇ ਕਿੱਦਾਂ ਉਹਨਾਂ ਨੂੰ ਆਪਣੇ ਨਾਲ ਲਈਏ? ਉਹਦੇ ਚ ਸਾਰਿਆਂ ਨੂੰ ਹੀ ਅਸੀਂ ਤਾਂ ਸੱਦਾ ਦਿੱਤਾ, ਮਿਲਾਂਗੇ ਵੀ ਸਭ ਨੂੰ, ਕਿ ਜ਼ਰੂਰੀ ਨਹੀਂ ਇਹ ਬੰਦੇ ਰਹਿਣ, ਮਤਲਬ ਕੋਈ ਵੀ ਫਰੰਟ ਇਸ ਏਜੰਡੇ ਦੇ ਉੱਤੇ ਆਪਣਾ ਕੁਝ ਸ਼ਾਮਲ ਕਰਕੇ ਇਹਨੂੰ ਫੋਲੋ ਕਰਨ ਲਈ ਜਿੱਡਾ ਮਰਜ਼ੀ ਫਰੰਟ ਬਣ ਸਕਦਾ ਹੈ। ਕੋਈ ਇਹਨਾਂ ਦਾ ਕੋਈ ਲਾਇਸੈਂਸ ਨਹੀਂ ਲੈ ਲਿਆ ਵੀ ਜਾਂ ਮੋਨੋਪੋਲੀ ਨਹੀਂ ਹੈ, ਕਿ ਇਹ ਤਾਂ ਸ਼ੁਰੂਆਤ ਕਰਨ ਵਾਲੇ 15 ਬੰਦੇ ਨੇ, ਨਾ ਇਹ 'ਚ ਕੋਈ ਅਹੁਦੇਦਾਰ ਆ, ਨਾ ਕੋਈ ਪ੍ਰਧਾਨ ਹੈ, ਨਾ ਕੋਈ ਫਲਾਨਾ, ਨਾ ਕੋਈ ਕੁਛ ਨਹੀਂ। ਇਹ ਸਿਸਟਮ ਇਹ ਖੁੱਲ੍ਹਾ ਜਾਏ ਵੀ 15, ਇਸੇ ਕਰਕੇ 15 ਨਾਮ ਦੇਤੇ ਜਿਨ੍ਹਾਂ ਵੱਲੋਂ ਆ ਰਿਹਾ। ਔਰ ਈਵਨ ਜਿਹੜੀਆਂ 32 ਕਿਸਾਨ ਜਥੇਬੰਦੀਆਂ ਵੀ ਨੇ, ਉਹਨਾਂ ਦੀ ਅੱਜ ਵੀ ਮੀਟਿੰਗ ਹੋਈ ਹੈ ਮੁੱਲਾਪੁਰ ਦੇ ਵਿੱਚ। ਹਾਂਜੀ, ਉਹਦੇ ਚ ਵੀ ਕੁਝ ਜਥੇਬੰਦੀਆਂ ਤਾਂ ਇਹੋ ਜਿਹੀਆਂ ਨੇ ਜਿਹੜੀਆਂ ਚੋਣ ਲੜਨ ਦੀ ਵੀ ਗੱਲ ਕਰ ਰਹੀਆਂ ਨੇ ਕਿ ਚੋਣ ਲੜਨੀ ਚਾਹੀਦੀ ਹੈ, ਕੋਈ ਇਹੋ ਜਿਹਾ ਫੋਰਮ ਵਿੱਚੋਂ ਨਿਕਲਣਾ ਚਾਹੀਦਾ। ਕੁਝ ਇਹੋ ਜਿਹੀਆਂ ਨੇ ਵੀ ਅਸੀਂ ਨਹੀਂ ਲੜਦੇ। ਤਾਂ ਉੱਥੇ ਵੀ ਇੱਕ ਗੱਲ ਇਹ ਸਗੋਂ ਚੱਲ ਰਹੀ ਹੈ ਵੀ ਜਿਹੜੇ ਨਹੀਂ ਲੜਦੇ ਉਹ ਇੱਕ ਉਹੀ ਗਦਰੀਆਂ ਦੇ ਕੁੰਡੇ ਵਾਲਾ ਇੱਕ ਗਰੁੱਪ ਬਣਾ ਲਓ, ਜਿਵੇਂ ਤੁਸੀਂ ਕਹਿੰਦੇ ਹੋ ਵੀ ਭਾਈ ਤੁਸੀਂ ਲੜ ਲਓ, ਜਿਹੜਾ ਲੜਨਾ ਹੈ ਅਸੀਂ ਤੁਹਾਡੇ ਤੇ ਵੀ ਉਨਾ ਹੀ ਚੈੱਕ ਰੱਖਾਂਗੇ ਜਿੰਨਾ ਦੂਜਿਆਂ ਤੇ ਚੈੱਕ ਰੱਖਾਂਗੇ, ਤਾਂ ਕਿ ਇੱਕ ਵੱਡਾ ਗਰੁੱਪ, ਇੱਕ ਵੱਡੀ ਫੋਰਸ ਖੜੀ ਹੋਵੇ ਪੈਰਲਲ। ਜਦ ਤੁਸੀਂ ਆਪਣੇ ਬੰਦਿਆਂ ਤੇ ਵੀ ਚੈੱਕ ਰੱਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਆਪਣਾ ਬੰਦਾ ਸ਼ਰਮ ਜ਼ਿਆਦਾ ਕਰਦਾ ਹੈ, ਉਹਨੂੰ ਦੂਜਿਆਂ ਨਾਲੋਂ ਅੱਗੇ ਜਾ ਕੇ। ਹਾਂ, ਜਿਹੜਾ ਪਰ ਫਿਰ ਜੇ ਉਹ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਦਾ ਇੱਕ ਗਰੁੱਪ ਜੋ ਲੜਨਾ ਚਾਹੁੰਦਾ, ਉਸ ਏਜੰਡੇ ਤੇ ਲੜਨਾ ਚਾਹੁੰਦਾ ਤੁਹਾਡੀ ਸਹਿਮਤੀ ਨਾਲ, ਤਾਂ ਤੁਹਾਨੂੰ ਉਹਦੀ ਸਪੋਰਟ ਕਰਨੀ ਪਏਗੀ, ਪਰ ਨਾਲ ਉਹਨਾਂ ਤੇ ਫਿਰ ਕੁੰਡਾ ਵੀ ਰੱਖਣਾ ਪਏਗਾ। ਦੋ ਗੱਲਾਂ ਮਤਲਬ ਕਰਨ ਦੀ ਲੋੜ ਹੈ। ਐ ਤਾਂ ਨਹੀਂ ਚੱਲੂਗਾ ਕੰਮ ਵੀ ਅਸੀਂ ਚਾਹੇ ਸਾਡਾ ਏਜੰਡਾ ਲੈ ਲਓ, ਸਾਡਾ ਕੋਈ ਸਰੋਕ ਤੁਹਾਡੇ ਨਾਲ ਲਾਗਾ ਦੀ ਗੱਲ। ਫਿਰ ਇੱਕ ਮੋਰਲ ਕਮਿਟਮੈਂਟ ਹੋ ਜਾਂਦੀ ਹੈ। ਜੇਕਰ ਤੁਹਾਡਾ ਏਜੰਡੇ ਨੂੰ ਕੋਈ ਨਵੀਂ ਧਿਰ ਇਹ ਕਹਿੰਦੀ ਹੈ ਕਿ ਅਸੀਂ ਕਰਾਂਗੇ, ਤਾਂ ਮੈਨੂੰ ਲੱਗਦਾ ਜਥੇਬੰਦੀਆਂ ਦਾ ਏਕਾ ਵੀ ਇਸੇ ਚ ਰਹਿ ਸਕਦਾ, ਜਿਨ੍ਹਾਂ ਦੀ ਤਾਂ ਇਹ ਮਰਿਆਦਾ ਕਿ ਅਸੀਂ ਤਾਂ ਇਹ ਲੜਨੀ ਨਹੀਂ, ਉਹ ਇੱਕ ਜਗ੍ਹਾ ਇਕੱਠੀਆਂ ਹੋ ਕੇ ਰਹਿਣ। ਜਿਹੜਾ ਵਿੱਚੋਂ ਕੋਈ ਲੜਨਾ ਚਾਹੁੰਦਾ, ਜੋ ਲੜ ਵੀ ਲਵੇ ਤਾਂ ਵੀ ਕੋਈ ਗੱਲ ਨਹੀਂ, ਦੋਨਾਂ ਦਾ ਮਕਸਦ ਇੱਕ ਹੈ ਕਿ ਅਸੀਂ ਸਿਸਟਮ ਦੇ ਵਿੱਚ ਕਿਸਾਨਾਂ ਪੱਖੀ, ਮਜ਼ਦੂਰਾਂ ਪੱਖੀ ਗੱਲ ਕਰਨੀ ਹੈ। ਉਹ ਆਪਣੇ ਆਪਣੇ ਅਕੀਦੇ ਤੇ ਰਹਿ ਕੇ ਇੱਕ ਦੂਜੇ ਨੂੰ ਮਤਲਬ ਸਹਾਇਤਾ ਵੀ ਕਰ ਸਕਦੇ ਨੇ, ਇੱਕ ਦੂਜੇ ਤੇ ਚੈੱਕ ਵੀ ਰੱਖ ਸਕਦੇ ਨੇ। ਦੋਨੋਂ ਚੀਜ਼ਾਂ ਹੋ ਸਕਦੀਆਂ ਨੇ। ਅਗਲੇ ਦਿਨਾਂ ਦੇ ਵਿੱਚ ਸ਼ਾਇਦ ਇਹਦੇ ਚੋਂ ਕੋਈ ਚੰਗਾ ਨਿਕਲਣ ਦੀ ਉਮੀਦ ਵੀ ਕੀਤੀ ਜਾਣੀ ਚਾਹੀਦੀ ਹੈ, ਕੁਛ ਹੋਰ ਹੋਵੇ। ਪਰ ਜਿਸ ਤਰੀਕੇ ਨਾਲ ਪੰਜਾਬੀਆਂ ਨੂੰ ਸੁਚੇਤ ਹੋਣਾ ਪਏਗਾ, ਬੀਜੇਪੀ ਲੱਗੀ ਹੋਈ ਹੈ ਪੰਜਾਬ 'ਚ, ਵੱਡੇ ਵੱਡੇ ਆਗੂ ਜਾ ਰਹੇ ਨੇ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਜਿਹੜੀ ਕਿ ਬੜੀ ਪੇਨਫੁਲ ਵੀ ਬੜੀ ਵਾਰ ਦਿਖਾਈ ਦਿੰਦੀ ਹੈ। ਐਡਾ ਵੱਡਾ ਅੰਦੋਲਨ ਹਿੰਦੂਤਵ ਦੇ ਏਜੰਡੇ ਦੇ ਖਿਲਾਫ ਕਿਸਾਨਾਂ ਨੇ ਕੀਤਾ, ਤੇ ਕਿੰਨੇ ਸਿੱਖ ਵੱਡੇ ਵੱਡੇ ਉਹਦੇ ਵਾਲੇ, ਮਤਲਬ ਕੋਈ ਕਹਿੰਦਾ ਮੈਂ ਰੁਤਬੇ ਵਾਲਾ ਬੰਦਾ, ਮੈਂ MLA ਚੁਣਿਆ ਗਿਆ ਸੀ, ਮੈਂ ਫਲਾਨਾ ਸੀ, ਮੈਂ ਧਾਰਮਿਕ ਬੰਦਾ, ਧੱਕੇ ਨਾਲ ਭੱਜ ਬੀਜੇਪੀ ਦੇ ਵਿੱਚ ਜਾ ਰਹੇ ਨੇ। ਕੋਈ ਜ਼ਮੀਰ ਦਾ ਕੋਈ ਕੁਐਸਚਨ ਹੁੰਦਾ ਮਾੜਾ ਮੋਟਾ, ਕਿਤੇ ਨਾ ਕਿਤੇ ਸੰਗ ਸਰ ਕੋਈ ਸਾਰੀਆਂ ਚੀਜ਼ਾਂ ਦੇਖਦਾ ਬੰਦਾ, ਲੋਕਾਚਾਰੀ ਵੀ ਦੇਖਦਾ ਜੇਕਰ ਨਾ ਬਣਿਆ ਹੋਵੇ। ਇਹ ਰੁਝਾਨ ਨੂੰ ਠੱਲ ਬੜੇ ਜੇ ਨਾ ਪਾਏਗੀ, ਇਹ ਬਹੁਤ ਖਤਰਨਾਕ ਰੁਝਾਨ ਹੋਏਗਾ ਪੰਜਾਬ ਦੇ ਵਿੱਚ। ਹਾਲਾਂਕਿ ਮਾਹੌਲ ਪੰਜਾਬ ਦੇ ਪਿੰਡਾਂ 'ਚ ਕੋਈ ਨਹੀਂ ਜਿਹੜਾ ਬੀਜੇਪੀ ਨਾਲ ਖੜ ਗਿਆ, ਉਹਦੀ ਟਿਕਟ ਤੇ ਆਇਆ, ਕਿਸੇ ਨੇ ਕੁਝ ਨਹੀਂ ਕਿਸੇ ਨੂੰ ਪੁੱਛਣਾ, ਇਹ ਪ੍ਰੈਕਟਿਸ ਹੈ। ਪਰ ਇੱਕ ਮੋਰਲ ਗਰਾਊਂਡ ਤੇ ਤਾਂ ਇੱਕ ਸਵਾਲ ਖੜਾ ਹੋ ਹੀ ਜਾਂਦਾ ਨਾ ਜਾ ਕੇ, ਕਿ ਜੇ ਇਸ ਪੱਧਰ ਦੇ ਉੱਤੇ ਬੰਦੇ ਜਾਂਦੇ ਨੇ, ਦੇਖੋ ਜੀ, ਔਰ ਇੱਥੇ ਇੰਨੀ ਜ਼ਿਆਦਾ ਚਰਚਾ, ਫਲਾਣੇ MLA ਵੀ 2-3 ਜਾਣ ਨੂੰ ਤਿਆਰ ਨੇ ਜੀ, ਫਲਾਨਾ ਬੰਦਾ ਵੀ ਤਿਆਰ ਹੈ
ਜੀ ਫਲਾਣੇ ਬੰਦੇ ਪਹਿਲਾਂ ਲੀਡਰ ਰਹੇ ਨੇ, ਉਹ ਵੀ ਜਾਣ ਨੂੰ ਤਿਆਰ ਨੇ। ਇਹਦੇ ਖਿਲਾਫ ਵੀ ਇੱਕ ਡਿਸਕੋਰਸ ਖੜਾ ਹੋਣਾ ਚਾਹੀਦਾ ਕਿ ਤੁਹਾਨੂੰ ਇੱਕ ਫਿਊਚਰ ਦਾ ਤੁਸੀਂ ਉਹਨੂੰ ਲੈਜੀਟੀਮੇਸੀ ਬਖਸ਼ ਰਹੇ ਹੋ, ਤੁਸੀਂ ਉਹਨੂੰ ਵਾਜਬੀਅਤ ਬਖਸ਼ ਰਹੇ ਹੋ। ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਹੋਰ ਜ਼ਬਰ ਕਰਨ ਦੀ, ਦਲਿਤਾਂ ਤੇ ਹੋਰ ਜ਼ਬਰ ਕਰਨ ਦੀ, ਬਾਕੀਆਂ ਤੇ ਹੋਰ ਕਰਨ ਦੀ। ਜਦੋਂ ਬੀਜੇਪੀ ਨੂੰ ਕੋਈ ਚਿਮਟੇ ਨਾਲ ਨਹੀਂ ਸੀ ਚੱਕਦਾ, ਪਹਿਲੀ ਲੈਜੀਟੀਮੇਸੀ ਦੀ ਗਲਤੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਨੇ ਕੀਤੀ 1996 ਦੇ ਵਿੱਚ। ਜੇ ਉਹ ਗਲਤੀ ਨਾ ਕੀਤੀ ਹੁੰਦੀ ਸ਼ਾਇਦ ਬੀਜੇਪੀ ਇੱਥੇ ਨਾ ਹੁੰਦੀ ਹੁਣ ਜਿਹੜੀਆਂ ਪੋਜੀਸ਼ਨਾਂ ਦੇ ਵਿੱਚ ਹੁਣ ਆਏ ਹੋਏ ਨੇ। ਇਸ ਗੱਲ ਤੇ ਜ਼ਰੂਰ ਫੋਕਸ ਮੇਰਾ ਖਿਆਲ ਨਾਲ ਦੀ ਨਾਲ ਪੰਜਾਬ ਦੇ ਲੋਕਾਂ ਨੂੰ, ਪੂਰੇ ਡਾਇਸਪੋਰਾ ਨੂੰ ਵੀ, ਸਾਰੇ ਜਿਹੜੇ ਪੰਜਾਬ ਦਰਦੀ ਲੋਕ ਨੇ ਇਕੱਠੇ ਹੋ ਕੇ ਇੱਕ ਆਵਾਜ਼ ਦੇ ਰੂਪ ਦੇ ਵਿੱਚ ਉਹਨਾਂ ਸੱਜਣਾਂ ਦੇ ਕੰਨਾਂ ਤੱਕ ਜਾਂਦੀ ਰਹਿਣੀ ਚਾਹੀਦੀ ਹੈ ਕਿ ਤੁਸੀਂ ਭਵਿੱਖ ਲਈ ਠੀਕ ਨਹੀਂ ਕਰ ਰਹੇ ਹੋ, ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਬਿਲਕੁਲ ਜੀ। ਇਹ ਸਾਰੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਨਾ, ਉਹ ਕਹਿੰਦੇ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਈਦ ਪਿੱਛੋਂ ਤੰਬਾ ਫੂਕਣਾ। ਮੈਂ ਕੱਲ ਸੁਖਬੀਰ ਸਿੰਘ ਬਾਦਲ ਦੀ ਇੰਟਰਵਿਊ ਸੁਣ ਰਿਹਾ ਸੀ, ਕਹਿੰਦਾ ਸਾਡਾ ਜਿਹੜਾ ਅਲਾਇੰਸ ਸੀਗਾ ਬੀਜੇਪੀ ਨਾਲ, ਸਾਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਉਹਨਾਂ ਕੋਲ ਤਾਂ ਕੋਈ ਟਿਕਟ ਹੀ ਨਹੀਂ ਸੀ ਹੁੰਦੀ, ਉਹਨਾਂ ਕੋਲ ਤਾਂ ਕੋਈ ਵੋਟ ਹੀ ਨਹੀਂ ਸੀ ਹੁੰਦੀ। ਅਸੀਂ ਤਾਂ ਉੱਦਾਂ ਹੀ ਉਹਨਾਂ ਨੂੰ 23 ਦੇ ਉੱਤੇ ਸਮਝੌਤਾ ਕਰ ਦਿੰਦੇ ਸੀ ਵੀ ਮੂਰਖਾ, ਵੀ ਸਮਝੌਤਾ ਫਿਰ ਕੀਤਾ ਕਿਉਂ ਸੀ ਜੇ ਕੁਝ ਨਹੀਂ ਸੀ ਹੁੰਦਾ ਉਹਨਾਂ ਕੋਲ ਤਾਂ। ਫਿਰ ਤੈਨੂੰ ਕੋਈ ਸਵਾਲ ਪੁੱਛਣ ਵਾਲਾ ਹੋਵੇ ਵੀ ਤੂੰ ਪੰਜਾਬ ਨੂੰ ਇਸ ਪਾਸੇ ਝੋਕਿਆ ਹੀ ਕਿਉਂ ਉਹਨਾਂ ਨੂੰ ਇਹ ਪੰਜਾਬ ਦੇ ਵਿੱਚ ਆਉਣ ਦਿੱਤਾ? ਉਹਨਾਂ ਨੇ ਆਉਣਾ ਹੀ ਨਹੀਂ ਸੀ, ਤੂੰ ਆਪ ਹੀ ਕਹਿ ਰਿਹਾ ਵੀ ਉਹਨਾਂ ਦਾ ਕੋਈ ਵਜੂਦ ਨਹੀਂ ਹੈਗਾ, ਫਿਰ ਲਿਆ ਕਿਉਂ ਸੀ? ਸੋ ਖੈਰ, ਬਹੁਤ ਸੋਹਣੀਆਂ ਤੁਸੀਂ ਅੱਜ ਬੜੇ ਸੋਹਣੇ ਤਰੀਕੇ ਨਾਲ ਗੱਲਾਂ ਕੀਤੀਆਂ, ਸਮਝਾਇਆ। ਆਪਣਾ ਟਾਈਮ ਉੱਪਰ ਚੱਲ ਰਿਹਾ ਹੈ, ਆਪਾਂ ਸੰਗਤਾਂ ਨੂੰ ਵੀ ਟਾਈਮ ਦੇਣਾ। ਬਹੁਤ ਧੰਨਵਾਦ। ਫਿਰ ਕਿਸੇ ਦਿਨ ਤੁਹਾਨੂੰ ਲੈ ਕੇ ਆਵਾਂਗੇ ਕਿਉਂਕਿ ਪੰਜਾਬ ਬਾਰੇ ਕੋਈ ਵੀ ਗੱਲ ਕਰਨੀ ਹੁੰਦੀ ਆ, ਸਾਡੇ 2-3 ਨਾਂ ਹੀ ਦਿਮਾਗ 'ਚ ਆਉਂਦੇ ਆ। ਤੁਸੀਂ ਹੋ ਗਏ, ਮਨਜੀਤ ਸਿੰਘ ਹੁਣੀ ਹੋ ਗਏ, ਜਾਂ ਸਾਡੇ ਮਾਲੀ ਸਾਹਿਬ ਹੋ ਗਏ। ਅਤੇ ਜੇ ਥੋੜ੍ਹੀ ਤੱਤੀ ਗੱਲ ਕਰਨੀ ਹੋਵੇ ਫਿਰ ਮਾਲੀ ਸਾਹਿਬ ਨੂੰ ਲਾਈਦਾ, ਜਦੋਂ ਠੰਡੀ ਗੱਲ ਕਰਨੀ ਹੋਵੇ ਫਿਰ ਤੁਹਾਨੂੰ ਲਾਈਦਾ। ਸੋ ਆਪਾਂ ਤੁਹਾਨੂੰ ਬੋਦਰ ਕਰਦੇ ਰਹਾਂਗੇ, ਪੰਜਾਬ ਦੇ ਮੁੱਦਿਆਂ 'ਤੇ ਗੱਲ ਸੁਣਦੇ ਰਹਾਂਗੇ ਤੁਹਾਡੇ ਕੋਲ। ਫਿਰ ਕਿਸੇ ਦਿਨ ਤੁਹਾਨੂੰ ਲੈ ਕੇ ਆਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਗਮੋਹਨ ਸਿੰਘ ਜੀ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਉਹਨਾਂ ਨੇ। ਏਜੰਡੇ ਜਿਹੜੇ ਆ, ਕੋਸ਼ਿਸ਼ ਇਹੀ ਹੋਣੀ ਚਾਹੀਦੀ, ਜਿੰਨੇ ਵੀ ਕਲਾਕਾਰ ਆ, ਚਾਹੇ ਉਹ ਬੱਬੂ ਮਾਨ ਹੈ, ਰਣਜੀਤ ਬਾਵਾ, ਜਿੰਨੇ ਵੀ ਨਾਲ ਤੁਰੇ ਆ, ਲੋਕਾਂ ਨੂੰ ਆਪਣੇ ਮੰਚਾਂ ਦੇ ਨਾਲ, ਗਾਣਿਆਂ ਦੇ ਨਾਲ ਨਾਲ ਜਾਗਰਤ ਕੀਤਾ ਜਾਵੇ। ਮੈਂ ਕਨਵਰ ਗਰੇਵਾਲ ਨੂੰ ਕਈ ਵਾਰ ਦੇਖਿਆ ਆ, ਉਹ ਸਮਾਜਿਕ ਕੁਰੀਤੀਆਂ ਦੇ ਖਿਲਾਫ ਕਾਫੀ ਵਾਰ ਜਾਗਰਤ ਕਰਦਾ ਆ। ਮੈਂ ਇੱਥੇ ਉਹਦਾ ਲਾਈਵ ਸ਼ੋਅ ਦੇਖਿਆ ਸੀ ਖੁਦ। ਉਹਦੇ ਵਿੱਚ ਕੁਛ ਸ਼ਰਾਬ ਪੀ ਕੇ ਆ ਕੇ ਸ਼ੋਅ 'ਚ, ਜਿਹੜੀ ਅੱਖੀ ਦੇਖੀ ਗੱਲ ਉਹ ਦੱਸਣੀ ਚਾਹੀਦੀ ਆ, ਸ਼ਰਾਬ ਪੀ ਕੇ ਆ ਕੇ ਲਲਕਾਰੇ ਮਾਰਦੇ ਸੀ। ਉਹ ਕਹਿੰਦਾ ਵੀ ਮੇਰਾ ਜਿਹੜਾ ਸ਼ੋਅ ਆ, ਇੱਥੇ ਧੀਆਂ ਭੈਣਾਂ ਮਾਵਾਂ ਸਾਰੀਆਂ ਦੀਆਂ ਸਾਂਝੀਆਂ ਉਹ ਵੀ ਆਈਆਂ ਆ। ਜਿਹੜੇ ਤੁਸੀਂ ਲਲਕਾਰੇ ਮਾਰਨੇ ਆ, ਤੁਸੀਂ ਬਾਹਰ ਜਾ ਕੇ ਮਾਰੋ। ਜਿਹੜੇ ਲਲਕਾਰੇ ਮਾਰ ਕੇ ਜਾਂ ਇੱਦਾਂ ਦੇ ਕੰਮ ਕਰਦੇ, ਬੇਸ਼ੱਕ ਮੇਰਾ ਸ਼ੋਅ ਦੇਖਣ ਨਾ, ਮੇਰੀ ਟਿਕਟ ਦੇ ਪੈਸੇ ਵੀ ਕਹਿੰਦਾ ਬਾਹਰੋਂ ਆਪਣੇ ਲੈ ਕੇ ਤਾਂ ਘਰ ਨੂੰ ਆਪਣੇ ਚੱਲ ਜਾਓ, ਚਾਹੇ ਕਹਿੰਦਾ ਮੇਰੇ ਸ਼ੋਅ 'ਚ 10 ਬੰਦੇ ਰਹਿ ਜਾਣ। ਇਹ ਮਤਲਬ ਅਸੀਂ ਲਾਈਵ ਉਹਦੀ ਗੱਲਬਾਤ ਸੁਣੀ ਸੀਗੀ। ਕਾਫੀ ਉਹਨੇ ਲੋਕਾਂ ਨੂੰ ਸਾਧਾਂ ਬਾਰੇ ਜਾਂ ਹੋਰ ਪੋਲੀਟੀਸ਼ੀਅਨਾਂ ਬਾਰੇ ਕਾਫੀ ਵਿੱਚ ਗੱਲਾਂ ਕਰਦਾ ਰਿਹਾ, ਲੋਕਾਂ ਨੂੰ ਜਗਾਉਂਦਾ ਰਿਹਾ ਵੀ ਜ਼ਮੀਰ ਜਗਾਓ ਆਪਣੀ। ਕਾਫੀ ਵਧੀਆ ਸਾਰਥਕ ਗੱਲਾਂ ਕੀਤੀਆਂ ਸੀ। ਉਦੋਂ ਹਲੇ ਆਪਣਾ ਇਹ ਕਿਸਾਨ ਮੋਰਚਾ ਵੀ ਨਹੀਂ ਚੱਲਿਆ ਸੀ, 4 ਸਾਲ ਪੁਰਾਣੀ ਗੱਲ ਹੈ। ਮੈਨੂੰ ਬੜੀ ਉਹਦੀਆਂ ਗੱਲਾਂ ਜਿਹੜੀਆਂ ਪ੍ਰਭਾਵਿਤ ਕੀਤੀਆਂ। ਮੈਂ ਕਿਹਾ ਜੇ ਕਲਾਕਾਰ, ਹਰ ਕਲਾਕਾਰ ਇੱਦਾਂ ਆਪਣੇ ਗਾਣਿਆਂ ਦੇ ਨਾਲ ਸੁਚੇਤ ਕਰੇ, ਜਿੱਦਾਂ ਕਿ ਸਰਦਾਰ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਹੁਣਾਂ ਨੇ ਆਪਣੇ ਜਿੰਨੇ ਵੀ ਕਥਾ ਕੀਤੀਆਂ ਕਿਸਾਨ ਅੰਦੋਲਨ 'ਚ, ਕਿਤੇ ਵੀ ਸੱਦਿਆ ਗਿਆ ਉਹਨਾਂ ਨੂੰ ਕਥਾ ਦਾ ਪ੍ਰੋਗਰਾਮ ਕਰਨ, ਗੁਰਬਾਣੀ ਦੀ ਕਥਾ ਦੇ ਨਾਲ ਨਾਲ ਉਹਨਾਂ ਨੇ 15-20 ਮਿੰਟ ਹਮੇਸ਼ਾ ਕਿਸਾਨ ਅੰਦੋਲਨ ਦੇ ਉੱਪਰ ਬੋਲਿਆ, ਲੋਕਾਂ ਨੂੰ ਜਾਗਰਤ ਕੀਤਾ। ਜਦੋਂ ਇਹ ਵੀ ਏਜੰਡਾ ਨਿਕਲਿਆ, ਇਹਨਾਂ ਨੂੰ ਵੀ ਇੱਦਾਂ ਹੀ ਜਿੰਨੇ ਵੀ, ਚਾਹੇ ਅਮਤੋਜ ਮਾਨ ਹੈ, ਬੱਬੂ ਮਾਨ ਆ, ਚਾਹੇ ਕਿਤੇ ਵੀ, ਜੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ, ਇਹਨਾਂ ਲੱਖਾਂ ਲੋਕ ਇਹਨਾਂ ਦੇ ਨਾਲ ਜੁੜੇ ਆ, ਮਿਲੀਅਨਸ ਦੇ ਵਿੱਚ ਇਹਨਾਂ ਦੇ ਫੈਨ ਆ, ਜੇ ਲੋਕਾਂ ਨੂੰ ਜਾਗਰਤ ਕਰਨਗੇ ਤਾਂ ਇੱਦਾਂ ਹੀ ਜਿਹੜੀ ਵੋਟ ਬੈਂਕ ਆ, ਕਿਉਂਕਿ ਯੰਗਸਟਰ ਹੈ, ਟੀਨੇਜਰ ਆ, ਸਾਰੇ ਜਿਹੜੇ ਆ ਉਹ ਹੌਲੀ ਹੌਲੀ ਇਸ ਪਾਸੇ ਨੂੰ ਤੁਰਨਗੇ, ਸੋਚਣਗੇ, ਸਮਝਣਗੇ, ਕੁਛ ਪੰਜਾਬ ਦਾ ਭਲਾ ਹੋ ਸਕਦਾ। ਹਾਂਜੀ ਭਾਜੀ। ਬਿਲਕੁਲ ਜੀ। ਪਿਛਲੇ ਹਫ਼ਤੇ ਆਪਾਂ ਦੋਨੋਂ ਦਿਨੀ ਸ਼ਬਦੀ ਵਿਚਾਰ ਨਹੀਂ ਸੀ ਕੀਤੀ ਕਿਉਂਕਿ ਆਪਣਾ ਪ੍ਰੋਗਰਾਮ ਕਾਫੀ 2 ਘੰਟੇ ਦਾ ਹੋ ਗਿਆ ਸੀ, ਅਤੇ ਮੈਨੂੰ ਇੱਕ ਵੀਰ ਦੀ ਕਾਲ ਆਈ ਸੀ। ਉਹ ਕਹਿੰਦੇ ਵੀ ਅਸੀਂ ਪ੍ਰੋਗਰਾਮ ਹੀ ਸਾਡੇ ਮਾਤਾ ਜੀ ਪਿਤਾ ਜੀ ਤਾਂ ਦੇਖਦੇ ਆ ਵੀ ਤੁਸੀਂ ਇੱਕ ਸ਼ਬਦ ਦੀ ਵਿਚਾਰ ਕਰਦੇ ਆ। ਸੋ ਆਪਾਂ ਪਹਿਲਾਂ ਸ਼ਬਦ ਦੀ ਵਿਚਾਰ ਕਰ ਲਈਏ। ਕਾਲਾਂ ਖੁੱਲ ਚੁੱਕੀਆਂ, ਜੇ ਕਿਸੇ ਨੇ ਕਾਲ ਕਰਨੀ ਹੈ ਸ਼ਬਦ ਦੀ ਵਿਚਾਰ ਦੀ ਵੇਟ ਕਰ ਲਓ। 5-7 ਮਿੰਟਾਂ 'ਚ ਆਪਾਂ ਸ਼ਬਦ ਦੀ ਵਿਚਾਰ ਕਰ ਲੈਣੀ ਆ। ਉਸ ਤੋਂ ਬਾਅਦ ਆਪਾਂ
ਤੁਹਾਡੀ ਕਾਲ ਲੈ ਲਾਂਗੇ, ਪਰ ਜੇ ਤੁਸੀਂ ਕਰੋਗੇ ਮੈਂ ਤੁਹਾਨੂੰ ਹੋਲਡ 'ਤੇ ਪਾ ਲੂੰਗਾ। ਮੀਨ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਹੁਣ। ਸੋ ਅੱਜ ਦਾ ਸ਼ਬਦ ਆਪਾਂ ਸ੍ਰੀ ਰਾਗ ਦੇ ਵਿੱਚੋਂ ਹੀ ਲੈਂਦੇ ਹਾਂ। ਸ਼ੁਰੂ ਦੇ ਵਿੱਚ ਹੀ ਆ ਜਾਂਦਾ ਆ ਸ਼ਬਦ, 24 ਨੰਬਰ ਅੰਕ ਦੇ ਉੱਪਰ ਆ, ਪੇਜ ਨੰਬਰ 24 ਆ, ਸ੍ਰੀ ਰਾਗ ਦੇ ਵਿੱਚ ਆ। ਮਤ ਜਾਣ ਸਹਿ ਗੱਲੀ ਪਾਇਆ, ਮਾਲ ਕੇ ਮਾਣੇ ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਬੜੇ ਸੌਖੇ ਅਰਥ ਆ। ਵੈਸੇ ਗੁਰੂ ਨਾਨਕ ਪਾਤਸ਼ਾਹ ਜਿਹੜੀ ਬਾਣੀ ਹੁੰਦੀ ਆ, ਉਹ ਕਈ ਸ਼ਬਦ ਬਹੁਤ ਸਾਨੂੰ ਔਖੇ ਲੱਗਦੇ ਆ ਵਿੱਚੋਂ, ਪਰ ਇਹ ਜਿਹੜਾ ਸ਼ਬਦ ਆ ਜੇ ਤੁਸੀਂ ਧਿਆਨ ਨਾਲ ਪੜ੍ਹੋ ਬੜੇ ਸੌਖੇ ਅਰਥ ਆ। ਔਰ ਤੁਹਾਨੂੰ ਇੱਕ ਮੈਨੂਅਲ ਦਿੱਤਾ ਗੁਰੂ ਸਾਹਿਬ ਨੇ ਵੀ ਕਿਵੇਂ ਤੂੰ ਆਪਣੀ ਜ਼ਿੰਦਗੀ ਬਦਲਾ ਲਿਆਉਣਾ ਆ, ਕਿਵੇਂ ਜ਼ਿੰਦਗੀ ਜਿਉਣੀ ਆ। ਔਰ ਐਗਜ਼ਾਮਪਲ ਦੇਖੋ ਵੀ ਕਿਸਾਨ ਦੀ ਦਿੱਤੀ ਆ ਇੱਥੇ ਵੀ, ਇਸ ਸ਼ਬਦ ਦੇ ਵਿੱਚ ਵੀ। ਸੋ ਰਹਾਉ ਵਾਲੀ ਪੰਕਤੀ ਹੈਗੀ, ਮਤ ਜਾਣ ਸਹਿ ਗੱਲੀ ਪਾਇਆ। ਕਹਿੰਦੇ ਇਹ ਮਤ ਸਮਝੀ ਵੀ ਗੱਲਾਂ ਦੇ ਨਾਲ ਹੀ ਤੈਨੂੰ ਰੱਬ ਮਿਲ ਜੂਗਾ। ਬੜਾ ਸਪਸ਼ਟ ਜਿਹਾ ਅਰਥ ਆ, ਮਤ ਜਾਣ ਸਹਿ ਰੱਬ ਗੱਲੀ ਪਾਇਆ। ਤੂੰ ਗੱਲਾਂ ਨਾਲ ਰੱਬ ਪਾ ਸਕਦਾ ਆ। ਅਸੀਂ ਗੱਲਾਂ ਨਾਲ ਹੀ ਰੱਬ ਪਾਉਣਾ ਚਾਹੁੰਦੇ ਹਾਂ ਵੀ ਅਸੀਂ ਇੰਨੇ ਪਾਠ ਕਰ ਲਈਏ, ਆਹ ਸ਼ਬਦ ਪੜ੍ਹ ਲਈਏ, ਇੰਨੀ ਬਾਣੀ ਪੜ੍ਹ ਲਈਏ, ਇੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਕਰ ਲਈਏ। ਚੰਗੇ ਚੰਗੇ ਸੁਹਿਰਦ ਬੰਦੇ, ਮੈਂ ਕੱਲ੍ਹ ਇੱਕ ਵੀਰ, ਉਹਨੂੰ ਮੈਂ ਬੜਾ ਸਿਆਣਾ ਬੜਾ ਸੁਹਿਰਦ ਸਮਝਦਾ ਸੀ, ਉਹਦੀ ਮੈਂ ਪੋਸਟ ਦੇਖੀ, ਮੈਨੂੰ ਦੇਖ ਕੇ ਹੈਰਾਨੀ ਹੋ ਗਈ। ਉਹ ਕਹਿੰਦੇ ਵੀ ਆ 10 ਮਿੰਟ ਵਾਸਤੇ ਵਾਹਿਗੁਰੂ ਵਾਹਿਗੁਰੂ ਕਰੋ ਅਤੇ ਤੁਹਾਡਾ ਆ ਹੋ ਜਾਊਗਾ, ਤੁਹਾਨੂੰ ਆ ਮਿਲ ਜੂਗਾ। ਔਰ ਮੈਂ ਉਹਨੂੰ ਬੜਾ ਜਾਗਰੂਕ ਵੀਰ ਸਮਝਦਾ ਸੀ। ਸੋ ਸਾਡੇ ਕਿਤੇ ਨਾ ਕਿਤੇ ਉਹ ਜੋ ਅਗਲੇ ਪਲੈਂਟ ਕਰਨਾ ਚਾਹੁੰਦੇ ਸੀ ਉਹ ਕਰ ਚੁੱਕੇ ਆ। ਮਤ ਜਾਣ ਸਹਿ ਗੱਲੀ ਪਾਇਆ, ਮਾਲ ਕੇ ਮਾਣੇ ਰੂਪ ਕੀ ਸ਼ੋਭਾ। ਰੂਪ ਕੀ ਸ਼ੋਭਾ ਕੀ ਆ? ਆਹਾ, ਦਾੜਾ ਲੰਬਾ ਛੱਡ ਕੇ, ਉੱਪਰ ਦੀ ਕਿਰਪਾਨ ਪਾ ਕੇ, ਚੋਲਾ ਪਾ ਕੇ, ਲੱਤਾਂ ਨੰਗੀਆਂ ਛੱਡ ਕੇ, ਵੱਡੀ ਪੱਗ ਬੰਨ੍ਹ ਕੇ, ਰੂਪ ਕੀ ਸ਼ੋਭਾ ਵੀ ਮੈਂ ਬਹੁਤ ਧਰਮੀ ਬੰਦਾ ਆ। ਮਾਲ ਕੇ ਮਾਣੇ ਰੂਪ ਕੀ ਸ਼ੋਭਾ, ਧਨ ਦਾ ਹੰਕਾਰ ਕਰਕੇ ਮੈਂ ਬਹੁਤ ਅਮੀਰ ਆ, ਮੈਂ ਬਹੁਤ ਸੋਹਣਾ ਰੂਪ ਬਣਾਇਆ ਹੋਇਆ ਆ, ਤੇ ਬਾਹਰੋਂ ਬਾਹਰੋਂ ਧਰਮ ਦੀਆਂ ਗੱਲਾਂ ਕਰੀ ਜਾਣੀਆਂ। ਇਹ ਤੁਹਾਡਾ ਕੁਛ ਨਹੀਂ ਸਵਾਰਨਾ ਇਹਨਾਂ ਨੇ, ਇਹਦੇ ਨਾਲ ਤੁਹਾਨੂੰ ਕੁਛ ਨਹੀਂ ਬਣਨਾ। ਇੱਦਾਂ ਤੁਹਾਡਾ ਜਿਹੜਾ ਜਨਮ ਆ ਇਹ ਬੇਕਾਰ ਚੱਲ ਜਾਣਾ। ਇਤ ਬਿਧ ਜਨਮ ਗਵਾਇਆ, ਇਤ ਵਿਧੀ ਜਨਮ ਗਵਾਇਆ। ਇਸ ਤਰੀਕੇ ਨਾਲ ਤੂੰ ਆਪਣਾ ਜਨਮ ਗਵਾ ਲਿਆ ਆ। ਫਿਰ ਕਹਿੰਦੇ ਕਰਨਾ ਕੀ ਆ? ਉਹ ਕਹਿੰਦੇ ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ। ਕਿਸਾਨ ਦੀ ਐਗਜ਼ਾਮਪਲ ਦੇ ਕੇ ਕਹਿ ਰਹੇ ਆ। ਕਹਿੰਦੇ ਜਿਹੜੇ ਰੋਜ਼ ਕਰਮ ਕਰਦਾ ਨਾ, ਅਮਲ ਕਰ ਧਰਤੀ, ਉਹਨਾਂ ਨੂੰ ਧਰਤੀ ਬਣਾ ਲਾ। ਜਿਹੜੇ ਤੇਰੇ ਰੋਜ਼ ਦੇ ਅਮਲ ਆ, ਰੋਜ਼ ਦੇ ਕਰਮ ਆ, ਜਿਹੜੇ ਤੂੰ ਰੋਜ਼ ਕੰਮ ਕਰਨੇ ਆ, ਉਹਨਾਂ ਨੂੰ ਜ਼ਮੀਨ ਬਣਾ ਲਾ, ਉਹਦੀ ਜ਼ਮੀਨ ਤਿਆਰ ਕਰ। ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਉਹਦੇ ਵਿੱਚ ਸ਼ਬਦ ਦਾ ਬੀਜ ਪਾ। ਸ਼ਬਦ ਕੀ ਆ? ਇੱਕੋ ਸ਼ਬਦ। ਜਦੋਂ ਗੱਲ ਆਉਂਦੀ ਨਾ ਇੱਕ ਸ਼ਬਦ ਦੀ, ਇੱਕੋ ਸੱਚ, ਇੱਕ ਉਹ ਗੁਣ ਜਿਹੜਾ ਤੁਸੀਂ ਆਪਣੇ ਅੰਦਰ ਧਾਰਨ ਕਰਨਾ ਸੀ। ਬੀਜ ਸ਼ਬਦੋ ਕਰ, ਉਸ ਸ਼ਬਦ ਦਾ ਜੋ ਗੁਰੂ ਦਾ ਗਿਆਨ ਆ ਉਹਦਾ ਬੀਜ ਪਾ। ਸੱਚ ਕੀ ਆਬ, ਸੱਚ ਦਾ ਉਹਨੂੰ ਦੇ ਪਾਣੀ। ਨਿਤ ਦੇ ਪਾਣੀ, ਹਰ ਰੋਜ਼ ਦੇ ਉਹ ਸੱਚ ਦਾ ਪਾਣੀ ਉਸ ਨੂੰ। ਸੋ ਉਸ ਨੂੰ, ਆਪਣੇ ਕਰਮਾਂ ਨੂੰ ਤੂੰ ਧਰਤੀ ਬਣਾ ਕੇ ਉਹਦੇ ਵਿੱਚ ਗੁਰੂ ਦੀ ਮੱਤ ਦੇ ਅਨੁਸਾਰ ਹਰ ਰੋਜ਼ ਸੱਚ ਦੀ ਗੱਲ ਆਪਣੇ ਦਿਮਾਗ ਵਿੱਚ ਪਾਈ ਜਾ। ਸਿੰਪਲ ਇਹ ਅਰਥ ਬਣਦੇ ਆ ਇਹਦੇ, ਕਿ ਜਿਹੜਾ ਤੇਰਾ ਕਰਮ ਹੋਵੇ ਉਹ ਗੁਣਾਂ ਚੋਂ ਨਿਕਲਿਆ ਹੋਵੇ। ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ। ਹੋਏ ਕਿਰਸਾਨ ਇਮਾਨ ਜਮਾਇਲ ਹੈ। ਕਹਿੰਦੇ ਕਿਸਾਨ ਵਰਗਾ ਬਣ। ਆ ਤੁਹਾਡੇ ਸਾਹਮਣੇ ਹੈ ਨਾ ਕਿਸਾਨ, 1 ਸਾਲ ਤੱਕ ਉੱਥੇ ਵੇਟ ਕਰਦੇ ਰਹੇ, ਠੰਡਾ, ਧੁੱਪਾਂ, ਗਰਮੀਆਂ, ਮੀਂਹ, ਸਰਦੀ, ਸਾਰਾ ਕੁਝ। ਇਹੋ ਜੀ ਤੇਰੇ 'ਚ ਉਦਮ ਹੋਵੇ, ਇੰਨਾ ਉਦਮ ਹੋਵੇ ਜਿੰਨਾ ਕਿਸਾਨ 'ਚ ਹੁੰਦਾ। ਕਿਸਾਨ 6 ਮਹੀਨੇ ਵੇਟ ਕਰਦਾ ਫਸਲ ਦੀ, ਥੋੜੀ 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 ਰੋਜ਼ ਬਾਹਰ ਨੂੰ ਆਉਂਦੀ ਆ। ਹੋਏ ਕਿਰਸਾਨ ਇਮਾਨ ਜਮਾਇਲ, ਫਿਰ ਤੇਰੀ ਇਹ ਉੱਗੂਗੀ ਜਿਹੜੀ ਖੇਤੀ ਤੂੰ ਬੀਜ ਰਿਹਾ ਆ। ਭੇਸਤ ਦੋਜਕ ਮੂੜੇ ਇਹ ਵਜਾਣੀ। ਇਹ ਵੀ ਨਾਲ ਗੱਲ ਕਲੀਅਰ ਕਰਤੀ। ਕਹਿੰਦੇ ਜਿਹੜੇ ਤੂੰ ਸਵਰਗ ਨਰਕ ਬਣਾਈ ਫਿਰਦਾ ਨਾ ਵੀ ਕਿਤੇ ਹੋ ਰਿਹਾ, ਇਹ ਫਿਰ ਤੈਨੂੰ ਸਮਝਾਉਣੀ ਆ ਵੀ ਇੱਥੇ ਹੀ ਆ ਔਰ ਕਿਵੇਂ ਮਿਲਣੇ ਆ। ਜਦੋਂ ਤੂੰ ਅਮਲ ਕਰ ਧਰਤੀ, ਬੀਜ ਸ਼ਬਦੋ ਕਰ ਆਪਣੇ ਅੰਦਰ ਪਾ ਲਿਆ। ਅੱਗੋਂ ਕਹਿੰਦੇ ਐਬ ਤਨ ਚੀਕੜੋ, ਇਹ ਮਨ ਮੀਟਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਕਹਿੰਦੇ ਸਰੀਰ ਦੇ ਅੰਦਰ ਤਾਂ ਤੇਰਾ ਵਿਕਾਰਾਂ ਦਾ ਚਿੱਕੜ ਭਰਿਆ ਪਿਆ ਆ। ਐਬ ਤਨ ਚੀਕੜੋ,
ਤੇਰਾ ਤਨ ਜਿਹੜਾ ਚਿਕਣਾ ਨਾ ਭਰਿਆ ਪਿਆ, ਮਨ ਜਿਹੜਾ ਆ ਉਹ ਡੱਡੂ ਬਣਿਆ ਫਿਰਦਾ, ਚਿੱਕੜ ਹੀ ਖਾਈ ਜਾਂਦਾ ਉੱਥੇ ਬੈਠਾ। ਉਹਨੂੰ ਪਤਾ ਹੀ ਨਹੀਂ ਉੱਤੇ ਕਮਲ ਜਿਹੜਾ ਆ ਬੈਠਾ ਆ। ਕਮਲ ਦੇ ਫੁੱਲ ਨੂੰ, ਡੱਡੂ ਨੂੰ ਕੋਈ ਸਾਰ ਨਹੀਂ ਕਮਲ ਦੇ ਫੁੱਲ ਦੀ। ਭੌਰ ਆ ਕੇ ਉਹਦੀ ਸਮੈਲ ਲੈਂਦਾ। ਅੱਗੇ ਉਹ ਵੀ ਗੱਲ ਕਰਦੇ ਆ, ਕਮਲ ਕੀ ਸਾਰ ਨਹੀਂ ਮੂਲ ਪਾਈ, ਤੈਨੂੰ ਕਮਲ ਦੀ ਸਾਰ ਹੀ ਨਹੀਂ ਆਈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕੀ ਗਏ, ਉਹਲੀ ਮਰਨ ਮਰਾਉਣ ਨੂੰ ਤਿਆਰਿਆ। ਬਹੁਤ ਵਧੀਆ ਜਜ਼ਬਾ ਆ, ਪਰ ਉਹਦੇ ਵਿੱਚ ਕੀ ਲਿਖਿਆ? ਕਮਲ ਦੀ ਸਾਰ ਜਿਹੜੀ ਲੈਣੀ ਸੀ, ਜਿਹੜੀ ਉਹਦੀ ਸੁਗੰਧੀ ਲੈਣੀ ਸੀ, ਉਹ ਅਸੀਂ ਲਈ ਹੋਈ ਨਹੀਂ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੇ ਜਾ ਨਾ ਬੁਝਾਈ। ਉਹ ਤਾਂ ਕਲਪ ਕੇ ਰੋਜ਼ ਆ ਕੇ ਉੱਤੇ ਭੌਰਾ ਜਿਹੜਾ ਆ ਉਹ ਤਾਂ ਦੱਸਦਾ, ਗੂੰਜਾ ਪਾ ਰਿਹਾ ਵੀ ਇੱਥੇ ਕੋਈ ਚੰਗੀ ਚੀਜ਼ ਹੈਗੀ ਆ ਕਮਲ ਦੀ, ਤੈਨੂੰ ਫਿਰ ਵੀ ਨਹੀਂ ਸੁਣਦਾ। ਅਸੀਂ ਰੋਜ਼ ਜਾ ਕੇ ਸ਼ਬਦ ਵੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਸਾਰਾ ਕੁਛ ਆ, ਪਰ ਸਾਡੇ ਅੰਦਰ ਉਹ ਗੱਲ ਨਹੀਂ ਬਹਿੰਦੀ ਵੀ ਇਹਨੂੰ ਕਰਨਾ ਕੀ ਆ, ਇਹਨੂੰ ਆਪਣੇ ਅੰਦਰ ਧਾਰਨ ਕਰਨਾ ਆ, ਆਪਣੇ ਕਰਮਾਂ 'ਚ ਲੈ ਕੇ ਆਉਣਾ ਆ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਸਾਡਾ ਹਾਲ ਇਹ ਆ ਵੀ ਸਾਡਾ ਮਨ ਕਿਉਂਕਿ ਮਾਇਆ ਵਿੱਚ, ਦੁਨਿਆਵੀ ਪਦਾਰਥਾਂ ਵਿੱਚ ਰੰਗਿਆ ਹੋਇਆ ਆ, ਤੇ ਜੋ ਸੁਣ ਰਹੇ ਆ, ਜੋ ਸਾਨੂੰ ਕੋਈ ਦੱਸ ਰਿਹਾ ਆ, ਉਹ ਹਵਾ ਹੀ ਆ ਸਾਡੇ ਵਾਸਤੇ। ਇੱਧਰੋਂ ਆਈ ਇੱਧਰੋਂ ਨਿਕਲ ਗਈ। ਪਾਉਣ ਕੀ ਬਾਣੀ ਕੋਈ ਅਸਰ ਨਹੀਂ ਸਾਡੇ ਉੱਤੇ ਕਰ ਰਹੀ ਹੋਗਾ ਚੀਜ਼। ਅਸੀਂ ਸਿਰਫ ਔਰ ਸਿਰਫ ਹਰ ਚੀਜ਼ ਨੂੰ ਆਪਣੇ ਨਜ਼ਰੀਏ ਨਾਲ ਹੀ ਦੇਖਣਾ ਚਾਹੁੰਦੇ ਹਾਂ, ਗੁਰੂ ਦਾ ਨਜ਼ਰੀਆ ਲੈਣਾ ਹੀ ਨਹੀਂ ਚਾਹੁੰਦੇ। ਖਸਮ ਕੀ ਨਦਰ ਦਿਲੇ ਪਸੰਦੇ, ਜਿਨ ਕਰ ਇੱਕ ਧਿਆਇਆ। ਜੇ ਤੁਸੀਂ ਕਹਿੰਦੇ ਨਾ ਵੀ ਉਹਦੀ ਮਿਹਰ ਹੋ ਜਾਵੇ, ਉਹ ਕਹਿੰਦੇ ਤਾਂ ਹੀ ਹੋਣੀ ਆ ਜਿਹਨੇ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਇੱਕ ਕਰ ਲਿਆ। ਜਿਹੜੀ ਗੁਰੂ ਦੀ ਗੱਲ ਹੈ, ਜਦੋਂ ਉਹ ਇੱਕ ਨੂੰ ਆਪਣੇ ਅੰਦਰ ਸਮਾ ਲਿਆ, ਧਿਆਇਆ ਮਤਲਬ ਹੁੰਦਾ ਉਹਦੀ ਵਰਤੋਂ ਕਰਨੀ, ਹਰ ਯਾਦ ਸ਼ਕਤੀ 'ਚ ਲੈ ਕੇ ਆਉਣਾ, ਉਹਨੂੰ ਆਪਣੀ ਯਾਦ ਵਿੱਚ ਲੈ ਆਂਦਾ, ਗੁਣਾਂ ਨੂੰ ਉਹਦੇ ਅਨੁਸਾਰ ਹੀ ਜ਼ਿੰਦਗੀ ਬਿਤਾਈ, ਉਦੋਂ ਉਹਨੂੰ ਪਸੰਦ ਆਉਣਾ ਖਸਮ ਨੂੰ। ਤੂੰ ਨਹੀਂ ਤਾਂ ਨਹੀਂ ਆਉਣਾ। ਜੋ ਮਰਜ਼ੀ ਜਿੰਨੇ ਮਰਜ਼ੀ ਪਾਠ ਕਰੀ ਜਾ, ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾ, ਖਸਮ ਦੀ ਨਜ਼ਰ ਨਹੀਂ ਤੂੰ ਪੈਣਾ। 30 ਕਰ ਰੱਖੇ 5 ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। ਹੁਣ ਇਹ ਨਾ ਕਰੋ ਸਿਰਫ ਮੁਸਲਮਾਨ ਵਾਸਤੇ ਉਪਦੇਸ਼ ਆ, ਹੋਰਾਂ ਵਾਸਤੇ ਨਹੀਂ ਹੈਗਾ। ਉਹ 30 ਰੋਜ਼ੇ ਰੱਖਦੇ ਆ, ਸਾਡੇ ਵੀ ਰੱਖਣ ਲੱਗ ਪਏ ਆ। ਉਹ 5 ਨਮਾਜ਼ਾਂ ਪੜ੍ਹਦੇ, ਸਾਡੇ ਵੀ 5 ਪੜ੍ਹਦੇ ਆ, ਸਾਡੇ 7 ਵੀ ਪੜ੍ਹਦੇ ਆ। ਕਈ 5 ਪੜ੍ਹਦੇ ਆ, ਕਈ 7 ਪੜ੍ਹਦੇ ਆ। ਕਹਿੰਦੇ ਜੇ ਅਸਲੀ ਟਕਸਾਲੀ ਹੈ 7 ਪੜ੍ਹੋ। 30 ਕਰ ਰੱਖੇ 5 ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। ਇੱਦਾਂ ਤੇਰਾ ਤੂੰ ਚੰਗਾ ਇਨਸਾਨ ਨਹੀਂ ਬਣ ਜਾਣਾ। ਉਹ ਇਹ ਨਾ ਸਮਝੀ ਵੀ ਤੈਨੂੰ ਲੋਕੀ ਕਹਿਣ ਲੱਗ ਪੂਗੇ ਬੜਾ ਧਰਮੀ, ਬਹੁਤ ਵਧੀਆ ਬੰਦਾ ਆ, ਇਹ ਤਾਂ ਬਹੁਤ ਪਾਠ ਕਰਦਾ ਆ ਰੋਜ਼ ਦਾ। ਭੁੱਲ ਜਾ, ਨਾਨਕ ਆਖੇ ਰਾਹ ਪੈ ਚੱਲਣਾ, ਮਾਲ ਧਨ ਕਿਤ ਤੂੰ ਸੰਜਾਈ। ਨਾਨਕ ਤੈਨੂੰ ਕਹਿ ਰਿਹਾ ਜਿਹੜਾ ਅਸਲੀ ਰਾਹ ਆ ਨਾ, ਉਹ ਤੇ ਤੈਨੂੰ ਤੁਰਨਾ ਪੈਣਾ ਆ, ਤੁਰਨਾ ਚਾਹੀਦਾ ਆ। ਤੂੰ ਜਿਹੜਾ ਆਲੇ ਦੁਆਲੇ ਮਾਲ ਧਨ ਇਕੱਠਾ ਕਰਨ ਵਾਲੇ ਪਾਸੇ ਲੱਗਾ ਹੋਇਆ ਨਾ, ਗੱਲਾਂ ਹੀ ਲੋਕ ਕਰੀ ਜਾ ਰਿਹਾ ਵੀ ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਤੇ ਵਿਕਾਰਾਂ ਵਿੱਚ ਤੇਰਾ ਬੁਰਾ ਹਾਲ ਹੋਇਆ ਪਿਆ ਆ। ਉਹਦੇ ਨਾਲ ਤਾਂ ਤੈਨੂੰ ਆਤਮਕ ਮੌਤ ਹੀ ਮਿਲਣੀ ਆ। ਤੂੰ ਕਦੇ ਵੀ ਪਾਰ ਨਹੀਂ ਲੰਘ ਸਕਦਾ, ਤੂੰ ਕਦੀ ਵੀ ਸਚਿਆਰਾ ਨਹੀਂ ਬਣ ਸਕਦਾ। ਐਂਡ ਗੋਲ ਸਾਡਾ ਇਹੀ ਸੀ ਕਿ ਸਚਿਆਰਾ ਹੋਈਏ, ਕਿ ਕੂੜੇ ਟੁੱਟੇ ਪਾਲ। ਉਹ ਕਿਤੇ ਵੀ ਇਹ ਨਹੀਂ ਸੀਗਾ ਵੀ ਕਿੱਦਾਂ ਸਵਰਗਾਂ 'ਚ ਜਾਣਾ ਜਾਂ ਕਿੱਦਾਂ ਬਹਿਸ਼ਤ 'ਚ ਜਾਣਾ, ਪਰ ਅਸੀਂ ਸਮਝ ਲਿਆ ਵੀ ਅਸੀਂ ਕਿਸੇ ਤਰੀਕੇ ਨਾਲ ਪਾਠ ਪੜ੍ਹ ਕੇ ਜਾਂ ਕੁਛ ਕਰਕੇ ਬਾਰ-ਬਾਰ ਗੁਰੂ ਸਾਹਿਬ ਦੇ ਜਿੰਨੇ ਸ਼ਬਦ ਆਉਂਦੇ ਆ ਨਾ, ਤੁਹਾਨੂੰ ਇਹ ਗੱਲ ਸਮਝਾ ਰਹੇ ਆ ਵੀ ਸਿਰਫ ਪੜ੍ਹੀ ਨਾ ਜਾਓ ਭਾਈ, ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ। ਪਰ ਅਸੀਂ ਉਸ ਪਾਸੇ ਹੁੰਦੇ ਹੀ ਨਹੀਂ, ਕਿਉਂਕਿ ਸਾਨੂੰ ਔਖਾ ਲੱਗਦਾ। ਕਰਮ ਜਿਹੜੇ ਕਰਨੇ ਆ ਉਹ ਬੜੇ ਔਖੇ ਆ। ਕਰਮਾਂ ਨੂੰ ਬਦਲਣਾ ਬੜਾ ਔਖਾ ਆ, ਆਪਣਾ ਸੁਭਾਅ ਬਦਲਣਾ, ਆਪਣਾ ਜ਼ਿੰਦਗੀ ਜਿਉਣ ਦਾ ਤਰੀਕਾ ਬਦਲਣਾ ਬੜਾ ਔਖਾ ਆ, ਪਰ ਇਹ ਕਰਨਾ ਪੈਣਾ ਜੇ ਅਸੀਂ ਸਚਿਆਰੇ ਬਣਨਾ ਚਾਹੁੰਦੇ ਹਾਂ। ਹਾਂਜੀ ਹਾਂਜੀ ਬਿਲਕੁਲ ਜੀ। ਜਿਹੜਾ ਸ਼ਬਦ ਦੇ ਵਿੱਚ ਆਉਂਦਾ, ਐ ਤਨ ਚੀਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਜਿਹੜੇ ਲੋਕ ਆ ਉਹ ਗੁਰੂ ਗ੍ਰੰਥ ਸਾਹਿਬ ਰੂਪੀ ਕਮਲ ਫੁੱਲ ਜਿਹੜਾ ਸਾਡਾ ਆ, ਗੁਰੂ ਗ੍ਰੰਥ ਸਾਹਿਬ ਆ, ਉਹ ਤੋਂ ਗਿਆਨ ਲੈਣ ਦੀ ਬਜਾਏ ਸਾਡਾ ਜਿਹੜਾ ਜ਼ੋਰ ਆ ਉਹ ਬਾਹਰੋਂ ਮੱਥੇ ਰਗੜ ਤੇ, ਨਿਸ਼ਾਨ ਸਾਹਿਬ ਤੇ ਜਾ ਕੇ ਦੀਵਾਲੀ ਨੂੰ ਦੀਵੇ ਜਗਾ ਦਿੱਤੇ, ਨਿਸ਼ਾਨ ਸਾਹਿਬ ਤੇ ਮੱਥਾ ਰਗੜਤਾ ਜਾ ਕੇ, ਫਿਰ ਅੰਦਰ ਜਾ ਕੇ ਧੂਫ ਜਗਾ ਲਈ, ਜੋਤਾਂ ਦੇ ਮੱਥੇ ਟੇਕ ਦਿੱਤੇ, ਨਾਰੀਅਲ ਲੈ ਗਏ। ਸਾਡਾ ਜਿਹੜਾ ਉਹ ਜਾਲਾ ਆ ਉਹਦੇ ਤੇ ਜ਼ਿਆਦਾ ਜਿਹੜਾ ਜ਼ੋਰ ਲੱਗਾ ਆ। ਜਿਹੜੇ ਕਮਲ ਫੁੱਲ ਦੀ ਸੁਗੰਧ ਆ, ਗੁਰੂ ਗ੍ਰੰਥ ਸਾਹਿਬ ਹਰ ਗੁਰਦੁਆਰੇ ਪਿਆ ਆ। ਕਿੰਨੇ ਲੋਕ ਆ ਜਿਹੜੇ ਸੋਚਦੇ ਆ ਵੀ ਅੱਜ ਮੈਂ ਗੁਰਦੁਆਰੇ ਜਾਣਾ ਆ, ਮੈਂ ਜਾਣਾ ਵੀ ਭੋਗ ਪੈਣ ਤੋਂ ਬਾਅਦ ਆ, ਮੈਂ ਜਾ ਕੇ ਅੱਜ 2 ਪੇਜ ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਪੜ੍ਹ ਕੇ ਆਉਣੇ ਆ। ਕਿੰਨੇ ਲੋਕ ਇੰਨੀ ਹਿੰਮਤ ਕਰਨਗੇ? ਕਿੰਨੇ ਲੋਕ ਇਹ ਸੋਚ ਕੇ ਜਾਂਦੇ ਆ ਗੁਰਦੁਆਰੇ? ਜ਼ਿਆਦਾਤਰ ਤਾਂ ਇਹੀ ਆਪਾਂ ਚੱਲੇ ਆ, ਵਧੀਆ ਪਕੌੜੇ ਮਿਲਣੇ, ਚਾਹ ਪੀਣੀ ਆ, ਉੱਧਰੋਂ
ਕੀਰਤਨੀਆਂ ਕੀਰਤਨ ਕਰਨਾ, ਆਪਾਂ ਸਿਰ ਹਿਲਾਉਣਾ ਉੱਥੇ, ਨਾ ਸਾਨੂੰ ਪਤਾ ਹੋਣਾ ਵੀ ਉਹ ਸ਼ਬਦ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਤੇ ਆ, ਨਾ ਹੀ ਕੀਰਤਨੀਏ ਗੁਰਦੁਆਰਿਆਂ 'ਚ ਇੰਨੇ ਸਮਰੱਥ ਆ ਕਿ ਜਦੋਂ ਉਹ ਸ਼ਬਦ ਪੜ੍ਹਨ ਉਹ ਦੱਸਣ ਲੋਕਾਂ ਨੂੰ ਵੀ ਅੱਜ ਐਸ ਗੁਰੂ ਸਾਹਿਬ ਦਾ ਸ਼ਬਦ ਆ, ਐਸ ਰਾਗ ਦੇ ਵਿੱਚ ਆ, ਤੇ ਅਸੀਂ ਆਹ ਸ਼ਬਦਾਂ 'ਚ ਪੜ੍ਹਨ ਲੱਗਾ ਤੇ ਐਸ ਪੇਜ ਤੇ, ਐਸ ਪੰਨੇ ਤੇ, ਐਸ ਅੰਗ ਤੇ ਲਿਖਿਆ ਆ। ਉਹਨਾਂ ਨੂੰ ਵੀ ਇਹ ਨੌਲੇਜ ਨਹੀਂ ਹੁੰਦੀ। ਉਹਨਾਂ ਨੇ ਵੀ ਪੋਥੀ ਮੋਹਰੇ ਖੋਲ ਕੇ ਉਹੀ ਪੋਥੀਆਂ ਤੋਂ ਸਿੱਖਿਆ ਆ, ਜਿਹੜੀਆਂ ਅੰਮ੍ਰਿਤ ਕੀਰਤਨ ਵਾਲੀਆਂ ਆ, ਉਹ ਵੀ ਆਪਣਾ ਜਿਹੜਾ ਟਾਈਮ ਪਾਸ ਕਰਕੇ ਉਹ ਵੀ ਦੇਖਦੇ ਵੀ ਡਾਲਰ ਬਣ ਗਏ ਆ। ਉਸ ਤੋਂ ਬਾਅਦ ਉਹਨਾਂ ਦਾ ਵੀ ਕੋਈ ਮਕਸਦ ਲੋਕਾਂ ਨੂੰ ਜਾਗਰਤ ਕਰਨਾ, ਸੰਗਤ ਨਾਲ ਗੱਲਬਾਤ ਕਰਨੀ, ਸੰਗਤ ਨੂੰ ਸਮਝਾਉਣਾ, ਉਹਨਾਂ ਦਾ ਵੀ ਕੋਈ ਜਿਹੜਾ ਇੰਟਰਸਟ ਹੈ ਇੱਧਰ ਨੂੰ ਨਹੀਂ ਹੁੰਦਾ। ਸੋ ਇਹ ਤਾੜੀ ਜਿਹੜੀ ਦੋਨਾਂ ਹੱਥਾਂ ਨਾਲ ਵੱਜਦੀ ਆ। ਨਾ ਗੁਰਦੁਆਰੇ ਦੇ ਲੋਕਾਂ ਦਾ ਇੰਟਰਸਟ ਹੈ ਕਿ ਲੋਕ ਸੁਧਰਨ, ਕੋਈ ਚੰਗੇ ਕੰਮ ਕਰਨ, ਕੋਈ ਚੰਗੇ ਪਾਸੇ ਨੂੰ ਚੱਲਣ, ਨਾ ਹੀ ਜਿਹੜੇ ਜਾਂਦੇ ਆ ਉੱਥੇ ਉਹਨਾਂ ਦਾ ਕੋਈ ਇੰਟਰਸਟ ਹੁੰਦਾ ਆ। ਸੋ ਇਹੀ ਕੰਮ ਹੈ ਕਿ ਜਿਹੜੇ ਸਾਡੇ ਆਹ ਲੀਡਰ ਆ, ਬੇਈਮਾਨ ਲੀਡਰ, ਬੇਈਮਾਨ ਜਿਹੜੇ ਸਾਡੇ ਲੋਕ ਆ, ਉਹੀ ਸਾਡੇ ਆ ਕੇ ਬਾਰ-ਬਾਰ ਪਰੋਸ ਕੇ ਗੱਲਾਂ ਕਰਦੇ ਆ। ਜਿੱਦਾਂ ਤੁਸੀਂ ਕੱਲ੍ਹ ਗੱਲ ਕੀਤੀ ਸੁਖਬੀਰ ਬਾਦਲ ਦੀ, ਵੀ ਉਹਦੀ ਇੰਟਰਵਿਊ ਆ ਰਹੀ ਆ, ਤੇ ਉਹ ਕਹਿ ਰਿਹਾ ਵੀ ਜੇ ਰਾਜਾ ਵੜਿੰਗ ਨੇ ਸਾਡੀਆਂ ਬੱਸਾਂ ਫੜੀਆਂ ਆ ਤੇ ਤਾਂ ਹੀ ਲੋਕਾਂ ਨੂੰ ਪਤਾ ਲੱਗਾ ਵੀ ਬਾਦਲਾਂ ਦੀਆਂ ਬੱਸਾਂ ਰਾਜਾ ਵੜਿੰਗ ਨੇ ਫੜੀਆਂ, ਹਾਈ ਕੋਰਟ ਨੇ ਐਂ ਕਰਤਾ। ਭਾਈ ਤੁਸੀਂ ਪਹਿਲਾਂ ਹੀ 4-4 5-5 ਸਾਲ ਪਹਿਲਾਂ ਤਿਆਰੀ ਕਰ ਲੈਣੇ ਆਪਣੇ ਵਕੀਲਾਂ ਨਾਲ ਵੀ ਆਹ ਜਿਹੜਾ ਅਸੀਂ ਗਲਤ ਕੰਮ ਕਰ ਰਹੇ ਆ, ਕਦ ਦੀ ਸਰਕਾਰ ਬਣੀ ਆ, ਬੱਸਾਂ ਤਾਂ ਹੁਣ ਫੜੀਆਂ ਐਂਡ ਤੇ ਆ ਕੇ। ਸਾਡੀ ਪਹਿਲਾਂ ਤਿਆਰੀ ਆ, ਜੇ ਕੱਲ੍ਹ ਨੂੰ ਕੋਈ ਚੇਂਜ ਆ ਜਾਏ, ਸਿੱਧੂ ਆ ਜਾਏ, ਕੋਈ ਰਾਜਾ ਵੜਿੰਗ ਆ ਜਾਏ, ਕੋਈ ਹੋਰ ਆ ਜਾਏ, XYZ, ਕੱਲ੍ਹ ਨੂੰ ਸਾਡੇ ਆ ਕੇ ਗੱਲ ਨੂੰ ਹੱਥ ਪਾਉਣ। ਉਹਨਾਂ ਨੇ ਪਹਿਲਾਂ ਤਿਆਰੀ ਕਰਕੇ ਰੱਖੀ ਹੁੰਦੀ ਆ ਹਰ ਚੀਜ਼ ਦੀ। 5 ਸਾਲਾਂ ਤੋਂ ਜਿਹੜਾ ਮਰਜ਼ੀ ਇਲੀਗਲ ਕੰਮ ਆ ਉਹਨੂੰ ਲੀਗਲ ਕਰਕੇ ਪੇਸ਼ ਕਰ ਦਿਓ ਪੇਪਰਾਂ ਦੇ ਵਿੱਚ। ਸੋ ਇੱਦਾਂ ਦੀ ਗੱਲ ਆ। ਇਹ ਸਾਰਾ ਜਿਹੜਾ ਲੋਕਾਂ ਨੂੰ ਉਹੀ ਬੇਵਕੂਫ ਬਣ ਰਹੇ ਲੋਕ, ਉਹੀ ਮੁੜ ਕੇ ਉਹਨਾਂ ਨੂੰ ਵੋਟਾਂ ਪਾ ਰਹੇ ਆ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਆ, ਚਾਹੇ ਆਪ ਹੈ, ਚਾਹੇ ਭਾਜਪਾ। ਹਾਂਜੀ ਭਾਜੀ, ਬਿਲਕੁਲ ਜੀ। ਇਹਨਾਂ ਨੂੰ ਕਿਸਾਨ ਜਿਹੜੇ ਰਾਜਨੀਤਿਕ ਲੀਡਰ ਆ, ਇਹਨਾਂ ਨੂੰ ਪਤਾ ਆ ਵੀ ਤੁਹਾਡਾ ਕਿਹੜਾ ਬਟਨ ਕਿਹੜੇ ਟਾਈਮ ਦੇ ਉੱਤੇ ਕਦੋਂ ਦੱਬਣਾ ਆ, ਇਹਨਾਂ ਨੂੰ ਸਭ ਪਤਾ ਹੁੰਦਾ। ਹੁਣ ਇਲੈਕਸ਼ਨ 'ਚ ਆਲਮੋਸਟ 2.5 ਮਹੀਨੇ 3 ਮਹੀਨੇ ਆ, ਤੇ ਪਹਿਲਾਂ ਵੀ ਇੱਦਾਂ ਹੀ ਹੋਇਆ ਸੀ, ਹੁਣ ਫਿਰ ਇੱਦਾਂ ਹੋਣਾ। ਹੁਣ ਬੇਅਦਬੀਆਂ ਜਿਹੜੀਆਂ ਉਹ ਸਿਰੇ 'ਤੇ ਜਾਊਗੀਆਂ। ਦੇਖੀ ਜਾਓ ਵੀ ਕਿੱਦਾਂ ਬੇਅਦਬੀ ਕਾਂਡ ਵਾਪਰਦੇ ਆ। ਅੱਜ ਜਿਹੜੀ ਘਟਨਾ ਵਾਪਰੀ ਆ ਦਰਬਾਰ ਸਾਹਿਬ ਦੇ ਵਿੱਚ, ਬਹੁਤ ਮੰਦਭਾਗੀ ਘਟਨਾ ਆ। ਕੋਈ ਵੀ ਬੰਦਾ ਛਾਲ ਮਾਰ ਕੇ ਅੰਦਰ ਨੂੰ ਵੜਦਾ ਆ, ਤੇ ਸੰਗਤ ਦਾ ਗੁੱਸਾ ਤਾਂ ਉਹ ਵਾਪਰਨਾ ਹੀ ਵਾਪਰਨਾ, ਕਿਉਂਕਿ ਸੰਗਤ ਵਿੱਚ ਆਮ ਬੰਦੇ ਹੁੰਦੇ ਜਿਹੜੇ ਗੁਰੂ ਨੂੰ ਬਹੁਤ ਪਿਆਰ ਕਰਦੇ ਆ। ਭਾਵੇਂ ਗੁਰੂ ਬਾਰੇ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਕੁਛ ਨਾ ਪਤਾ ਹੋਵੇ, ਪਰ ਸਾਨੂੰ ਇਹਦੇ ਸਿਰੇ ਤੇ ਪਹੁੰਚਣਾ ਪੈਣਾ ਆ। ਇੱਦਾਂ ਠੱਲਣੀ ਪੈਣੀ। ਬਹੁਤ ਸਾਰੇ ਵੀਰ ਆ ਜਿਹੜੇ ਅੱਜ ਵੀ ਪੋਸਟਾਂ ਪਾਉਗੇ, ਦੇਖੋ ਜੀ ਕਾਂ ਮਾਰਤਾ, ਕਾਂ ਮਾਰ ਕੇ ਟੰਗਤਾ। ਉਹਨਾਂ ਨੇ ਜਦੋਂ ਪੋਸਟ ਪਾਈ ਸੀ, ਜਦੋਂ ਇਹ ਕਾਂਡ ਉੱਥੇ ਵਾਪਰਿਆ ਸੀ ਸਿੰਘੂ ਦੇ ਉੱਤੇ, ਕਹਿੰਦੇ ਦੇਖੋ ਜੀ ਹੁਣ ਕਾਂ ਮਾਰ ਕੇ ਟੰਗਤਾ, ਅੱਜ ਤੋਂ ਬਾਅਦ ਇਹ ਘਟਨਾ ਨਹੀਂ ਵਾਪਰੂਗੀ, ਸਾਡੀ ਗਰੰਟੀ ਆ। ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀ। ਤੇ ਹੁਣ ਘਟਨਾ ਕਿੱਥੇ ਵਾਪਰੀ ਹੈ? ਜਿੱਥੇ ਅੱਜ ਤੱਕ ਨਹੀਂ ਸੀ ਵਾਪਰੀ। ਸਾਡੇ ਦਰਬਾਰ ਸਾਹਿਬ, ਸਾਡਾ ਮੱਕਾ ਜਿਹਨੂੰ ਕਿਹਾ ਜਾਂਦਾ, ਸਾਡਾ ਸਭ ਤੋਂ ਵੱਡੀ ਜਗ੍ਹਾ। ਤੇ ਫਿਰ ਉਹ ਤਾਂ ਕਾਂ ਮਾਰੇ ਦਾ ਕੋਈ ਫਾਇਦਾ ਹੀ ਨਾ ਹੋਇਆ। ਉਹ ਤਾਂ ਸਗੋਂ ਉਹਨਾਂ ਦਾ ਹੌਸਲਾ ਵੱਧ ਗਿਆ ਹੈ, ਉਹ ਤਾਂ ਦਰਬਾਰ ਸਾਹਿਬ ਤੱਕ ਪਹੁੰਚ ਗਏ ਆ। ਜੇ ਉਹ ਬੇਅਦਬੀ ਕਰਨ ਵਾਲਾ ਇਸ ਨੀਅਤ ਨਾਲ ਆਇਆ ਆ, ਤੇ ਹੁਣ ਮੈਨੂੰ ਇਹ ਦੱਸੋ, ਜਿਹੜੇ ਉਦੋਂ ਕਹਿੰਦੇ ਸੀ ਵੀ ਆਹ ਜੋ ਕੀਤਾ ਹੈ ਇਹਦੇ ਨਾਲ ਹੁਣ ਅੱਗੇ ਤੋਂ ਨਹੀਂ ਘਟਨਾ ਵਾਪਰੂਗੀਆਂ, ਉਹਨਾਂ ਦਾ ਕੀ ਜਵਾਬ ਆ? ਘਟਨਾ ਇੱਦਾਂ ਨਹੀਂ ਰੁਕਣੀਆਂ। ਜਿੰਨੇ ਮਰਜ਼ੀ ਮਾਰ ਦਿਓ ਤੁਸੀਂ, ਉਹ ਨਹੀਂ ਕਦੀ ਵੀ ਰੁਕਣੀਆਂ। ਬੜੇ ਮੁਸਲਮਾਨਾਂ ਨੇ ਕੰਮ ਕਰਕੇ ਦੇਖ ਲਿਆ ਵੀ ਸਿੱਖਾਂ ਨੂੰ ਫੜ ਕੇ ਚੱਖਣੀਆਂ ਤੇ ਚਾੜ ਦਿਓ, ਇਹਨਾਂ ਦੇ ਸਿਰ ਵੱਢ ਦਿਓ, ਇਹਨਾਂ ਇਹ ਕਰ ਦਿਓ, ਸਿੱਖੀ ਖਤਮ ਹੋ ਜੂ। ਹੋਈ ਖਤਮ, ਦੁੱਗਣੀ ਫੈਲੀ ਆ। ਇੱਦਾਂ ਨਹੀਂ ਖਤਮ ਹੁੰਦੇ, ਉਹਦੀ ਜੜ ਫੜਨੀ ਪੈਣੀ। ਤੇ ਜੜ ਤਾਂ ਅਸੀਂ ਖਤਮ ਕਰੀ ਜਾ ਰਹੇ ਹਾਂ। ਅਸੀਂ ਬੰਦਾ ਫੜ ਕੇ ਮਾਰ ਦਿੱਤਾ, ਤੇ ਕਿਹਨੇ ਦੱਸਣਾ ਆ ਵੀ ਕਿਹਨੇ ਭੇਜਿਆ ਸੀਗਾ? ਉਹ ਵੀ ਦਰਬਾਰ ਸਾਹਿਬ ਦੇ ਅੰਦਰ। ਸਾਰੀ ਪਰਿਕਰਮਾ ਦੇ ਵਿੱਚ ਕਈ 100 ਪ੍ਰਕਾਸ਼ ਆ ਗੁਰੂ ਗ੍ਰੰਥ ਸਾਹਿਬ ਦੇ, ਜਿਹੜੇ ਕਮਰੇ ਵਿੱਚ ਸਵਾਏ ਭਾਈ ਤੋਂ ਕੋਈ ਵੀ ਨਹੀਂ ਹੁੰਦਾ। ਤੁਸੀਂ ਸਾਰੇ ਦਰਬਾਰ ਸਾਹਿਬ ਗਏ ਆ, ਜਿਹੜੀ ਪਰਿਕਰਮਾ ਆ ਉਹਦੇ ਵਿੱਚ ਜਿੱਥੇ ਪ੍ਰਕਾਸ਼ ਹੈ, ਛੋਟੇ ਕਮਰਿਆਂ 'ਚ ਦਰਵਾਜ਼ਾ ਖੁੱਲ੍ਹਾ ਹੁੰਦਾ, ਤੁਸੀਂ ਅੰਦਰ ਜਾ ਕੇ ਮੱਥਾ ਟੇਕ ਸਕਦੇ ਹੋ। ਸਵਾਏ ਭਾਈ ਤੋਂ ਕੋਈ ਨਹੀਂ ਹੁੰਦਾ। ਹੁਣ ਜਿਹਨੇ ਬੇਅਦਬੀ ਕਰਨੀ ਉਹ ਤਾਂ ਬੇਅਦਬੀ ਕਰਨ ਗਿਆ ਨਾ, ਕਿ ਇਹ ਦਰਬਾਰ ਸਾਹਿਬ 'ਚ ਜਿਹੜਾ ਬੰਦਾ ਗਿਆ ਉਹ ਮੈਸੇਜ ਦੇਣ ਲਈ ਗਿਆ, ਬੇਅਦਬੀ ਕਰਨ ਨਹੀਂ ਗਿਆ। ਉਹਨੇ ਸਾਰੀ ਦੁਨੀਆ ਨੂੰ ਮੈਸੇਜ ਦੇਣਾ ਸੀ ਮੈਂ ਇੱਥੇ ਕਰਨਾ ਆ। ਔਰ ਨਾਲ ਹੀ ਉਹਦੇ ਬੰਦੇ ਮਾਰਨ ਵਾਲੇ ਭੇਜੇ ਹੋਏ ਸੀ, ਜਿਹਨੇ ਆਪ ਹੀ ਫੜ ਕੇ ਆਪ ਹੀ ਮਾਰ ਦਿੱਤਾ। ਹਾਲੇ ਤਾਂ ਮੈਂ ਜਿੰਨੀ 2-3 ਵੀਡੀਓ ਦੇਖੀਆਂ, ਉਹ ਜਿਹੜਾ ਬੰਦਾ ਅੰਦਰ ਵੜਿਆ, ਕਾਲੀ ਪੈਂਟ ਪਾਈ ਹੋਈ ਹੈ, ਕਾਲੀ ਜੈਕਟ ਪਾਈ ਹੋਈ ਹੈ, ਤੇ ਜਿਹੜਾ ਮਰਿਆ ਹੋਇਆ ਦਿਖਾ ਰਿਹਾ ਬਾਹਰ, ਉਹ ਕਾਲਾ, ਉਹਨੇ ਚਿੱਟਾ ਜਿਹਾ ਪਜਾਮਾ ਜਾਂ ਕਸ਼ਹਿਰਾ ਜਿਹਾ ਪਾਇਆ ਹੋਇਆ। ਸੋ ਮੈਂ ਤਾਂ ਕਨਫਿਊਜ਼ ਆ ਵੀ ਉਹ ਕੀ ਹੋ ਰਿਹਾ ਆ, ਕੀ ਸਮਝ ਨਹੀਂ ਆਈ। ਉਹਦੇ ਕੱਪੜੇ ਲਾਤੇ ਸੀ ਅੰਦਰ ਜਾ ਕੇ ਜਾਂ ਕੀ ਕੀਤਾ। ਖੈਰ,
ਇਹ ਦੀਸ ਥਿੰਗਸ ਡਜ਼ਨਟ ਮੈਟਰ। ਜਿਹੜੀ ਮੁੱਦੇ ਦੀ ਗੱਲ ਉਹ ਇਹ ਆ ਵੀ ਜਿੰਨਾ ਚਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਕੌਣ ਕਰਵਾ ਰਿਹਾ ਆ, ਉਹਨਾਂ ਚਿਰ ਫੜ ਕੇ ਜਿੰਨਿਆਂ ਨੂੰ ਮਰਜ਼ੀ ਮਾਰੀ ਜਾਈਏ। ਬੰਦੇ ਉੱਥੇ ਬੜੇ ਮਿਲ ਜਾਣੇ ਤੁਹਾਨੂੰ ਹਿੰਦੁਸਤਾਨ 'ਚ ਜਿਹੜੇ ਮਰਨ ਮਰਾਉਣ ਨੂੰ ਤਿਆਰ ਆ। ਕਈ ਇਸ ਕਰਕੇ ਵੀ ਉਹ ਨਫ਼ਰਤ ਕਰਦੇ ਆ ਸਿੱਖੀ ਨੂੰ, ਉਹ ਮਿਲ ਜਾਣੇ ਆ। ਕਈ ਇਹੋ ਜਿਹੇ ਜਿਹੜੇ ਪੈਸੇ ਲੈ ਕੇ ਕੰਮ ਕਰਨ ਵਾਲੇ ਬੰਦੇ ਤੁਹਾਨੂੰ ਮਿਲ ਜਾਣੇ ਆ ਵੀ ਤੇਰੇ ਅੱਗੇ ਪਰਿਵਾਰ ਨੂੰ ਸੰਭਾਲ ਲਾਂਗੇ। ਆਤਮ ਹੱਤਿਆ ਜਿਹੜਾ ਬੰਦਾ ਕਰਦਾ ਉਹ ਤਾਂ ਸਾਰੇ ਪਾਸੇ ਦੁਖੀ ਹੈ, ਤੁਹਾਨੂੰ ਪਤਾ ਹੈ। ਉਹਨੂੰ ਕਹੋ ਤੇਰੇ ਪਰਿਵਾਰ ਨੂੰ ਅੱਗੋਂ ਇੰਨੇ ਕਰੋੜ ਇੰਨੇ ਲੱਖ ਰੁਪਏ ਦੇ ਦਿੰਦੇ, ਉਹ ਕਹਿੰਦਾ ਚਲੋ ਉਹਨਾਂ ਦੀ ਜ਼ਿੰਦਗੀ ਤਾਂ ਬਚੂਗੀ, ਦੱਸੋ ਕੀ ਕਰਨਾ, ਮੈਂ ਕਰ ਦਿੰਦਾ। ਸੋ ਸਾਨੂੰ ਕਿਤੇ ਨਾ ਕਿਤੇ ਉਹਦੀ ਜੜ ਨੂੰ ਫੜਨਾ ਪੈਣਾ ਜੇ ਅਸੀਂ ਇਹ ਕੰਟਰੋਲ ਰੋਕਣੇ ਆ। ਤਾਂ ਹੁਣ ਤਾਂ ਦਰਬਾਰ ਸਾਹਿਬ ਤੱਕ ਪਹੁੰਚ ਗਏ ਆ, ਫਿਰ ਦੂਜੇ ਉਹੀ ਬੰਦੇ ਫਿਰ ਪੋਸਟਾਂ ਪਾ ਰਹੇ ਆ, ਲਿਖ ਰਹੇ ਆ, ਜਿਹੜੇ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਤਾਂ ਅੰਨਿਆਂ ਨੂੰ ਵੀ ਅੱਖਾਂ ਆ ਜਾਂਦੀਆਂ ਆ ਜੀ, ਉੱਥੇ ਸੋਨਾ ਲੁੱਟਣ ਕੋਈ ਆ ਗਿਆ ਸੀ, ਉਹ ਅੰਨਾ ਹੋ ਗਿਆ ਸੀ, ਵੀ ਹੁਣ ਤਾਂ ਉਹ ਛਾਲ ਮਾਰ ਕੇ ਅੰਦਰ ਵੜ ਗਿਆ, ਹੁਣ ਕਿਉਂ ਨਹੀਂ ਅੰਨਾ ਹੋਇਆ, ਲੱਤ ਕਿਉਂ ਨਹੀਂ ਟੁੱਟੀ ਉਹਦੀ, ਉਹ ਤਾਂ ਤੁਹਾਨੂੰ ਸੋਧਾ ਲਾਉਣਾ ਪਿਆ। ਗੱਲਾਂ ਬਹੁਤ ਆ ਵੀਰੋ, ਜਿੰਨੀਆਂ ਮਰਜ਼ੀ ਕਰ ਲਈਏ, ਪਰ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਆ। ਸਾਨੂੰ ਅਕਲ ਕਦੋਂ ਆਊਗੀ? ਗੱਲ ਤਾਂ ਇਹ ਆ, ਅਸੀਂ ਸਮਝਾਂਗੇ ਕਦੋਂ ਵੀ ਇਹ ਰਾਜਨੀਤਿਕ ਲੀਡਰ ਚਾਲਾਂ ਖੇਡ ਰਹੇ ਆ। ਸਾਨੂੰ ਇਹ ਅੱਗ ਲਾਉਣੀ ਚਾਹੁੰਦੇ ਆ, ਹੁਣ ਪੰਜਾਬ ਦੇ ਵਿੱਚ ਅੱਗ ਭੜਕਾਉਣੀ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ 84 ਦੁਹਰਾਈ ਜਾਵੇ, ਖਲਾਰਾ ਪਾਇਆ ਜਾਵੇ, ਤਾਂ ਕਿ ਕਿਵੇਂ ਅਸੀਂ ਇਲੈਕਸ਼ਨ ਜਿੱਤ ਸਕੀਏ। ਸਾਰਾ ਜਿਹੜਾ ਇਲਜ਼ਾਮ ਸਾਡੇ ਉੱਤੇ ਆਇਆ ਸੀ ਅਕਾਲੀ ਦਲ ਤੇ, ਹੁਣ ਅਸੀਂ ਕਹਿਣਾ ਦੇਖਿਆ ਸ਼੍ਰੋਮਣੀ ਕਮੇਟੀ ਨੇ ਬੰਦਾ ਫੜਿਆ, ਸਾਡੇ ਅੰਡਰ ਹੀ ਚੱਲਦੀ ਹੈ ਸ਼੍ਰੋਮਣੀ ਕਮੇਟੀ, ਉਹਨਾਂ ਨੇ ਫੈਸਲਾ ਕਰਤਾ। ਸੋ ਬਹੁਤ ਕੁਛ ਆ ਸੋਚਣ ਵਾਲਾ, ਗੱਲ ਸੋਚ ਕੇ ਕਰਿਆ ਕਰੀਏ, ਐਵੇਂ ਹਵਾ 'ਚ ਡਾਂਗਾ ਨਾ ਮਾਰਨ ਲੱਗ ਪਿਆ ਕਰੀਏ। ਦੇਖੋ ਜੀ ਮਾਰਤਾ ਜੀ, ਕਾਂ ਮਾਰਤਾ ਜੀ, ਇਹ ਕਰਤਾ ਜੀ, ਉਹ ਕਰਤਾ। ਵੀਰ ਵਰਿੰਦਰ ਸਿੰਘ ਜੀ, ਜਿਹੜਾ ਬੇਅਦਬੀ ਦਾ ਮਾਮਲਾ ਆ, ਬੇਅਦਬੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਮਾੜੀ ਆ, ਚਾਹੇ ਉਹ ਕੁਰਾਨ ਹੈ, ਚਾਹੇ ਬਾਈਬਲ ਹੈ। ਬਿਲਕੁਲ ਹਰ ਬੰਦਾ ਜਿਹੜਾ ਆ ਆਪਣੇ ਅਕੀਦੇ ਨਾਲ, ਆਪਣੇ ਧਰਮ ਗ੍ਰੰਥ ਨਾਲ ਅੰਦਰੋਂ ਜੁੜਿਆ ਹੁੰਦਾ ਆ। ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਵੀ ਜਿਹੜਾ ਗਿਆਨ ਆ ਸਾਡਾ ਗੁਰੂ ਆ, ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋ ਸਕਦੀ। ਜਿਹੜੇ ਸਿਆਣੇ ਬੰਦੇ ਆ ਜਾਂ ਜਿਹੜੇ ਬਿਲਕੁਲ ਗੁਰੂ ਸਾਹਿਬ ਨੂੰ ਪੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਨੂੰ, ਉਹ ਤਾਂ ਸਮਝ ਜਾਂਦੇ ਆ। ਪਰ ਆਮ ਪਬਲਿਕ 90% ਉਹਨਾਂ ਵਾਸਤੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਵੀ ਦੇਖੋ ਜੀ ਸਾਡੇ ਗੁਰੂ ਸਾਹਿਬ ਦੇ ਪੰਨੇ ਖਿਲਾਰ ਦਿੱਤੇ ਜਾਂ ਸਾਡੀ ਬੇਅਦਬੀ। ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਪਾਂ ਬਹੁਤ ਵਾਰ ਕੀਤੀ, ਹੋ ਹੀ ਨਹੀਂ ਸਕਦੀ। ਗੱਲ ਇਹ ਆ ਵੀ ਜਦੋਂ ਇਹ ਬੰਦਾ ਫੜਿਆ ਗਿਆ ਆ, ਹੁਣ ਗਾਂ ਇਹਦੀਆਂ ਪਰਤਾਂ ਖੁੱਲਣੀਆਂ ਚਾਹੀਦੀਆਂ। ਜੇ ਕਈ, ਕਿਉਂਕਿ ਦੋ ਟਾਈਪ ਦੇ ਰਿਐਕਸ਼ਨ ਆ ਰਹੇ ਆ ਫੇਸਬੁੱਕ ਤੇ, ਕੀ ਕਹਿ ਰਿਹਾ ਜੀ ਦੇਖੋ ਜੀ ਇਹਨੂੰ ਉੱਥੇ ਸੋਧਾ ਲਾਤਾ, ਬਹੁਤ ਵਧੀਆ ਹੋ ਗਿਆ। ਚਲੋ ਤੁਹਾਡੀ ਗੱਲ ਮੰਨ ਲਈ ਵੀ ਸੋਧਾ ਲਾਇਆ, ਉਸੇ ਵੇਲੇ ਬੰਦਾ ਮਾਰਤਾ, ਮਤਲਬ ਗੁਰੂ ਸਾਹਿਬ ਦੀ ਹਜ਼ੂਰੀ 'ਚ ਉੱਥੇ ਤੁਸੀਂ ਉੱਥੇ ਹਰਿਮੰਦਰ ਸਾਹਿਬ 'ਚ ਬੰਦਾ ਮਾਰਤਾ। ਕੱਲ੍ਹ ਨੂੰ ਇਹ CNN ਤੇ ਉੱਪਰ ਜਾਂ ਬਾਕੀ ਵੱਡੀਆਂ ਜਿਹੜੇ ਚੈਨਲ ਆ ਉਹਨਾਂ ਤੇ ਖਬਰ ਆ ਸਕਦੀ ਆ ਵੀ ਦੇਖੋ ਜੀ ਉੱਦਾਂ ਕਹਿੰਦੇ ਆ ਵੀ ਸਿੱਖ ਜਿਹੜੇ ਸ਼ਾਂਤੀ ਦੇ ਪੁਜਾਰੀ ਆ, ਅਸੀਂ ਸ਼ਾਂਤੀ ਆ, ਇਹ ਗਿਆ ਬੰਦਾ ਸਮਝਾਉਣ ਦੀ ਬਜਾਏ ਬੰਦੇ ਨੂੰ ਮਾਰਤਾ। ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਇੱਕੋ ਹੀ ਮੈਨੂੰ ਵਧੀਆ ਪੋਸਟ ਲੱਗੀ ਆ, ਬੀਬੀ ਕਿਰਨਜੋਤ ਕੌਰ ਉਹਨਾਂ ਦੀ ਲਿਖੀ ਆ ਵੀ ਠੀਕ ਹੈ ਵੀ ਇਹ ਤਾਂ, ਪਰ ਬੰਦੇ ਨੂੰ ਫੜ ਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਸੀ। ਆਪਾਂ ਤਾਂ ਇਸ ਹੱਕ ਦੇ ਵਿੱਚ ਆ, ਇਹ ਮੇਰੇ ਪਰਸਨਲ ਵਿਊ ਹੋ ਸਕਦੇ ਆ ਵੀ ਜਦੋਂ ਕੋਈ ਬੰਦਾ ਇੱਦਾਂ ਦਾ ਕੰਮ ਕਰਦਾ ਉਹਦੀ ਇਨਵੈਸਟੀਗੇਸ਼ਨ ਹੋ, ਪਿੱਛੇ ਉਹਦੇ ਬੈਕਗਰਾਊਂਡ 'ਚ ਕਿਹਦਾ ਹੱਥ ਆ, ਕੀ ਆ, ਉਹ ਪਤਾ ਕੀਤਾ ਜਾਵੇ। ਤੇ ਬਾਕੀ ਸਜ਼ਾਵਾਂ ਜਿਹੜੀਆਂ ਆ ਉਹ ਦੇਣੀਆਂ ਜਾਂ ਮਾਰਨਾ ਮਰਾਉਣਾ ਆ, ਮੇਰਾ ਖਿਆਲ ਹੈ ਵੀ ਇਹ ਆਪਾਂ ਅਗਲੇ ਹਫਤੇ ਤਾਈਂ ਹੋਰ ਡਿਟੇਲ ਆਪਣੇ ਕੋਲ ਆ ਜਾਣੀ ਆ ਜਾਂ ਹੋਰ ਇਨਫੋਰਮੇਸ਼ਨ ਨਿਕਲ ਆਉਣੀ ਆ, ਉਹਦੇ ਬਾਅਦ ਗੱਲ ਕਰ ਸਕਦੇ ਇਸ ਵਿਸ਼ੇ ਤੇ। ਪਰ ਇੱਦਾਂ ਦੀਆਂ ਘਟਨਾਵਾਂ ਹੋਣੀਆਂ ਨਹੀਂ ਚਾਹੀਦੀਆਂ। ਇਹ ਮਾਰ ਮਰਾਈ ਵਾਲਾ ਕੰਮ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਆਪਾਂ ਨੂੰ ਪਤਾ ਜਦੋਂ ਜੂਨ 1984 ਦਾ ਘੱਲੂਘਾਰਾ ਮਨਾਉਂਦੇ, ਉਦੋਂ ਅਕਾਲੀ ਦਲ ਮਾਂ ਤੇ ਆਪਣੇ ਜਿਹੜੀ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਹੈ ਕਿੱਦਾਂ ਕਿਰਪਾਨਾਂ ਨਾਲ ਲੜਦੀ ਆ, ਪੱਗੋ ਪੱਗੀ ਹੁੰਦੀ ਆ, ਕਿਰਪਾਨਾਂ ਲਾਉਂਦੇ ਆ, ਮਾਰਦੇ ਇੱਕ ਦੂਜੇ ਨਾਲ। ਕੀ ਉਹ ਬੇਅਦਬੀ ਨਹੀਂ ਆ? ਜੇ ਉਹ ਬੇਅਦਬੀ ਨਹੀਂ ਆ, ਜਿਹੜੇ ਸਾਡੇ ਇੱਥੇ ਬਾਹਰ ਗੁਰਦੁਆਰੇ ਆ, ਲੋਕੀ ਜਾ ਕੇ ਗੁਰਦੁਆਰੇ, ਫਰੀਮੌਂਟ ਗੁਰਦੁਆਰੇ ਦੀ ਐਗਜ਼ਾਮਪਲ ਵਾਲੀ, ਪੁਲਿਸ ਜੁੱਤੀਆਂ ਸਮੇਤ ਆਉਂਦੀ ਆ, ਉਹਨੇ ਉਹਦੀ ਪੱਗ ਲਾਤੀ, ਉਹਨੇ ਉਹ ਕਹਿਤਾ, ਉਹਦਾ ਚਰਿੱਤਰ ਘਾਣ ਕਰ ਦਿੱਤਾ, ਉਹਦੇ ਬੱਚਿਆਂ ਬਾਰੇ ਲਿਖ ਦਿੱਤਾ, ਉਹਦੇ ਪਾਪ ਬਾਰੇ ਲਿਖ ਦਿੱਤਾ। ਕਿ ਗੁਰਦੁਆਰਿਆਂ ਦੇ ਵਿੱਚ ਪੁਲਿਸ ਵੜਦੀ ਆ ਛੂਆਂ ਨਾਲ, ਉਹ ਬੇਅਦਬੀ ਨਹੀਂ ਆ? ਬੇਅਦਬੀ ਦੇ ਤੁਸੀਂ ਲੈ ਕੇ ਚੱਲੋਗੇ, ਬੇਅਦਬੀ ਦਾ ਕੋਈ ਅੰਤ ਹੀ ਨਹੀਂ ਆ। ਹਰ ਜਗ੍ਹਾ ਬੇਅਦਬੀ ਹੋ ਰਹੀ ਆ। ਸਭ ਤੋਂ ਵੱਡੀ ਤਾਂ ਬੇਅਦਬੀ ਸਾਡੇ ਦੋ ਤਖਤਾਂ ਤੇ ਹੋ ਰਹੀ ਆ, ਜਿਹਦੇ ਮੂਹਰੇ ਸਭ ਤੋਂ ਵੱਡੇ ਅਸ਼ਲੀਲ ਗ੍ਰੰਥ ਜਿਹੜੇ ਆ, ਚਾਹੇ ਉਹ ਪਟਨਾ ਸਾਹਿਬ ਹੈ ਤੇ ਚਾਹੇ ਉਹ ਹਜ਼ੂਰ ਸਾਹਿਬ ਆ, ਦੋਨਾਂ ਜਗ੍ਹਾ ਉਹਨਾਂ ਨੇ ਵਿਚਿੱਤਰ ਨਾਟਕ ਜਿਹੜੇ ਆ, ਜੋ ਗੰਦ ਉਹਦੇ 'ਚ ਲਿਖਿਆ ਆ ਉਹਨਾਂ ਗ੍ਰੰਥਾਂ 'ਚ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੇ ਹੋਏ ਆ।
ਕਿ ਉਹ ਬੇਅਦਬੀ ਨਹੀਂ ਆ? ਹੱਲੇ ਤੱਕ ਮੈਨੂੰ ਲੱਗਦਾ ਵੀ ਸਾਡੀ ਕੌਮ ਦੇ ਵਿੱਚ 1% ਬੰਦੇ ਵੀ ਜਾਗੇ ਨਹੀਂ ਆ, ਸੁਚੇਤ ਨਹੀਂ ਹੋਇਆ। ਗੁਰੂ ਗ੍ਰੰਥ ਸਾਹਿਬ ਦਾ ਗਿਆਨ ਲੈ ਕੇ ਕੋਈ ਗੱਲ ਕਰ ਸਕਦਾ ਉੱਥੇ ਜਾ ਕੇ? ਜੇ ਕੋਈ ਵਿਚਿੱਤਰ ਨਾਟਕ ਦੇ ਬਾਰੇ ਗੱਲ ਕਰੇ ਹਜੂਰ ਸਾਹਿਬ, ਮੈਨੂੰ ਲੱਗਦਾ ਉਹ ਵੀ ਮਾਰ ਕੇ ਟੰਗ ਦੇਣਾ ਉੱਥੇ, ਕਹਿਣਾ ਜੀ ਬੇਅਦਬੀ ਕਰਨ ਆਇਆ ਸੀ ਵਿਚਿੱਤਰ ਨਾਟਕ ਦੀ, ਵਿਚਿੱਤਰ ਨਾਟਕ ਬਾਰੇ ਇਦਾਂ ਬੋਲਦਾ ਸੀ। ਕਿੱਡੀ ਸਾਜ਼ਿਸ਼ ਦਾ ਹਿੱਸਾ ਪ੍ਰੋਫੈਸਰ ਦਰਸ਼ਨ ਸਿੰਘ ਬਣੇ ਆ, ਕਿਉਂਕਿ ਉਹਨਾਂ ਨੇ ਹਜੂਰ ਸਾਹਿਬ ਜਾ ਕੇ ਵਿਚਿੱਤਰ ਨਾਟਕ ਦੇ ਉੱਪਰ ਬੋਲਿਆ ਵੀ ਨਹੀਂ, ਇਹ ਗੁਰੂ ਦੇ ਬਰਾਬਰ ਪ੍ਰਕਾਸ਼ ਨਹੀਂ ਕਰਨਾ ਚਾਹੀਦਾ। ਉਸ ਤੋਂ ਬਾਅਦ ਹੌਲੀ 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 ਪੰਥ 'ਚ ਕਿੱਦਾਂ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹਦਾ ਘਾਣ ਕੀਤਾ ਗਿਆ, ਮੁੜ ਕੇ ਪੰਥ 'ਚੋਂ ਛੇਕਿਆ ਗਿਆ। ਸੋ ਇਹ ਗੱਲਾਂ ਵਿਚਾਰਨ ਜੋਗੀਆਂ ਆ, ਵਿਚਾਰਨ ਵਾਲੀਆਂ ਆ। ਇਹ ਸਾਡੇ ਸਿੱਖ ਕਿਹੜੇ ਆ, ਜਦੋਂ ਕਦੋਂ ਆਪਣੀ ਅਕਲ ਦਾ ਇਸਤੇਮਾਲ ਕਰਨਗੇ, ਕਿਉਂਕਿ ਜੋਸ਼ ਦੇ ਨਾਲ ਹਮੇਸ਼ਾ ਹੋਸ਼ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਸਾਨੂੰ ਵਿਵੇਕ ਕਿਹਾ, ਵਿਵੇਕੀ ਬਣੋ ਸਿੱਖ, ਵਿਵੇਕੀ ਹੋਣਾ ਚਾਹੀਦਾ, ਵਿਵੇਕ ਬੁੱਧ ਦਾ ਇਸਤੇਮਾਲ ਕਰਨਾ ਚਾਹੀਦਾ। ਹਾਂਜੀ ਭਾਜੀ। ਹਾਂਜੀ, ਐਂਡ 'ਚ ਇੱਕੋ ਗੱਲ ਕਰਨੀ ਚਾਹੁੰਦਾ, ਜਿਹੜੀ ਜੂਝਦਾ ਪੰਜਾਬ ਜਥੇਬੰਦੀ ਆ, ਅਸੀਂ ਕੋਈ ਉਹਨਾਂ ਦੀ ਸਪੋਰਟ ਨਹੀਂ ਕਰ ਰਹੇ, ਨਾ ਹੀ ਉਹ ਰਾਜਨੀਤੀ 'ਚ ਉਹਨਾਂ ਨੇ ਸਾਫ਼ ਕਰਤਾ ਆ ਵੀ ਉਹ ਆਪਣੇ ਕੈਂਡੀਡੇਟ ਖੜਾ ਰਹੇ ਆ। ਉਹਨਾਂ ਨੇ ਇੱਕ ਤੁਹਾਨੂੰ ਮਾਡਲ ਦਿੱਤਾ ਆ, ਸਿਰਫ ਅਸੀਂ, ਸਾਡਾ ਫਰਜ਼ ਬਣਦਾ ਵੀ ਉਹਨੂੰ ਇੱਕ ਵਾਰੀ ਕਮ ਸੇ ਕਮ ਉਹਨਾਂ ਦੇ ਜਿਹੜਾ ਏਜੰਡਾ ਆ ਉਹਨੂੰ ਪੜ੍ਹ ਕੇ। ਉਹਨਾਂ ਨੇ ਬੜੇ ਹੱਥ ਜੋੜ ਕੇ ਕਿਹਾ ਵੀ ਜੇ ਕੋਈ ਇਹਦੇ ਵਿੱਚ ਆਪਣੀ ਇਨਪੁਟ ਦੇਣੀ ਚਾਹੁੰਦਾ ਅਸੀਂ ਉਹ ਵੀ ਵਿੱਚ ਪਾਵਾਂਗੇ, ਜੇ ਤੁਸੀਂ ਕਹਿੰਦੇ ਆ ਵੀ ਆਹ ਚੀਜ਼ ਇੱਥੇ ਗਲਤ ਆ ਜਾਂ ਆਹ ਚੀਜ਼ ਹੋਰ ਐਡ ਕਰੋ, ਉਹ ਵੀ ਵਿੱਚ ਪਾ ਦਿੰਦੇ ਆ। ਪਰ ਜੇ ਕਿਤੇ ਅਸੀਂ ਇਹੋ ਜਿਹੀ ਕਿਸੇ ਜਥੇਬੰਦੀ ਨੂੰ ਇੱਕ ਵੱਡੇ ਲੈਵਲ ਦੇ ਉੱਤੇ ਕ੍ਰੀਏਟ ਕਰ ਸਕੀਏ, ਹਾਲੇ ਤੇ ਉਹ 15-20 ਬੰਦੇ ਆ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ, ਤੁਹਾਨੂੰ ਪਤਾ ਉਹ ਸਾਰੇ ਪੰਜਾਬ ਦਾ ਦਰਦ ਰੱਖਣ ਵਾਲੇ ਆ ਜਿਹੜੇ ਉੱਥੇ ਬੈਠੇ ਆ। ਉਹਦੇ ਨਾਲ ਜੇ ਕੋਈ 200, 400, 500, 700 ਬੰਦਾ ਹੋਰ ਜੁੜਦਾ ਆ, ਇੱਕ ਵੱਡੀ ਜਥੇਬੰਦੀ, ਇੱਕ ਵੱਡਾ ਕੁੰਡਾ ਬਣਦਾ ਆ, ਤੇ ਕੋਈ ਉਮੀਦ ਜਾਗਦੀ ਆ, ਤੇ ਆਪਾਂ ਬੜੇ ਲੀਡਰਾਂ ਨੂੰ, ਕਿਉਂਕਿ ਉਹਨਾਂ ਨੇ ਆਪਣੀਆਂ ਚਾਲਾਂ ਚੱਲੀ ਜਾਣੀਆਂ, ਉਹਨਾਂ ਦੀ ਗੇਮ ਸ਼ੁਰੂ ਹੋ ਚੁੱਕੀ ਆ। ਉਹਨਾਂ ਨੇ ਤੁਹਾਨੂੰ ਵੰਡ ਕੇ ਤੇ ਤੁਹਾਡੇ ਕੋਲ ਵੋਟਾਂ ਲੈਣੀਆਂ ਆ। ਪਲੈਨਿੰਗ ਹੁਣ ਇਹ ਆ ਵੀ ਸਾਰੀਆਂ ਵੋਟਾਂ ਵੰਡੀਆਂ ਜਾਣ ਤਾਂ ਕਿ ਜਿਹੜਾ 20-25% ਵੀ ਲਵੇ ਉਹ ਜਿੱਤ ਜਾਵੇ। ਅਕਾਲੀ ਦਲ ਦੀ ਹੁਣ ਇਹ ਪਲੈਨਿੰਗ ਆ। ਆ ਜਿਹੜਾ ਅੱਜ ਕਾਂਡ ਵਾਪਰਿਆ ਆ ਉੱਥੇ ਬੇਅਦਬੀ ਦਾ, ਬਾਕੀ ਹਾਲੇ ਉਹਦੀ ਕੋਈ ਖਬਰ ਨਹੀਂ ਆਈ, ਆਪਾਂ ਉੱਤੇ ਜ਼ਿਆਦਾ ਗੱਲ ਨਹੀਂ ਕਰ ਸਕਦੇ, ਪਰ ਇੰਨਾ ਕੁ ਤਾਂ ਸਾਨੂੰ ਸਾਫ਼ ਦਿਖਦਾ ਨਾ ਵੀ ਉਹ ਇੱਕ ਤੀਰ ਦੇ ਨਾਲ ਕਈ ਸ਼ਿਕਾਰ ਕੀਤੇ ਗਏ ਆ। ਜਿਹੜੇ ਕੱਲ੍ਹ ਤੱਕ ਪਾਣੀ ਪੀ ਕੋਸਦੇ ਸੀਗੇ ਸ਼੍ਰੋਮਣੀ ਕਮੇਟੀ ਨੂੰ ਵੀ ਉਹ 300 ਤੋਂ ਉੱਪਰ ਜਿਹੜੇ ਸਰੂਪ ਆ ਉਹ ਕਿੱਥੇ ਆ, ਉਹ ਅੱਜ ਜੈ ਜੈਕਾਰ ਕਰ ਰਹੇ ਆ ਸ਼੍ਰੋਮਣੀ ਕਮੇਟੀ ਦੀ। ਵਾਹ, ਬੰਦਾ ਮਾਰਤਾ, ਕਮਾਲ ਕਰਤੀ ਸ਼੍ਰੋਮਣੀ ਕਮੇਟੀ ਨੇ, ਬਹੁਤ ਵਧੀਆ ਟਾਸਕ ਫੋਰਸ ਦਾ ਕੰਮ ਆ। ਜਿਹੜੇ ਕੱਲ੍ਹ ਤਾਂ ਕਹਿੰਦੇ ਸੀ ਉਹ ਟਾਸਕ ਫੋਰਸ ਨੇ ਜਿਹੜੇ ਸਰੂਪਾਂ ਦਾ ਹਿਸਾਬ ਮੰਗਣ ਆਏ ਸੀ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਦੀਆਂ ਲੱਤਾਂ ਭੰਨਤੀਆਂ, ਉਹ ਅੱਜ ਉਹਨਾਂ ਦੀ ਜੈ ਜੈਕਾਰ ਕਰ ਰਹੇ ਆ। ਸੋ ਇੱਕ ਤਾਂ ਉਹਨਾਂ ਦਾ ਪੱਤਾ ਕਾਮਯਾਬ ਹੋ ਗਿਆ ਤੁਹਾਡੇ ਸਾਹਮਣੇ, ਇੱਕ ਤਾਂ ਉਹਨਾਂ ਦੀ ਚਾਲ ਕਾਮਯਾਬ ਹੋ ਗਈ ਆ, ਤੇ ਸਾਨੂੰ ਕੋਈ ਪਤਾ ਨਹੀਂ ਉਹਨੂੰ ਕਿਹਨੇ ਭੇਜਿਆ ਸੀ, ਕਿੱਥੋਂ ਆਇਆ ਸੀ, ਕੀ ਸੀਗਾ। ਅੰਦਰ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਛਾਲ ਮਾਰ ਕੇ ਤੱਕ ਅੰਦਰ ਵੜ ਗਿਆ, ਉਹ ਵੀ ਉਸ ਟਾਈਮ ਦੇ ਉੱਤੇ ਜਦੋਂ ਰਹਿਰਾਸ ਸਾਹਿਬ ਦਾ ਪਾਠ ਸਾਰੀ ਦੁਨੀਆ 'ਚ ਲਾਈਵ ਚੱਲ ਰਿਹਾ ਹੁੰਦਾ। ਸੋ ਇਹ ਇੱਕ ਸਿਰਫ ਮੈਸੇਜ ਸੀ ਬੇਅਦਬੀ ਕਰਨੀ। ਉਹ ਅੰਦਰ ਵੀ ਜਦੋਂ ਵੜਿਆ ਦੇਖਿਓ ਗੁਰੂ ਸਾਹਿਬ ਵੱਲ ਨਹੀਂ ਗਿਆ, ਜਿੱਥੇ ਪ੍ਰਕਾਸ਼ ਆ ਉੱਧਰ ਨੂੰ ਨਹੀਂ ਗਿਆ, ਸਿੱਧਾ ਗਾਂਹ ਨੂੰ ਗਿਆ ਆ, ਜਿੱਥੇ ਫੜ ਲਿਆ ਉੱਠ ਕੇ ਉਹਨਾਂ ਨੇ ਉਸੇ ਟਾਈਮ ਹੀ ਉਹਨੂੰ। ਸੋ ਗੱਲਾਂ ਬਹੁਤ ਆ, ਬਹੁਤ ਕੁਛ ਨਿਕਲੂਗਾ ਜੇ ਨਿਕਲਣ ਦਿੱਤਾ ਤਾਂ, ਕਿਉਂਕਿ ਉਹਨੂੰ ਕਮਰੇ 'ਚ ਲੈ ਗਏ ਆ, ਬਾਅਦ 'ਚ ਕਹਿੰਦੇ ਲਾਸ਼ ਹੀ ਬਾਹਰ ਆਈ ਆ। ਉਦੋਂ ਤੱਕ ਲੋਕੀ ਵੀ ਨਹੀਂ ਸੀ ਅੰਦਰ, ਗੇਟ ਬੰਦ ਕਰਤਾ ਸੀ ਫਰੰਟ ਵਾਲਾ। ਉਹ ਟਾਸਕ ਫੋਰਸ ਨੂੰ ਚੱਕ ਕੇ ਅੰਦਰ ਲੈ ਗਈ ਸ਼੍ਰੋਮਣੀ ਕਮੇਟੀ ਦੇ, ਉੱਥੋਂ ਲਾਸ਼ ਲਿਆਂਦੀ ਆ। ਲਾਸ਼ ਉਸੇ ਬੰਦੇ ਦੀ ਆ, ਕਿਸੇ ਹੋਰ ਦੀ ਆ, ਕੀ ਚੱਕਰ ਆ ਕੋਈ ਪਤਾ ਨਹੀਂ ਸਾਨੂੰ। ਪਰ ਜੋ ਵੀ ਹੋਇਆ ਉਹਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਆ। ਦਰਬਾਰ ਸਾਹਿਬ ਦੇ ਉੱਪਰ ਇਹ ਗੱਲ ਚੱਲਦੇ ਪਾਠ ਦੇ ਵਿੱਚ ਹੋਣੀ ਬਹੁਤ ਮੰਦਭਾਗੀ ਆ। ਟਾਸਕ ਫੋਰਸ ਜਾਂ ਦੂਜਿਆਂ ਨੂੰ ਹੋਰ ਵੀ ਕੁਝ ਸੋਚਣਾ ਪੈਣਾ ਵੀ ਅਸੀਂ ਇਹ, ਤਾਂ ਕਿ ਹੁਣ ਇਹ ਮੂੰਹ ਪਾਤਾ ਕੋਈ ਹੋਰ ਵੀ ਕਰ ਸਕਦਾ ਕੱਲ੍ਹ ਨੂੰ ਇਹ ਕੰਮ ਹੋਰ। ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਬੰਦੇ ਰਾਜਨੀਤਿਕ ਲੀਡਰਾਂ ਲਈ ਲੱਭਣੇ ਕੋਈ ਔਖੇ ਨਹੀਂ ਵੀ ਭਾਈ ਤੇਰੇ ਪਰਿਵਾਰ ਨੂੰ ਇੰਨੇ ਲੱਖ ਦੇ ਦਾਂਗੇ, ਤੂੰ ਜਾ ਉੱਥੇ ਤੈਨੂੰ ਮਾਰ ਦੇਣਾ ਉਹਨਾਂ ਨੇ, ਪਤਾ ਸਾਨੂੰ, ਪਰ ਤੂੰ ਉਹ ਵੀ ਤਾਂ ਮਰਨਾ ਹੀ ਆ, ਭੁੱਖ ਨਾਲ ਮਰਨਾ ਆ, ਆਤਮ ਹੱਤਿਆ ਕਰਨੀ ਆ, ਤੇਰਾ ਪਰਿਵਾਰ ਸੰਭਾਲ ਲਾਂਗੇ, ਤੇ ਮਿਲ ਜਾਣੇ ਤੁਹਾਨੂੰ ਵਿੱਚੋਂ ਉੱਥੋਂ ਹਿੰਦੁਸਤਾਨ 'ਚੋਂ ਇਹੋ ਜਿਹੇ ਬੰਦੇ। ਸੋ ਆਹ ਜਿਹੜਾ ਦਿੱਤਾ ਰੱਬ ਨੇ ਇਹਨੂੰ ਵਰਤਣਾ ਸ਼ੁਰੂ ਕਰੀਏ। ਜੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਬਦਲਣਾ ਆ ਤੇ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ, ਆਪਣੀ ਸੋਚ ਨੂੰ ਬਦਲਣਾ ਪੈਣਾ, ਆਪਣੇ ਅੰਦਰੋਂ ਉਹ ਕੱਟੜਤਾ ਕੱਢਣੀ ਪੈਣੀ ਆ। ਕੱਲ੍ਹ ਨੂੰ ਆਪਾਂ ਥੋੜ੍ਹੀ ਜਿਹੀ ਕੱਟੜਤਾ 'ਤੇ ਗੱਲ ਕਰਨੀ ਆ, ਕੱਲ੍ਹ ਨੂੰ ਇਸ ਮੁੱਦੇ ਨੂੰ ਵੀ ਹੋਰ ਵਿਚਾਰਾਂਗੇ, ਕੱਲ੍ਹ ਤੱਕ ਹੋਰ ਖਬਰਾਂ ਵੀ ਆ ਜੂਗੀਆਂ, ਕਿਉਂਕਿ ਕੱਲ੍ਹ ਨੂੰ ਆਪਣਾ ਰਲ ਮਿਲ ਕੇ ਪ੍ਰੋਗਰਾਮ ਆ। ਅੱਜ ਕਿਸੇ ਨੇ ਕਾਲ ਨਹੀਂ ਕੀਤੀ, ਕੁਛ ਅੱਜ ਵੀਰ ਬਹੁਤੇ ਬਿਜ਼ੀ ਉੱਧਰ ਵੀਡੀਓ ਦੇਖਣ ਨਾਲ ਹੋਏ ਪਏ ਆ,
ਵੀ ਉਹ ਜਿਹੜੀਆਂ ਦਰਬਾਰ ਸਾਹਿਬ ਤੋਂ ਲਾਈਵ ਚੱਲ ਰਹੀਆਂ, ਸਾਰੇ ਚੈਨਲਾਂ 'ਤੇ ਲਾਈਵ ਚੱਲ ਰਹੀਆਂ ਆ, ਉਹ ਬਹੁਤ ਸਾਰੇ ਲੋਕੀ ਦੇਖ ਰਹੇ ਆ। ਕੁਛ ਨਹੀਂ ਨਿਕਲਣਾ ਪਾਉਣਾ ਉਹਦੇ ਵਿੱਚੋਂ, ਦੇਖ ਲਓ ਜਿੰਨੀਆਂ ਮਰਜ਼ੀ ਵੀਡੀਓ ਦੇਖੀ ਜਾਓ, ਕੁਛ ਨਹੀਂ ਨਿਕਲਣਾ। ਉਹ ਜੋ ਅਗਲਿਆਂ ਨੇ ਕਰਨਾ ਸੀ ਕਰਤਾ ਹੋਇਆ ਆ। ਉਹ ਅਗਲਿਆਂ ਨੇ ਆਪਣੀ ਚਾਲ ਕਾਮਯਾਬ ਕਰਕੇ ਤੇ ਅੱਗੋਂ ਆਪਣੇ ਬੰਦਿਆਂ ਤੋਂ ਫਟਾਫਟ ਵਿਦਨ 5 ਮਿੰਟ ਬਿਆਨ ਵੀ ਦਵਾਤੇ ਆ। ਉਹਨਾਂ ਦੇ ਬਿਆਨ ਵੀ ਸਾਰੇ ਆ ਗਏ ਆ। ਵੀ ਉਹ ਛੱਡੋ, ਤੁਸੀਂ ਅਕਾਲ ਤਖਤ ਜਥੇਦਾਰ ਹਰ ਇੱਕ ਦਾ ਬਿਆਨ ਆ ਗਿਆ ਆਲਰੇਡੀ ਉੱਥੋਂ। ਪਰਵਾਨਾ ਦੀਪ ਸਿੱਧੂ ਬਾਦਲ ਸਾਹਿਬ ਦਾ ਆ ਗਿਆ, ਸਮਝ ਲਓ ਵੀ ਸਾਰੀ ਸ਼੍ਰੋਮਣੀ ਕਮੇਟੀ ਦਾ ਆ ਗਿਆ, ਹਰ ਇੱਕ। ਕੋਈ ਕਹਿੰਦਾ ਮੈਂ ਪਿੱਛੇ ਨਾ ਰਹਿ ਜਾ ਇਸ ਟਾਈਮ, ਜੇ ਮੈਂ ਨਾ ਬੋਲਿਆ ਤੇ ਪਤਾ ਨਹੀਂ ਵੀ ਮੇਰਾ ਗਾਂ ਮੈਨੂੰ ਕੋਈ ਲਾਈਕ ਕਰਨਗੇ ਕਿ ਨਹੀਂ ਕਰਨਗੇ। ਫਟਾਫਟ ਗਰਮ ਬਿਆਨ ਜਿਹੜੇ ਆ ਉਹ ਸੱਟ ਰਹੇ ਲੋਕਾਂ ਦੇ ਵਿੱਚ। ਇਹ ਇੱਕ ਅਕਾਲੀਆਂ ਨੂੰ ਉਭਾਰਨ ਦੀ ਸਾਜ਼ਿਸ਼ ਵੀ ਹੋ ਸਕਦੀ ਆ। ਬਾਕੀ ਆਪਾਂ ਕੱਲ ਨੂੰ ਡਿਟੇਲ 'ਚ ਗੱਲ ਕਰਾਂਗੇ। ਕੱਲ ਤੇ ਆਪਣੇ ਕੋਲ ਹੋਰ ਖਬਰਾਂ ਆ ਜਾਣਗੀਆਂ। ਆਖਰੀ ਵਿੱਚ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਨੂੰ ਫਿਰ ਹਾਜ਼ਰ ਹੋਵਾਂਗੇ। ਕੱਲ ਨੂੰ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਆਪਣੇ ਮਸਲਿਆਂ ਬਾਰੇ, ਤੇ ਖਾਸ ਕਰਕੇ ਜਿਹੜੇ ਹੁਣ ਫਿਰ ਦੁਬਾਰਾ ਉੱਠ ਪਏ ਆ, ਜਿਹੜੇ ਬਹਿ ਗਏ ਸੀ, ਦੱਬ ਦਿੱਤੇ ਸੀਗੇ ਕਿਸਾਨੀ ਅੰਦੋਲਨ ਨੇ, ਉਹ ਫਿਰ ਵਿੱਚੋਂ ਨਿਕਲ ਰਹੇ ਆ, ਜ਼ਮੀਨ 'ਚੋਂ ਫਿਰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ। ਇੱਕ ਕਾਲ ਆ ਗਈ, ਆਪਾਂ ਲਾਸਟ ਕਾਲ ਇੱਕ ਲੈ ਹੀ ਲੈਂਦੇ ਹਾਂ। ਹਾਂਜੀ 5479 ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ। ਮੈਂ ਤਾਂ ਕਿਹਾ ਜੀ ਪ੍ਰੋਗਰਾਮ ਖਤਮ ਹੋ ਗਿਆ। ਮੈਂ ਤਾਂ ਖਤਮ ਹੋ ਗਿਆ। ਜੇ ਕੋਈ ਗੱਲ ਹੈਗੀ ਤਾਂ, ਨਹੀਂ ਤਾਂ ਅਸੀਂ ਪ੍ਰੋਗਰਾਮ ਖਤਮ ਕਰ ਦਈਏ ਤੇ ਤੁਹਾਡੀ ਗੱਲ ਅਸੀਂ ਸੁਣੀ ਜਾਂਦੇ ਹਾਂ। ਹਾਂਜੀ ਪ੍ਰੋਗਰਾਮ ਖਤਮ ਕਰ ਦਿਓ ਜੀ, ਮੈਂ ਬਾਅਦ ਗੱਲ ਓਕੇ ਜੀ, ਓਕੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ। ਹਾਂਜੀ ਤੁਸੀਂ